ਸਾਡੇ ਨਾਲ ਜੁੜੇ ਨੇ ਇੰਦਰਪਾਲ ਸਿੰਘ ਬੈਂਸ ਜੀ, ਜਿਹੜੀ ਪਿਛਲੇ ਦਿਨਾਂ ਇਹਨਾਂ ਨੇ ਕਿਸਾਨੀ ਅੰਦੋਲਨ ਦਾ ਵੀ ਬੜਾ ਵੱਡਾ ਚਿਹਰਾ ਰਿਹਾ ਆ ਤੇ ਪਿਛਲੇ ਦਿਨ ਇਹਨਾਂ ਨੇ ਇਲੈਕਸ਼ਨ ਵੀ ਲੜੀ ਆ। ਤੇ ਪੁੱਛ ਲੈਂਦੇ ਹਾਂ ਬਾਈ ਜੀ ਉਹਨਾਂ ਕੋਲ, ਸਾਰੀ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਸਾਡੇ ਚੈਨਲ ਦੇ ਉੱਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੀ। ਤੇ ਕੀ ਨਾਮ ਕੀ ਹੈ ਤੁਹਾਡਾ? ਤੇ ਸਾਰੀ ਜਾਣੂ ਕਰਾਵਾਂਗੇ ਆਪਾਂ ਤੁਹਾਨੂੰ ਇੰਦਰਪਾਲ ਸਿੰਘ ਬੈਂਸ ਜੀ ਦੇ ਨਾਲ। ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਔਰ ਆਪ ਜੀ ਦਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ, ਜਿਨ੍ਹਾਂ ਨੇ ਮੌਕਾ ਦਿੱਤਾ ਹੈ ਮੈਨੂੰ ਤੁਹਾਡੇ ਚੈਨਲ ਉੱਪਰ ਆਉਣ ਦਾ। ਹੁਣ ਮੇਰਾ ਨਾਮ ਇੰਦਰਪਾਲ ਸਿੰਘ ਬੈਂਸ, ਔਰ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਤੇ ਉਹ ਇਲੈਕਸ਼ਨ ਲੜੀ ਹੈ ਗੁਰਦਾਸਪੁਰ ਤੋਂ ਵੀ। ਤੇ ਪਰ ਉਸ ਤੋਂ ਪਹਿਲਾਂ ਜੇ ਆਪਾਂ ਜਾਈਏ ਜਿੱਥੋਂ ਸੰਘਰਸ਼ ਦਾ ਸਫ਼ਰ ਸ਼ੁਰੂ ਹੁੰਦਾ ਆ, ਤੇ ਜਦੋਂ ਤੋਂ ਇਹ ਕਾਲੇ ਕਾਨੂੰਨ ਪਾਸ ਹੋਏ ਸੀਗੇ ਉਦੋਂ ਤੋਂ ਹੀ ਅਸੀਂ ਵੀ ਇਹਨਾਂ ਬਾਰੇ ਸਟੱਡੀ ਕੀਤੀ। ਪਰ ਇਸ ਤੋਂ ਪਹਿਲਾਂ ਕਿਤੇ 1% ਵੀ ਐਕਸਪੀਰੀਅੰਸ ਨਹੀਂ ਸੀ ਕਿਸੇ ਵੀ ਸੰਘਰਸ਼ ਦਾ, ਵੀ ਸੰਘਰਸ਼ ਲੜੇ ਕਿੱਦਾਂ ਜਾਂਦੇ ਨੇ ਜਾਂ ਕਿਸ ਤਰ੍ਹਾਂ ਇਹਦੀ ਵਿਉਂਤਬੰਦੀ ਕੀਤੀ ਜਾਂਦੀ ਆ, ਕੀ ਰੋਡ ਮੈਪ ਤਿਆਰ ਕੀਤੇ ਜਾਂਦੇ ਨੇ। ਸੋ ਆਪਣੇ ਸੀਨੀਅਰ ਆਗੂਆਂ ਵੱਲੋਂ ਹੀ ਦੇਖਿਆ, ਉਹਨਾਂ ਕੋਲ ਸਟੱਡੀ ਕੀਤੀ, ਉਹਨਾਂ ਦੇ ਨਾਲ ਲਾਗੇ ਬੈਠੇ ਸੰਘਰਸ਼ ਦੇ ਵਿੱਚ ਉਤਰੇ, ਔਰ ਇੰਨਾ ਕੁ ਪਿਆਰ ਦਿੱਤਾ, ਇੰਨਾ ਕੁ ਸਾਥ ਦਿੱਤਾ ਸਾਡੇ ਯੂਥ ਨੇ, ਸਾਡੇ ਗੁਰਦਾਸਪੁਰ ਦੇ ਲੋਕਾਂ ਨੇ, ਔਰ ਹਰ ਗੱਲ ਦੇ ਉੱਤੇ ਹੌਸਲਾ ਅਫਜ਼ਾਈ ਕੀਤੀ ਤੇ ਇੱਕ ਅਗਵਾਈ ਕਰਨ ਦਾ ਮੌਕਾ ਮਿਲ ਗਿਆ, ਕਹਿ ਸਕਦੇ ਹਾਂ ਕਿ ਆਪਣੇ ਗੁਰਦਾਸਪੁਰ ਤੋਂ। ਤੇ ਵੱਖ-ਵੱਖ ਮੂਵਮੈਂਟਸ ਦੇ ਵਿੱਚ ਜਿੱਦਾਂ ਵੀ ਕੋਈ ਮੋਰਚੇ ਵੱਲੋਂ ਐਲਾਨ ਕੀਤੇ ਜਾਣੇ, ਕੋਈ ਕਾਲ ਦਿੱਤੀ ਜਾਣੀ ਪ੍ਰੋਟੈਸਟ ਦੀ, ਉਹਨੂੰ ਅੱਗੇ ਹੋ ਕੇ ਸਿਰੇ ਚਾੜਨਾ, ਉਹਨੂੰ ਡਿਸਿਪਲਿਨ ਦੇ ਵਿੱਚ ਰਹਿ ਕੇ ਆਪਣੇ ਯੂਥ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਦੱਸਣਾ ਵੀ ਕਿਸ ਤਰ੍ਹਾਂ ਆਪਾਂ ਹਰ ਗੱਲ ਨੂੰ ਡਿਸਿਪਲਿਨ 'ਚ ਰਹਿ ਕੇ ਆਪਣੀ ਸਰਕਾਰ ਅੱਗੇ ਗੱਲ ਰੱਖਣੀ ਆ, ਰੋਸ ਵੀ ਕਰਨਾ ਆ, ਆਪਣੇ ਹੱਕ ਵੀ ਮੰਗਣੇ ਨੇ, ਉਹਦੇ ਵਾਸਤੇ ਲੜਾਈ ਵੀ ਲੜਨੀ ਆ। ਸੋ ਆਪਣੇ ਜਦੋਂ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਗਏ ਸੀਗੇ, ਉਸ ਤੋਂ ਪਹਿਲਾਂ ਕੀ ਕਰਦੇ ਸੀਗੇ ਤੁਸੀਂ? ਜੀ ਉਸ ਤੋਂ ਪਹਿਲਾਂ ਤਾਂ ਤਕਰੀਬਨ 2010 ਤੱਕ ਤੇ ਮੈਂ ਸਟੱਡੀਜ਼ ਕੀਤੀ ਆ, +2 ਤੱਕ, ਔਰ BSc ਕੀਤੀ ਆ। ETT ਵੀ ਕੀਤੀ ਮੈਂ 2007 ਤੋਂ ਲੈ ਕੇ 9 ਦੇ ਵਿੱਚ। ਤੇ 2010 ਤੋਂ ਬਾਅਦ ਫਿਰ ਮੈਂ ਪੂਰੇ ਹੀ ਆਪਣੇ ਬਿਜ਼ਨਸ ਦੇ ਵਿੱਚ ਫਾਦਰ ਸਾਹਿਬ ਦੇ ਨਾਲ ਬਿਜ਼ਨਸ ਦੇ ਵਿੱਚ ਹੀ ਲੱਗ ਗਿਆ। ਸਾਡਾ ਮੇਰੇ ਬਰਥ ਤੋਂ ਵੀ ਪਹਿਲਾਂ ਦਾ ਬਿਜ਼ਨਸ ਆ ਟੈਂਟ ਹਾਊਸ ਦਾ, ਔਰ ਵੱਡਾ ਨਾਮ ਕਮਾਇਆ, ਫਾਦਰ ਸਾਹਿਬ ਨੇ ਵੀ ਪਿਆਰ ਕਮਾਇਆ ਵੀ ਜਗਪਾਲ ਟੈਂਟ ਹਾਊਸ ਦੇ ਨਾਮ ਤੋਂ, ਟੈਂਟ ਵਾਲੇ ਨਾਮ ਤੋਂ ਹੀ ਸਾਨੂੰ ਜ਼ਿਆਦਾ ਪਛਾਣਿਆ ਜਾਂਦਾ ਆ। ਔਰ ਉਹਨਾਂ ਦੇ ਨਾਲ ਨਾਮ ਕੀ ਸੀਗਾ ਉਹਦਾ? ਨਾਮ ਦੱਸ ਦਿਓ ਜੀ ਕੋਈ। ਟੈਂਟ ਹਾਊਸ ਦਾ? ਹਾਂਜੀ, ਟੈਂਟ ਹਾਊਸ ਦਾ ਕੀ ਨਾਮ? ਜਗਪਾਲ ਸਿੰਘ ਹੀ ਟੈਂਟ ਹਾਊਸ ਸਾਡੇ ਟੈਂਟ ਦਾ ਵੀ ਨਾਮ ਹੈ, ਉਹ ਮੇਰੇ ਫਾਦਰ ਸਾਹਿਬ ਦੇ ਨਾਮ ਤੋਂ ਹੀ ਆ। ਤੇ ਉਹਨਾਂ ਦੇ ਨਾਲ ਹੀ ਫਿਰ ਮੈਂ ਆਪਣਾ ਕੰਮ ਸ਼ੁਰੂ ਕੀਤਾ ਮੇਰਾ, ਔਰ ਤਕਰੀਬਨ ਹੁਣ 12 ਸਾਲ ਹੋ ਗਏ ਆ ਆਪਣੇ ਇਸੇ ਕਾਰੋਬਾਰ ਦੇ ਵਿੱਚ ਹੀ। ਔਰ ਪਛਾਣ ਵੀ ਮੈਂ ਜਿੱਦਾਂ ਦੱਸਿਆ ਨਾ ਵੀ ਸਾਡੇ ਇਲਾਕੇ ਦੇ ਵਿੱਚ ਟੈਂਟ ਵਾਲਿਆਂ ਦੇ ਕਰਕੇ ਹੀ ਆ, ਪਰ ਹਰੇਕ ਪਿੰਡ ਦੇ ਘਰ ਘਰ ਦੇ ਵਿੱਚ ਸਾਡਾ ਨਾਮ ਆਲਰੇਡੀ ਸੀਗਾ, ਕਿਉਂਕਿ ਪਿੰਡਾਂ ਦੇ ਵਿੱਚ ਇੱਕ ਵੱਡਾ ਹੁਣ ਵੀ ਕੰਮ ਹੋ ਚੁੱਕਿਆ, ਵੱਡੇ ਵੱਡੇ ਪ੍ਰੋਗਰਾਮ ਘਰਾਂ ਤੱਕ ਰੂਟੀਨ ਦੇ ਵਿੱਚ ਹੀ ਕਾਫੀ ਪਛਾਣ ਫਾਦਰ ਸਾਹਿਬ ਨੇ ਬਣਾਈ ਆ। ਔਰ ਛੋਟਾ ਬ੍ਰਦਰ ਆ, ਉਹ ਮਰਚੈਂਟ ਨੇਵੀ ਦੇ ਵਿੱਚ ਆ, ਵਧੀਆ ਆਫਿਸਰ ਰੈਂਕ ਦੇ ਉੱਪਰ ਆ, ਔਰ ਸਾਰਾ ਪਰਿਵਾਰ ਇੱਕ ਛੱਤ ਥੱਲੇ ਇਕੱਠੇ ਰਹਿ ਰਹੇ ਆ। ਤੇ ਬਾਈ ਜੀ ਇੱਕ ਗੱਲ ਆ, ਮੈਂ ਤੁਹਾਡੀ ਪਿੱਛੇ ਦਿਨੀ ਵੀਡੀਓ ਵੀ ਵੇਖੀਆਂ ਸੀਗੀਆਂ, ਤੇ ਜਦੋਂ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਉੱਥੇ ਕਾਫੀ ਤੁਹਾਡਾ ਯੋਗਦਾਨ ਰਿਹਾ, ਉੱਥੇ ਇੱਕ ਟਰੈਕ ਦੀ ਵੀਡੀਓ ਤੁਹਾਡੀ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ, ਜਦੋਂ ਤੁਸੀਂ ਉਤਰ ਕੇ ਉਹ ਹੱਲਾਸ਼ੇਰੀ ਕਰ ਰਹੇ ਹੋ, ਹੈ ਨਾ, ਮਤਲਬ ਕਿ ਧੱਕਾ ਮੁੱਕੀ ਹੋ ਕੇ ਤੁਸੀਂ ਛਾਲ ਲਗਾਈ ਹੈ, ਟਰੈਕ ਨੂੰ ਅੱਗੇ ਕੀਤਾ ਆ, ਹੈ ਨਾ, ਮੋਰਚੇ ਨੂੰ ਜਦੋਂ ਤੁਸੀਂ ਰਸਤਾ ਬਣਾਉਂਦੇ ਸੀਗੇ, ਉਹ ਤੁਹਾਡੀ ਕਾਫੀ ਵੀਡੀਓ ਵਾਇਰਲ ਹੋ ਗਈ ਕਿ ਉੱਥੋਂ ਹੀ ਮਤਲਬ ਕਿ ਤੁਹਾਡਾ ਨਾਮ ਜਿਹੜਾ ਸੁਰਖੀਆਂ ਵਿੱਚ ਆਇਆ ਸੀਗਾ, ਇੰਦਰਪਾਲ ਸਿੰਘ ਬੈਂਸ। ਲੋਕਲ ਤੇ ਚਲੋ ਪਹਿਲਾਂ ਆਪਾਂ ਵੱਖ-ਵੱਖ ਪ੍ਰੋਗਰਾਮ ਵੀ ਕੀਤੇ ਇੱਥੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਜਿੱਦਾਂ ਇੱਕ ਟੋਲ ਪਲਾਜ਼ਾ ਬੰਦ ਕਰਵਾਇਆ ਸੀਗਾ ਅੰਦੋਲਨ ਦੇ ਵਿੱਚ, ਉੱਥੇ ਵੀ ਇੱਕ ਯੋਗਰਾਜੀ ਦਾ ਪ੍ਰੋਗਰਾਮ ਕਰਵਾਇਆ। ਦਰੰਗਲੇ ਗਾਲੜੀ ਵਾਲੀ ਸਾਈਡ ਦੇ ਵਿੱਚ ਇੱਕ ਰੈਲੀ ਕਰਵਾ ਕੇ, ਕਿਸਾਨ ਰੈਲੀ, ਲੋਕਾਂ ਨੂੰ ਜਾਗਰੂਕ ਕੀਤਾ। ਕੋਟ ਸੰਤੋਖ ਰਾਏ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਰੱਖਿਆ। ਗੁਰਦਾਸਪੁਰ ਦੇ ਵਿੱਚ ਇੱਕ ਮਹਾ ਪੰਚਾਇਤ ਕਰਵਾਈ ਗਈ ਸੀ, ਤੇ ਉਹਦੇ ਤੋਂ ਮਹਾ ਪੰਚਾਇਤ ਕਦੋਂ ਕਰਾਈ ਸੀਗੀ? ਉਦੋਂ ਮਹਾ ਪੰਚਾਇਤ ਇੱਕ ਤੇ ਲੇਟ ਹੋਈ ਆ, ਉਹ ਤੇ ਤਕਰੀਬਨ ਆ ਕੇ ਮੋਰਚਾ ਮੁੱਕਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਕਰਵਾਈ ਸੀਗੀ, 3 ਅਕਤੂਬਰ ਨੂੰ ਜੀ 2021 ਨੂੰ, ਔਰ ਮੋਰਚਾ ਜਾ ਕੇ ਦਸੰਬਰ ਜਨਵਰੀ ਦੇ ਵਿੱਚ ਖਤਮ ਹੁੰਦਾ। ਬਟ ਜਿਹੜਾ ਨਾਮ ਸੀਗਾ ਇਲਾਕੇ ਦੇ ਵਿੱਚ, ਉਹ ਪਹਿਲਾਂ ਇੱਕ ਇੱਥੋਂ ਤੱਕ ਸੀਗਾ ਕਿ ਪਿੰਡ ਦੇ ਵਿੱਚ ਜਾ ਰਹੇ ਆ, ਲੋਕਾਂ ਨੂੰ ਪਤਾ ਲੱਗ ਰਿਹਾ, ਇੱਕ ਸੀਮਤ ਸਿਰਫ ਗੁਰਦਾਸਪੁਰ ਦੇ ਵਿੱਚ ਹੀ ਕੁਝ ਪਿੰਡਾਂ 'ਚ ਮੇਰੇ ਨਾਮ ਦੀ ਪਛਾਣ ਸੀ।
ਪਰ ਜਦੋਂ ਅਸੀਂ ਪੰਜਾਬ ਤੋਂ ਦਿੱਲੀ ਵੱਲ ਨੂੰ ਚੱਲੇ ਹਾਂ ਔਰ ਸ਼ੰਭੂ ਬਾਰਡਰ ਦੇ ਉੱਤੇ ਰੋਕ ਲਾਈ ਗਈ ਇਸ ਸਾਰੇ ਹੀ ਪੰਜਾਬ ਦੇ ਆਗੂਆਂ ਨੂੰ ਉਸ ਇਕੱਠ ਨੂੰ ਰੋਕਣ ਵਾਸਤੇ ਵੀ ਦਿੱਲੀ ਵੱਲ ਨਾ ਜਾ ਸਕੇ। ਔਰ ਉੱਥੇ ਜਦੋਂ ਫਿਰ ਪਾਣੀ ਦੀ ਬੁਛਾੜਾਂ ਚੱਲੀਆਂ, ਅਥਰੂ ਗੈਸ ਦੇ ਗੋਲੇ ਚੱਲੇ, ਲਾਠੀ ਚਾਰਜ ਹੋਇਆ, ਉਹ ਸਾਰਿਆਂ ਨੂੰ ਅਸੀਂ ਹਰਾਉਂਦੇ ਹੋਏ ਕਹਿ ਸਕਦੇ ਹਾਂ, ਕਿਉਂਕਿ ਸਾਡੇ ਭਰਾਵਾਂ ਦੇ ਇੱਕ ਜਜ਼ਬਾ ਹੀ ਇੰਨਾ ਕੁ ਸੀਗਾ ਵੀ ਉਹਨਾਂ ਨੇ ਜਿਹੜੀਆਂ ਇੱਕ ਪੂਰੀਆਂ ਟ੍ਰੇਨਡ ਫੋਰਸਾਂ ਸੀਗੀਆਂ ਉਹਨਾਂ ਨੂੰ ਹਰਾਉਣ ਦੇ ਵਿੱਚ ਕਾਮਯਾਬ ਹੋ ਗਏ, ਪੂਰੇ ਪ੍ਰਬੰਧ ਕੀਤਾ। ਗੁਰਦਾਸਪੁਰੋਂ ਤੁਸੀਂ ਜੋ ਤੁਹਾਨੂੰ ਪਤਾ ਲੱਗਾ ਕਿ ਸਿੰਘੂ ਬਾਰਡਰ ਦੇ ਉੱਤੇ ਇਹ ਮੋਰਚਾ ਸਥਾਪਿਤ ਹੋਣ ਲੱਗਾ ਆ ਉੱਥੇ ਹਨ, ਤੇ ਤੁਹਾਨੂੰ ਕਿੱਦਾਂ ਮਤਲਬ ਕਿ ਪਤਾ ਲੱਗਾ ਕਿ ਜਾਂ ਤੁਸੀਂ ਆਪਣੇ ਆਪ ਹੀ ਉੱਥੇ ਤੁਰ ਪਏ, ਜੇ ਕਿੱਦਾਂ ਵੀਡੀਓ ਵੇਖੀ ਸੀਗੀ ਜਾਂ ਤੁਹਾਨੂੰ ਕਿਹਨੇ ਕਾਲ ਦਿੱਤੀ ਸੀਗੀ? ਨਹੀਂ, ਇਹ ਤਾਂ ਸਾਡੇ ਆਗੂਆਂ ਦੀ ਹੀ ਕਾਲ ਸੀ ਇੱਕ ਹੋਰ, ਕਿਉਂਕਿ ਪਹਿਲਾਂ ਵੀ ਜਦੋਂ ਵੀ ਮੀਟਿੰਗਾਂ ਹੁੰਦੀਆਂ ਸੀਗੀਆਂ SKM ਦੀਆਂ 32 ਕਿਸਾਨ ਜਥੇਬੰਦੀਆਂ ਦੇ, ਉਹਨਾਂ ਦੇ ਵਿੱਚ ਜਾਣ ਦਾ ਸਾਨੂੰ ਮੌਕਾ ਮਿਲਦਾ ਸੀ। ਉਹਦੇ ਕਰਕੇ SKM ਤੇ ਬਾਅਦ ਨੂੰ ਬਣੀ ਹੈ ਨਾ, ਉਸ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀ ਜਥੇਬੰਦੀਆਂ ਨੇ, ਜਿਹੜੀਆਂ 32 ਜਥੇਬੰਦੀਆਂ ਨੇ, ਉਹਨਾਂ ਦੇ ਨਾਲ ਪੂਰੇ ਟੱਚ ਵਿੱਚ ਸੀ ਆਪਾਂ, ਕਿਉਂਕਿ ਗੁਰਦਾਸਪੁਰ ਤੋਂ ਲੀਡ ਕਰ ਰਹੇ ਸੀਗੇ ਉਹ। ਫਿਰ ਆਪਾਂ ਜਿੰਨੀਆਂ ਵੀ ਗਾਈਡ ਅੱਗੇ ਵੀ ਆਪਾਂ ਅੱਗੇ ਦਾ ਕਿਹੜੇ ਰਸਤਾ ਜਾਣਾ, ਕੀ ਫੈਸਲੇ ਲੈਣੇ ਆ, ਉਹ ਆਪਣੇ ਆਗੂਆਂ ਦੇ ਟੱਚ ਵਿੱਚ ਸੀ। ਫਿਰ ਉਦੋਂ ਵੀ ਬੈਠ ਕੇ ਇਸ 'ਤੇ ਥੋੜ੍ਹੇ ਦਿਨ ਪਹਿਲਾਂ ਵੀ ਇਸ 'ਤੇ ਮੀਟਿੰਗ ਹੋਈ ਵੀ ਆਪਾਂ ਜਾਣਾ ਵਾ, ਇੱਦਾਂ ਦਾ ਤਿਆਰੀ ਕਰ ਲਓ। ਪਰ ਸਾਡਾ ਇੱਕ ਟਾਰਗੇਟ ਕੀ ਸੀ ਵੀ ਆਪਾਂ ਦਿੱਲੀ ਜਾਣਾ, ਔਰ ਜਿਹੜੀਆਂ ਇਹ ਫੋਰਸਾਂ ਸੀਗੀਆਂ ਸਾਨੂੰ ਰੋਕ ਕੇ ਉੱਥੇ ਸ਼ੰਭੂ ਦੇ ਉੱਤੇ ਬਿਠਾਉਣਾ ਚਾਹੁੰਦੀਆਂ ਸੀ। ਬਹੁਤ ਜ਼ਿਆਦਾ ਮਤਲਬ ਕਿ ਪੁਸ਼ਾਰਾਂ ਛੱਡੀ, ਬਿਲਕੁਲ ਬਹੁਤ ਕੁਝ ਹੋਇਆ ਸੀਗਾ, ਬਟ ਇਹ ਸਾਨੂੰ ਮਨਜ਼ੂਰ ਨਹੀਂ ਸੀਗਾ। ਆਪਾਂ ਹਰ ਕੋਸ਼ਿਸ਼ ਕੀਤੀ ਵੀ ਇਹ ਰੋਕ ਤੋੜ ਕੇ ਅੱਗੇ ਜਾਣਾ ਹੀ ਜਾਣਾ ਆ। ਜਦੋਂ ਲਾਠੀ ਚਾਰਜ ਹੋ ਗਿਆ, ਪੱਥਰ ਦੇ ਬੈਰੀਕੇਡ ਤੋੜਤੇ, ਲੋਹੇ ਦੇ ਬੈਰੀਕੇਡ ਤੋੜਤੇ, ਪਾਣੀ ਦੀਆਂ ਬੁਛਾੜਾਂ ਹੋ ਗਈਆਂ, ਪੁਲਿਸ ਦਾ ਘੇਰਾ ਤੋੜ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਇੱਕ ਟਰੱਕ ਲਾ ਕੇ ਰੋਕਿਆ ਹੋਇਆ ਸੀਗਾ ਰਸਤਾ, ਜਿੱਥੋਂ ਇੱਕ ਪਿੱਛੋਂ ਸਕੂਟਰ ਵੀ ਲੰਘਣਾ ਸੰਭਵ ਨਹੀਂ ਸੀਗਾ। ਫਿਰ ਆਪਾਂ ਉਹਨਾਂ ਨੂੰ ਟਰੱਕ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਹੀ ਫਿਰ ਜਦੋਂ ਟਰੱਕ ਇੱਕ ਮੈਂ ਸਾਈਡ 'ਤੇ ਕੀਤਾ, ਪੁਲਿਸ ਨੇ ਲਾਠੀ ਚਾਰਜ ਕੀਤਾ। ਉਹ ਟਰੱਕ ਦੀ ਮਤਲਬ ਕਿ ਤੁਹਾਨੂੰ ਹੀ ਕਿੱਦਾਂ ਆਈ ਹੋ ਕਿ ਆਪਾਂ ਟਰੱਕ ਚਲਾ ਲੈਂਦੇ ਸੀਗੇ ਪਹਿਲਾਂ ਵੀ ਕਿ ਜੀ? ਡਰਾਈਵਿੰਗ ਤੇ ਆਪਣੀ ਆਲਮੋਸਟ ਵਧੀਆ, ਤੇ ਅੱਖਾਂ ਮੀਟ ਕੇ ਕਈ ਵਾਰ ਸੁੱਤੇ ਪਏ ਵੀ ਕਰੀ ਜਾਈਦਾ ਆ, ਇੰਨੀ ਕਿ ਡਰਾਈਵਿੰਗ ਕਰ ਛੜੀ ਆ। ਵੀਡੀਓ ਸ਼ਾਟ ਬੜਾ ਵਾਇਰਲ ਹੋਇਆ ਸੀਗਾ ਜੀ। ਜਦੋਂ ਤੁਸੀਂ ਗਏ ਉੱਥੇ, ਤੁਹਾਨੂੰ ਦਿੱਕਤ ਦਾ ਸਾਹਮਣੇ ਮਤਲਬ ਕਿ ਪਤਾ ਲੱਗਿਆ ਕਿ ਇਹ ਦਿੱਕਤ ਕ੍ਰੀਏਟ ਕਰ ਰਿਹਾ ਟਰੱਕ ਹੀ। ਜੀ। ਤੇ ਉਹਦੀ ਚਾਬੀ ਚੁਬੀ ਵਿੱਚੇ ਸੀਗੀ, ਕਿੱਦਾਂ ਮਤਲਬ ਕਿ ਉਹਦੀ ਸਵੱਬੀ ਕਿਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਜਦੋਂ ਖਿਲਾਰਿਆ ਲਿਆ ਕੇ ਉਹਦੀ ਚਾਬੀ ਵਿੱਚੇ ਰਹਿਣ ਦਿੱਤੀ ਵੀ ਉਹਦੇ ਪਿੱਛੇ 4 ਟਰੱਕ ਹੋਰ ਸੀਗੇ ਜੀ, ਵੀ ਇਹ ਕਿਹੜਾ ਨਿਕਲ ਜਾਣਾ। ਪਰ ਉਹ ਹੁਣ ਪੰਜਾਬੀ ਤੁਹਾਨੂੰ ਪਤਾ ਜੁਗਾੜ ਲਾਉਣ 'ਚ ਨਾਲੇ ਤਗੜੇ ਹੁੰਦੇ ਆ, ਤੇ ਨਾਲੇ ਜਦੋਂ ਹੱਲਾਸ਼ੇਰੀ ਹੋਵੇ, ਜੋਸ਼ ਹੋਵੇ, ਤੇ ਫਿਰ ਤੇ ਮੁਗਲ ਫੌਜਾਂ ਨਹੀਂ ਇੱਥੇ ਟਿਕੀਆਂ, ਤੇ ਫਿਰ ਇਹ ਫੋਰਸਾਂ ਤੇ ਫਿਰ ਸਾਡੀਆਂ ਆਪਣੀਆਂ ਤਨਖਾਹ ਵਾਲੀਆਂ ਸੀ, ਉਹ ਕਿੱਦਾਂ ਟਿਕ ਜਾਂਦੀਆਂ। ਇਹ ਗੁਰੂ ਦੀ ਫੌਜ ਸੀ। ਉੱਥੇ ਅਰਦਾਸ ਕਰਕੇ ਆਪਾਂ ਤੁਰ ਪਏ ਸੀਗੇ, ਤੇ ਅਰਦਾਸ ਦੇ ਵਿੱਚ ਜਦ ਤੁਸੀਂ ਵਿਸ਼ਵਾਸ ਹੋਣਾ ਚਾਹੀਦਾ ਦਿਲ ਦੇ ਵਿੱਚ, ਤੇ ਉਹ ਇੱਕ ਉਦਾਹਰਣ ਸਾਹਮਣੇ ਆ ਗਈ ਵੀ ਆਪਾਂ ਅਰਦਾਸ ਕਰਕੇ ਤੁਰ ਪਏ ਵੀ ਰੱਬਾ ਜਾਂ ਤੇ ਅੱਜ ਅਸੀਂ ਨਹੀਂ, ਜਾਂ ਫਿਰ ਇਹ ਬੈਰੀਕੇਡ ਨਹੀਂ। ਤੇ ਫਿਰ ਉਹ ਅਰਦਾਸ ਸਾਡੀ ਪੂਰੀ ਹੋਈ। ਮੈਂ ਕੁਛ ਨਹੀਂ ਕੀਤਾ, ਉਹ ਪ੍ਰਮਾਤਮਾ ਨੇ ਕਰਾਇਆ। ਸੋ ਬੈਂਸ ਸਾਹਿਬ, ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ, ਥੋੜ੍ਹਾ ਜਿਹਾ ਜਾਣਕਾਰੀ ਜੀ? ਪਰਿਵਾਰ ਦੇ ਵਿੱਚ ਮੇਰੇ ਦਾਦੀ ਦਾਦਾ ਜੀ, ਮਾਤਾ ਪਿਤਾ ਜੀ, ਭਰਾ ਆ, ਉਹ ਵੀ ਮੈਰਿਡ ਆ, ਔਰ ਮੈਂ ਖੁਦ ਮੈਰਿਡ ਆ। ਮੇਰਾ ਇੱਕ ਬੇਟਾ 3.5 ਸਾਲ ਦਾ ਆ, ਉਹਨੇ ਵੀ ਹੁਣ ਸਕੂਲ ਜਾਣਾ ਸ਼ੁਰੂ ਕੀਤਾ ਜੀ। ਤੇ ਹੋਰ ਤੁਹਾਡੀ ਲਾਈਫ ਨੂੰ ਲੈ ਕੇ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ ਵਾ ਪਰਿਵਾਰ ਨੂੰ? ਜੀ, ਪਰਿਵਾਰ ਨੂੰ ਜਦੋਂ ਅਸੀਂ ਪੋਲੀਟੀਕਲ ਪਾਸੇ ਆ ਗਏ ਆ ਜਾਂ ਸੰਘਰਸ਼ ਵਿੱਚ ਗਏ ਆ, ਪਿਛਲੇ 2 ਸਾਲ ਦੀ ਜੇ ਗੱਲ ਕਰਾਂ ਸਿਰਫ ਛੋਟੇ ਜਿਹੇ ਟਾਈਮ ਦੀ, ਤੇ ਪਰਿਵਾਰ ਲਈ ਤਾਂ ਬਿਲਕੁਲ ਵੀ ਟਾਈਮ ਨਹੀਂ ਦਿੱਤਾ ਗਿਆ, ਕਿਉਂਕਿ ਸੰਘਰਸ਼ ਦੇ ਵਿੱਚ ਪਿੰਡ ਜਾਣਾ, ਲੋਕਾਂ ਦੇ ਜਥੇ ਪਿੰਡਾਂ ਦੇ ਵਿੱਚੋਂ ਜਥੇ ਭੇਜਣੇ, ਸੰਘਰਸ਼ ਦੇ ਵਿੱਚ ਟਾਈਮ ਦੇਣਾ, ਉਸ ਤੋਂ ਬਾਅਦ ਇੱਕੋ ਦਮ ਹੀ ਪੋਲੀਟੀਕਲ ਵਾਲੇ ਪਾਸੇ ਦਿਨ ਰਾਤ ਇੱਕ ਕਰ ਦਿੱਤਾ ਕੰਪੇਨ ਕਰਨ ਦੇ ਵਿੱਚ। ਤੇ ਪਰਿਵਾਰ ਵਾਸਤੇ ਮੈਂ ਕਹਿ ਸਕਦਾ ਵੀ ਜੇ ਸਮਾਜ ਸੇਵਾ ਜਾਂ ਪੋਲੀਟਿਕਸ ਕਰਨੀ ਆ ਤੇ ਫਿਰ ਪਰਿਵਾਰ, ਫਿਰ ਮੈਂ ਕਹਿੰਦਾ ਮੋਦੀ ਬਿਲਕੁਲ ਸਹੀ ਆ, ਪਰਿਵਾਰ ਨੂੰ ਟਾਈਮ ਨਹੀਂ ਦਿੱਤਾ ਜਾਂਦਾ। ਇੱਥੋਂ ਤੱਕ ਕਿ ਕਈ ਵਾਰ ਕੋਈ ਸਲਾਹ ਬਣੀ ਹੁੰਦੀ ਆ ਵੀ ਅਸੀਂ ਫਲਾਣੇ ਥਾਂ 'ਤੇ ਜਾਣਾ ਆ, ਤੇ ਉਹ ਪਰਿਵਾਰ ਵਾਸਤੇ ਟਾਈਮ ਰੱਖਿਆ ਹੁੰਦਾ, ਪਰ ਇੱਧਰੋਂ ਐਮਰਜੈਂਸੀ ਕੋਈ ਪੈ ਜਾਏ ਤਾਂ ਫਿਰ ਉੱਧਰ ਨੂੰ ਨਿਕਲਣਾ ਪੈਂਦਾ। ਪਰਿਵਾਰ ਨੂੰ ਫਿਰ ਕਹਿਣਾ ਪੈਂਦਾ ਵੀ ਤੁਸੀਂ ਕੰਪਰੋਮਾਈਜ਼ ਕਰੋ। ਤੇ ਪਰਿਵਾਰ ਨੇ ਕਦੀ ਤੁਹਾਨੂੰ ਫਾਦਰ ਸਾਹਿਬ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਯਾਰ ਕਿਹੜੇ ਪੰਗਿਆਂ ਦੇ ਵਿੱਚ ਪੈ ਗਿਆ ਵਾ ਤੇ ਕਿਸ ਤਰੀਕੇ ਨਾਲ ਤੁਰ ਪਿਆ, ਤੂੰ ਤਾਂ ਘਰੇ ਟਾਈਮ ਨਹੀਂ ਟਿਕਦਾ ਹੀ ਨਹੀਂ, ਕਦੀ ਮਾਤਾ ਨਹੀਂ ਗੱਲਾਂ ਕੀਤੀਆਂ? ਕਹਿੰਦੇ ਵੀ ਨੇ, ਕਿਉਂਕਿ ਬਿਜ਼ਨਸ ਦਾ ਵੀ ਨੁਕਸਾਨ ਹੁੰਦਾ ਵੱਡੇ ਪੱਧਰ 'ਤੇ, ਪਰਿਵਾਰ ਨੂੰ ਟਾਈਮ ਨਹੀਂ ਦਿੱਤਾ ਜਾਂਦਾ। ਜਿੱਦਾਂ ਬੇਟਾ ਹੀ ਮੇਰਾ ਛੋਟਾ ਆ, ਜਦੋਂ ਦੇ ਸੰਘਰਸ਼ 'ਚ ਪਏ ਉਦੋਂ 1.5 ਸਾਲ ਦਾ ਸੀਗਾ, ਉਦੋਂ ਨੇ ਤੁਰਨਾ ਵੀ ਨਹੀਂ ਸੀ ਸਿੱਖਿਆ, ਹੁਣ ਸਕੂਲ ਵੀ ਜਾਣ ਲੱਗ ਗਿਆ, ਪਰ ਮੈਨੂੰ ਪਤਾ ਨਹੀਂ ਵੀ ਉਹ ਕਿਹੜੇ ਵੇਲੇ ਤੁਰਨਾ ਸਿੱਖ ਗਿਆ ਤੇ ਕਿਹੜੇ ਵੇਲੇ ਸਕੂਲ ਦੀ ਇੱਕ ਉਹ ਪਲੇਵੇ ਦਾ ਉਹ ਸਟੈਪ ਵੀ ਅੱਗੇ ਕਰ ਗਿਆ। ਸੋ ਇਹ ਗੱਲਾਂ ਆਉਂਦੀਆਂ ਨੇ ਸਾਹਮਣੇ, ਬੜੇ ਵੱਡੇ ਚੈਲੰਜਸ ਨੇ, ਪਰ ਜਿੱਦਾਂ ਦਾ ਸਾਡੇ ਅੰਦਰ ਜਨੂਨ ਆ, ਜਿਹੜੀ ਸੋਚ ਆ ਵੀ ਜੇ ਸਾਡੇ ਵਿੱਚ 1% ਵੀ ਕਿਤੇ ਪਾਵਰ ਇਦਾਂ ਦੀ ਹੈਗੀ ਜਾਂ ਕਿਤੇ ਇਦਾਂ ਦਾ ਹੈਗਾ ਵੀ ਆਪਾਂ ਆਪਣੇ ਲੋਕਾਂ ਵਾਸਤੇ ਕੁਝ ਕਰ ਸਕੀਏ, ਤੇ ਫਿਰ ਜੇ ਬਦਲਾਅ ਵਾਕਈ ਲੈ ਕੇ ਆਉਣਾ ਤੇ ਫਿਰ ਸਾਨੂੰ ਅੱਗੇ ਲੱਗਣਾ ਹੀ ਪੈਣਾ। ਤੇ ਪਰਿਵਾਰ ਵੱਲੋਂ ਫੁੱਲ ਸਪੋਰਟ ਕੀਤੀ ਗਈ, ਕਦੀ ਦਿੱਕਤ ਨਹੀਂ ਕ੍ਰੀਏਟ ਕੀਤੀ ਕਿ ਪੁੱਤ ਇੱਥੇ ਨਹੀਂ ਜਾਣਾ?
ਨਹੀਂ, ਕੋਈ ਇਦਾਂ ਦੀ ਨਹੀਂ। ਹਰ ਥਾਂ ਦੇ ਪਰਿਵਾਰ ਨਾਲ ਖੜਦਾ ਆ, ਔਰ ਤਾਂ ਹੀ ਦਿਨ ਰੋਜ਼ ਸਟੈਪ ਬਾਏ ਸਟੈਪ ਅੱਗੇ ਵਧਦੇ ਜਾ ਰਹੇ ਨੇ। ਨਹੀਂ ਤਾਂ ਬਾਕੀ ਲੀਡਰ ਦੇਖ ਲਓ, ਜੇ ਇਲੈਕਸ਼ਨ ਦੀ ਆਪਾਂ ਗੱਲ ਕਰੀਏ ਤੇ ਹੁਣ ਅਕਾਲੀ ਦਲ ਵਾਲੇ ਜਾਂ ਹੋਰ ਲੱਭਦੇ ਹੀ ਨਹੀਂ ਪਏ ਲੋਕਾਂ ਨੂੰ ਵੀ ਕਿੱਥੇ ਨੇ, ਤੇ ਅਸੀਂ ਫਿਰ ਲੋਕਾਂ ਦੇ ਵਿੱਚ ਹੀ ਹਾਂ, ਕਿਉਂਕਿ ਅਸੀਂ ਪੋਲੀਟਿਕਸ ਵਿੱਚੋਂ ਨਹੀਂ ਨਿਕਲੇ, ਔਰ ਨਾ ਹੀ ਇੱਕ ਪੋਲੀਟਿਕਸ ਟਾਰਗੇਟ ਆ। ਸਾਡਾ ਟਾਰਗੇਟ ਸੰਘਰਸ਼ ਹੈ, ਔਰ ਹੁਣ ਹੋਰ 5 ਸਾਲ ਸੰਘਰਸ਼ ਕਰਾਂਗੇ। ਪਹਿਲਾ ਸੰਘਰਸ਼ ਦੇ ਵਿੱਚ ਆਪਣੇ ਲੋਕਾਂ ਨੂੰ ਜਾਚ ਦੱਸਾਂਗੇ ਕਿ ਜਿਹੜੀ ਜਾਚ ਮੈਂ ਸਿੱਖੀ ਆ ਤੁਸੀਂ ਵੀ ਸਿੱਖੋ, ਜਿੱਦਾਂ ਬਾਕੀ ਇਹ ਜਿਹੜਾ ਹੈਗਾ ਆ ਪੋਲੀਟਿਕਸ ਦੇ ਵਿੱਚ ਦੇ ਨਾਲ ਨਾਲ ਚੱਲ ਰਿਹਾ। ਸਭ ਜਿਹੜਾ ਪ੍ਰਦੀਪ ਸਿੱਧੂ ਆ, ਕਿਸਾਨੀ ਅੰਦੋਲਨ ਦਾ ਬਹੁਤ ਵੱਡਾ ਚਿਹਰਾ ਰਿਹਾ। ਜਿਹੜੀ 26 ਤਰੀਕ ਦੀ ਕਾਲ ਸੀਗੀ, ਦੱਸਿਆ ਜਾਂਦਾ ਸੀਗਾ ਕਿ ਪਹਿਲਾਂ ਸਾਰੀ ਹਿੰਸਕ ਉਹਨੇ ਭੜਕਾਈ ਹੈ, ਹਨਾ। ਫਿਰ ਜਥੇਬੰਦੀਆਂ ਵੱਲੋਂ ਇਹ ਚੀਜ਼ 'ਤੇ ਬਿਆਨ ਆਉਂਦਾ ਪਿਆ ਕਿ ਹਾਂ ਜੀ ਇਹ ਸਾਰਾ ਕੰਮ ਹੀ ਇਹਦਾ ਵਾ, ਸਾਡੇ ਵੱਲੋਂ ਕੁਝ ਨਹੀਂ। ਜੀ ਦੇਖੋ, ਦੀਪ ਸਿੱਧੂ ਜੀ ਇੱਕ ਬਹੁਤ ਵੱਡਾ ਚਿਹਰਾ ਨੇ, ਕਿਉਂਕਿ ਉਸ ਤੋਂ ਸੰਘਰਸ਼ ਤੋਂ ਪਹਿਲਾਂ ਜਦੋਂ ਇਹ ਇੱਧਰ ਸੰਘਰਸ਼ ਵੱਲ ਆਏ ਨੇ, ਪੰਜਾਬ ਦੇ ਬਾਰੇ ਸੋਚਣ ਲੱਗੇ ਆ, ਉਸ ਤੋਂ ਪਹਿਲਾਂ ਵੀ ਇੱਕ ਵਧੀਆ ਵਕੀਲ ਰਹੇ ਨੇ, ਔਰ ਬੜੀ ਵਧੀਆ ਸਿਟੀ ਦੇ ਵਿੱਚ, ਮੁੰਬਈ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਕੀਤਾ, ਔਰ ਉੱਥੇ ਉਹਨਾਂ ਨੇ ਇੱਕ ਆਪਣੀ ਲਗਜ਼ਰੀ ਲਾਈਫ ਨੂੰ ਬਤੀਤ ਕਰ ਰਹੇ ਸੀ। ਪਰ ਉਹਨਾਂ ਨੇ ਯੂ ਟਰਨ ਲਿਆ, ਔਰ ਆਪਣੇ ਪੰਜਾਬ ਦਾ ਜਿਹੜੇ ਬੰਦੇ ਨੂੰ ਦਰਦ ਆ ਕੇ ਪੰਜਾਬ ਦੇ ਨਾਲ ਖੜਿਆ। ਜੇ 26 ਜਨਵਰੀ ਦੀ ਗੱਲ ਕਰਾਂ ਤੇ ਜੇ ਫਿਰ ਮੈਂ ਕਿਸੇ ਆਗੂ ਦੇ ਉੱਤੇ ਸਵਾਲ ਚੁੱਕਦੇ ਹਾਂ, ਤੇ ਫਿਰ ਉਹਦੇ ਵਿੱਚ ਬੜੀ ਵੱਡੀ ਕੰਟਰੋਵਰਸੀ ਸ਼ੁਰੂ ਹੋ ਜਾਂਦੀ। ਸਿਰਫ ਦੀਪ ਸਿੱਧੂ ਨੂੰ ਹੀ ਅਸੀਂ ਉੱਥੇ ਦੋਸ਼ੀ ਨਹੀਂ ਠਹਿਰਾ ਸਕਦੇ, ਤੇ ਫਿਰ ਜਿਹੜੇ ਇੰਨੇ ਲੱਖਾਂ ਲੋਕ, ਜਿਹੜਾ ਸਾਡੇ ਜਥੇਬੰਦੀਆਂ ਨੇ ਰਿੰਗ ਰੋਡ ਜਿਹੜਾ ਪਲਾਨ ਕੀਤਾ ਸੀਗਾ, ਉਹਦੇ ਉੱਤੇ ਕਿਉਂ ਨਹੀਂ ਉਹ ਲੈ ਕੇ ਖੜਨ ਵਿੱਚ ਸਫਲ ਹੋਏ? ਸਿਰਫ ਇੱਕ ਦੀਪ ਸਿੱਧੂ ਦੇ ਉੱਤੇ ਕਿਉਂ ਸਿਹਰਾ ਬਣ ਦਿੱਤਾ ਗਿਆ, ਜਦ ਕਿ ਉੱਥੇ ਸਹੀ ਦਿਸ਼ਾ ਦਿੱਤੀ ਜਾ ਸਕਦੀ ਸੀ ਜੇ ਸਾਡੇ ਆਗੂ ਆਪਣਾ ਸਟੈਂਡ ਲੈ ਜਾਂਦੇ, ਸਾਡੇ ਇੰਨੇ ਲੱਖਾਂ ਲੋਕ ਭੜਕ ਕੇ ਲਾਲ ਕਿਲੇ ਵੱਲ ਨੂੰ ਨਾ ਜਾਂਦੇ। ਜਿਹੜਾ ਰੋਡ ਮੈਪ ਸਹੀ ਕੀਤਾ ਗਿਆ ਸੀਗਾ ਉਧਰ ਨੂੰ ਵੀ ਜਾਂਦੇ। ਤੇ ਪਿੱਛੇ ਜਿਹੜਾ ਆਪਣੇ ਪੰਥਕ ਕੌਮ ਵੱਲੋਂ ਵੀ ਦੀਪ ਸਿੱਧੂ ਨੂੰ ਆਪਣੇ ਸ਼ਹੀਦੀ ਦਾ ਉਹਨੂੰ ਇੱਕ ਫਤਵਾ ਜਾਰੀ ਕੀਤਾ ਵਾ ਸ਼ਹੀਦ ਦਾ, ਤੇ ਬੜੇ ਲੋਕਾਂ ਦੇ ਵਿੱਚ ਵੀ ਇਹ ਰੋਸ ਪਾਇਆ ਗਿਆ ਕਿ ਇਹ ਬਲਕਿ ਜੇ ਹੈਗਾ ਆ ਤੁਹਾਡੇ ਲਈ ਸ਼ਹੀਦ ਹੈ, ਤਾਂ ਤੁਹਾਡੇ ਲਈ, ਸਾਡੇ ਲਈ ਕੁਝ ਨਹੀਂ, ਕਿ ਪੰਜਾਬ ਲਈ ਕੁਝ ਨਹੀਂ ਕੀਤਾ ਗਿਆ। ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਜੀ ਇਸ ਗੱਲ ਦੇ ਉੱਪਰ ਮੈਂ ਆਪਣਾ ਵਿਚਾਰ ਕੋਈ ਨਹੀਂ ਮੈਂ ਦਿਆਂਗਾ, ਕਿਉਂਕਿ ਇੱਕ ਪੰਥਕ ਗੱਲ ਆ, ਹਰੇਕ ਤਰ੍ਹਾਂ ਦੀ ਆਪਣੀ ਮੱਤ ਆ, ਵਿਚਾਰਧਾਰਾ ਆ। ਕੋਈ ਉਸ ਨੂੰ ਸ਼ਹੀਦ ਦੇ ਨਾਲ ਕਹਿੰਦਾ, ਕੋਈ ਉਹਦੇ ਉੱਤੇ ਉਂਗਲ ਵੀ ਚੁੱਕਦਾ, ਬੜੀਆਂ ਇੱਦਾਂ ਦੀਆਂ ਗੱਲਾਂ ਨੇ। ਪਰ ਇਹਦੇ ਉੱਪਰ ਮੈਂ ਕਹਾਂਗਾ ਵੀ ਅਕਾਲ ਤਖਤ ਦੇ ਉੱਪਰ ਇੱਕ ਪੰਥਕ ਬੈਠਕ ਹੋਣੀ ਚਾਹੀਦੀ ਹੈ, ਜਿਹਦੇ ਉੱਪਰ ਇਸ ਗੱਲ ਦੇ ਉੱਤੇ ਸਹੀ ਫੈਸਲਾ ਲਿਆ ਜਾਣਾ ਚਾਹੀਦਾ। ਅਜੇ ਫਿਲਹਾਲ ਸਾਰੇ ਆਪੋ ਆਪਣੀ ਮੱਤ ਦੇ ਨਾਲ ਆਪੋ ਆਪਣੀ ਵਿਚਾਰ ਨਾਲ ਗੱਲ ਕਰ ਰਹੇ ਆ, ਪਰ ਜੇ ਮੈਂ ਕੁਝ ਮੈਂ ਕਹਿ ਦਿਆਂ ਤਾਂ ਕਈਆਂ ਦੀ ਮੈਨੂੰ ਗੱਲ ਦਾ ਸਾਹਮਣਾ, ਉਂਗਲੀਆਂ ਵੀ ਮੇਰੇ ਤੇ ਵੀ ਕੋਈ ਉੱਠਣਗੀਆਂ, ਕੋਈ ਮੇਰੇ ਹੱਕ 'ਚ ਵੀ ਆਉਣਗੇ। ਇਸ ਕਰਕੇ ਮੈਂ ਕਹਿੰਦਾ ਕਿ ਜਿੰਨਾ ਇਸ ਗੱਲ ਦੇ ਉੱਤੇ ਸੰਕੋਚ ਕੀਤਾ ਜਾਵੇ, ਇਹਦੇ ਉੱਤੇ ਵਾਕਈ ਜੋ ਮਰਿਆਦਾ ਬਣਦੀ ਆ ਉੱਥੇ ਇਹਦੇ ਉਹਦਾ ਫੈਸਲਾ ਹੋਵੇ, ਤੇ ਉੱਥੇ ਹੀ ਉਹਨਾਂ ਨੂੰ ਕੋਈ ਜੋ ਵੀ ਐਲਾਨ ਕੀਤਾ ਜਾਂਦਾ ਉਹਦੇ ਦੇ ਅਸੀਂ ਸਹਿਮਤ। ਤੇ ਬੈਂਸ ਸਾਹਿਬ, ਜਦੋਂ ਤੁਸੀਂ ਫਿਰ ਮੋਰਚੇ ਦੇ ਵਿੱਚ ਜਦੋਂ ਤੁਸੀਂ ਸ਼ਮੂਲੀਅਤ ਉੱਥੇ ਕੀਤੀ ਆ, ਹੈ ਨਾ, ਫਿਰ ਉਸ ਤੋਂ ਬਾਅਦ ਦੇ ਤੁਹਾਡੇ ਕੀ ਆਪਣੇ ਐਕਸਪੀਰੀਅੰਸ ਰਿਹਾ ਤੁਹਾਡਾ ਉੱਥੇ ਦਾ, ਜਿਹੜਾ ਸਿੰਘੂ ਬਾਰਡਰ ਦਾ ਪੂਰਾ ਸੀ? ਜੀ ਜਦੋਂ ਆਪਾਂ ਮੋਰਚੇ ਦੇ ਵਿੱਚ ਗਏ ਆ, ਔਰ ਉੱਥੇ ਜਾ ਕੇ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਸੰਗਤ ਦੇ ਰਹਿਣ ਵਾਸਤੇ ਕਾਫੀ ਜ਼ਿਆਦਾ ਪ੍ਰੋਬਲਮ ਆ, ਤੇ ਫਿਰ ਆਪਣੇ ਜਿਹੜਾ ਸਾਡਾ ਕਾਰੋਬਾਰ ਆ ਉਹਦੇ ਨਾਲ ਹੀ ਸੰਬੰਧਿਤ ਆਪਾਂ ਕੋਸ਼ਿਸ਼ ਕੀਤੀ ਆਪਣੇ ਇੱਥੇ ਗੁਰਦਾਸਪੁਰ ਵੱਲੋਂ ਕਿ ਕਿਉਂ ਨਾ ਆਪਾਂ ਉੱਥੇ ਟੈਂਟ ਦਾ ਰਹਿਣ ਬਸੇਰਾ ਬਣਾਈਏ। ਔਰ ਆਪਾਂ ਤਕਰੀਬਨ 4 ਦਸੰਬਰ ਨੂੰ ਇੱਥੇ ਸਾਰੇ ਹੀ ਵੀਰਾਂ ਭਰਾਵਾਂ ਦੇ ਸਹਿਯੋਗ ਦੇ ਨਾਲ ਟੈਂਟ ਅਸੀਂ ਆਪਣਾ ਲੈ ਗਏ, ਗੱਦੇ ਪਰਚੇਸ ਕਰਕੇ, ਜੇ ਉਹ ਕਰਕੇ ਘਰ ਰਹਿਣ ਬਸੇਰਾ ਬਣਾਤਾ। ਪਰ ਜਿੱਦਾਂ ਮੋਰਚਾ ਲੰਬਾ ਹੁੰਦਾ ਗਿਆ, ਹੌਲੀ ਹੌਲੀ ਫਿਰ ਉਹ ਪੱਕਾ ਰਹਿਣ ਬਸੇਰਾ ਬਣ ਗਿਆ, ਉੱਥੇ ਸ਼ੈੱਡ ਪਾ ਦਿੱਤੀ ਗਈ। ਸਾਰੇ ਹੀ ਭਰਾਵਾਂ ਨੇ ਇੰਨਾ ਕੁ ਸਹਿਯੋਗ ਦਿੱਤਾ, ਔਰ ਐਕਸਪੀਰੀਅੰਸ ਉੱਥੋਂ ਦਾ ਇਹ ਰਿਹਾ ਕਿ ਹੁਣ ਅੱਗੇ ਕਿੰਨਾ ਵੀ ਵੱਡਾ ਕੋਈ ਮੋਰਚਾ ਆ ਜੇ, ਅਸੀਂ ਉਹਨੂੰ ਸਾਂਭ ਸਕਦੇ ਹਾਂ, ਅਗਵਾਈ ਕਰ ਸਕਦੇ ਹਾਂ, ਕਿਉਂਕਿ ਜਿੰਨੇ ਵੀ ਸਾਡੇ ਉੱਥੇ ਸਤਿਕਾਰਯੋਗ ਆਗੂ ਨੇ, ਚਾਹੇ ਉਹ ਹਰਿਆਣੇ ਦੇ ਹੋਣ, ਚਾਹੇ ਉਹ ਪੰਜਾਬ ਦੇ ਹੋਣ, ਉਹਨਾਂ ਦੀ ਨਾਲ ਬੈਠਣਾ, ਉਹਨਾਂ ਨਾਲ ਗੱਲਾਂ ਕਰਨੀਆਂ, ਮੋਰਚੇ ਦੇ ਬਾਰੇ ਉਹਨਾਂ ਦੇ ਨਾਲ ਬਹਿ ਕੇ ਸਲਾਹ ਕਰਨੀ, ਉਹਨਾਂ ਦੇ ਸਾਨੂੰ ਸਿਖਾਇਆ ਵੀ ਆਪਾਂ ਇਸ ਕਦਮ ਨੂੰ ਇੱਦਾਂ ਪੁੱਟ ਕੇ ਇਹਦਾ ਨੁਕਸਾਨ ਹੋ ਸਕਦਾ, ਇਹਦਾ ਫਾਇਦਾ ਹੋ ਸਕਦਾ, ਅਤੇ ਕਿੱਦਾਂ ਆਪਾਂ ਹਰ ਗੱਲ ਨੂੰ ਸਿਰੇ ਚਾੜਨਾ, ਔਰ ਹਰੇਕ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਡਾ ਰਿਜ਼ਲਟ ਵੱਧ ਤੋਂ ਵੱਧ ਆਵੇ, ਨੁਕਸਾਨ ਘੱਟ ਹੋਵੇ। ਅਤੇ ਆਪਣੇ ਜਦੋਂ ਕਿਸਾਨੀ ਅੰਦੋਲਨ ਦਾ ਪੂਰਾ ਮਤਲਬ ਕਿ ਮਾਹੌਲ ਭਖਿਆ ਸੀਗਾ, ਹੈ ਨਾ,
3 ਕਾਲੇ ਕਾਨੂੰਨ ਜਿਹੜੇ ਥੋਪੇ ਸੀਗੇ ਸਰਕਾਰ, ਕੇਂਦਰ ਸਰਕਾਰ ਨੇ ਹਨ, ਉਹਦੀ ਹਰ ਇੱਕ ਹਮਾਇਤ ਕਰਨ ਲੱਗ ਪਿਆ ਸੀਗਾ ਮੋਰਚੇ ਦੀ, ਕਿ ਆਪਾਂ ਮੋਰਚੇ 'ਤੇ ਜਾਣ ਵਾਲੇ ਚਾਹਵਾਨ ਹੋ ਗਏ ਸੀਗੇ। ਹਾਲਾਂਕਿ ਆਪਾਂ ਵੀ ਉੱਥੇ ਵਿਜ਼ਿਟ ਕੀਤਾ ਸੀਗਾ ਮੋਰਚੇ ਦੇ ਉੱਤੇ, ਅਤੇ ਉਸ ਮੋਰਚੇ ਨੂੰ ਜਿਹੜੀ ਇੰਨੀ ਸਟਰੈਂਥ ਸੀਗੀ ਉੱਥੇ ਮੋਰਚੇ ਦੀ, ਹੈ ਨਾ, ਬਹੁਤ ਸਾਰੇ ਐਕਟਰ ਵੀ ਉੱਥੇ ਜਾ ਕੇ ਵਿਜ਼ਿਟ ਕੀਤਾ, ਸਾਰਿਆਂ ਨੇ ਉੱਥੇ ਹਰ ਇੱਕ ਬੰਦੇ ਨੇ ਆਪਣਾ ਯੋਗਦਾਨ ਦਿੱਤਾ ਹੈ ਨਾ। ਫਿਰ ਜਦੋਂ ਇਲੈਕਸ਼ਨ ਦੀ ਗੱਲ ਆਈ ਆ, ਇਲੈਕਸ਼ਨ ਟਾਈਮ ਦੀ ਗੱਲ ਆਈ ਆ, ਉਹ ਇਲੈਕਸ਼ਨ ਦੇ ਕਰਕੇ ਆਪਣੇ ਬਲਬੀਰ ਸਿੰਘ ਰਾਜੇਵਾਲ ਸਾਹਿਬ ਉਹਨਾਂ ਨੇ ਜਿਹੜਾ ਐਲਾਨ ਕੀਤਾ ਕਿ ਆਪਾਂ ਇਲੈਕਸ਼ਨ ਲੜਨੀ ਆ, ਕੀ ਤੁਸੀਂ ਉਹਨੂੰ ਆਪਣੇ ਸਹੀ ਸਮਝਦੇ ਸੀਗੇ ਕਿ ਜਾਂ ਗਲਤ ਸਮਝਦੇ? ਕਿਉਂਕਿ ਆਮ ਲੋਕ ਜਿਹੜੇ ਸੀਗੇ ਉੱਥੇ ਗਏ, ਦੁਕਾਨਦਾਰ ਹੋ ਗਏ ਜਾਂ ਹੋਰ ਆਮ ਵਰਗ ਜਿਹੜਾ ਲੋਕ ਸੀਗਾ ਉੱਥੇ, ਲੋਕੀ ਸਪੋਰਟ ਕਰਨ ਵਾਸਤੇ ਗਏ ਸੀਗੇ ਕਿਸਾਨੀ ਅੰਦੋਲਨ ਨੂੰ, ਕਿ ਉਹਨਾਂ ਨੇ ਆਪਦੀ ਸਟਰੈਂਥ ਘਟਾ ਦਿੱਤੀ ਸੀਗੀ, ਅਤੇ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਜੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਦੇ ਬਾਰੇ ਐਕਸਪਲੇਨ ਕਰਾਂ, ਤੇ ਜਦੋਂ ਮੋਰਚਾ ਇਹ ਚੱਲਿਆ, ਜੇਕਰ ਸਾਨੂੰ ਸ਼ੰਭੂ ਬਾਰਡਰ ਦੇ ਉੱਤੇ ਨਾ ਰੋਕਦੇ, ਉੱਥੇ ਸਾਡੀ ਪੁਲਿਸ ਦੇ ਨਾਲ ਡਾਂਗਾਂ ਸੋਟਾਂ ਨਾ ਚਲਾਉਂਦੇ, ਅਤੇ ਇੰਨਾ ਸਾਡੇ ਵਿੱਚ ਜੋਸ਼ ਨਾ ਆਉਂਦਾ, ਅਸੀਂ ਰੋਕਾਂ ਤੋੜ ਕੇ ਨਾ ਜਾਂਦੇ, ਹੋ ਸਕਦਾ ਮੋਰਚਾ ਇਹਨੇ ਪੀਕ 'ਤੇ ਨਾ ਜਾਂਦਾ। ਔਰ ਜਿਸ ਤਰ੍ਹਾਂ ਨੌਜਵਾਨਾਂ ਨੇ ਉੱਥੇ ਬੈਰੀਕੇਡ ਤੋੜੇ, ਜੋਸ਼ ਆਇਆ, ਵੱਡੀ ਗਿਣਤੀ ਦੇ ਵਿੱਚ ਇੱਕ ਵਰਲਡ ਲੈਵਲ ਤੱਕ ਗੱਲਾਂ ਗਈਆਂ ਵੀ ਆਹ ਕੁਛ ਕੀਤਾ ਪ੍ਰਸ਼ਾਸਨ ਨੇ, ਅੱਗੇ ਕਿੱਦਾਂ ਕਿਸਾਨਾਂ ਨੇ ਉਹਦਾ ਟਾਕਰਾ ਕੀਤਾ। ਉਸ ਤੋਂ ਬਾਅਦ ਜਦੋਂ ਉੱਥੇ ਜਾ ਕੇ ਬੈਠੇ ਆ, 26 ਜਨਵਰੀ ਦੀ ਕਾਲ ਆਈ, ਨੌਜਵਾਨਾਂ ਨੇ ਆਪਣਾ ਵੱਡਾ ਰੋਲ ਪਲੇ ਕੀਤਾ, ਉਹਨਾਂ ਨੇ ਜੋਸ਼ ਵਿਖਾਇਆ, ਹਰੇਕ ਕਿਸੇ ਨੂੰ ਜਾਗਰੂਕ ਕਰਕੇ ਵੱਖ-ਵੱਖ ਚੌਂਕਾਂ ਦੇ ਵਿੱਚ ਤਖਤੀਆਂ ਲੈ ਕੇ ਖੜੇ ਵੀ ਇੱਦਾਂ ਆਪਾਂ ਨੂੰ ਹਰੇਕ ਚੀਜ਼ ਨੂੰ, ਹਰੇਕ ਆਮ ਬੰਦੇ ਨੂੰ ਮੋਟੀਵੇਟ ਕੀਤਾ। ਚੰਡੀਗੜ੍ਹ ਸ਼ਹਿਰ ਵਰਗਿਆਂ ਦੇ ਵਿੱਚ ਉੱਥੇ ਮੋਰਚਾ ਪੀਕ ਲੈਵਲ 'ਤੇ ਗਿਆ। ਬਟ ਜਦੋਂ ਅਸੀਂ ਮੋਰਚੇ 'ਚ ਬੈਠੇ ਸੀ, ਉੱਥੇ ਬੜੀਆਂ ਗੱਲਾਂ ਇੱਦਾਂ ਦੀਆਂ ਆਉਂਦੀਆਂ ਸੀ ਵੀ ਆਪਾਂ ਨਾ ਤਾਂ ਅਕਾਲੀ ਦਲ ਨੂੰ ਵੋਟ ਪਾਣੀ ਔਰ ਨਾ ਹੀ ਕਾਂਗਰਸ ਨੂੰ ਵੋਟ ਪਾਣੀ, ਕਿਉਂਕਿ ਅੱਜ ਇਹਨਾਂ ਲੀਡਰਾਂ ਦੇ ਗਲਤ ਫੈਸਲਿਆਂ ਕਰਕੇ ਅਸੀਂ ਸੜਕਾਂ 'ਤੇ ਬੈਠੇ ਹਾਂ। ਔਰ ਫਿਰ ਉਦੋਂ ਧਿਆਨ ਆਉਂਦਾ ਸੀ ਵੀ ਹੁਣ ਵੋਟ ਪਾਣੀ ਆ, ਅਤੇ ਪਾਣੀ ਕਿਹਨੂੰ ਆ? ਬਦਲਾਅ ਲੈ ਕੇ ਆਉਣਾ। ਕਿਉਂਕਿ ਜੇ ਅਸੀਂ ਮੋਰਚਾ ਲੜ ਸਕਦੇ ਹਾਂ, ਅਗਵਾਈ ਕਰ ਸਕਦੇ ਹਾਂ, ਸਰਕਾਰ ਇੰਨੀਆਂ ਵੱਡੀਆਂ ਏਜੰਸੀਆਂ, ਇੰਨੀਆਂ ਉਹਨਾਂ ਕੋਲ ਫੋਰਸਿਸ, ਉਹ ਮੋਰਚੇ ਨੂੰ ਤੋੜ ਨਹੀਂ ਸਕੀਆਂ। ਅਸੀਂ ਇੱਕ ਡਿਸਿਪਲਿਨ ਦੇ ਵਿੱਚ ਜੋਸ਼ ਦੇ ਨਾਲ ਏਕੇ ਦੇ ਨਾਲ ਬੈਠੇ ਹਾਂ। ਜੇ ਅਸੀਂ ਇਸੇ ਏਕੇ 'ਚ ਰਹਿ ਕੇ ਜਾ ਕੇ ਪੰਜਾਬ ਇਲੈਕਸ਼ਨ ਲੜੀਏ, ਅਤੇ ਅਸੀਂ ਫਿਰ ਕਿਉਂ ਨਾ ਉਸ ਕਲਮ ਨੂੰ ਆਪਣੇ ਹੱਥ ਵਿੱਚ ਲੈ ਕੇ ਆਈਏ ਜਿੱਥੇ ਇਹ ਕਾਨੂੰਨ ਇੱਦਾਂ ਦੇ ਬਣਦੇ ਆ, ਲੋਕ ਮਾਰੂ ਨੀਤੀਆਂ ਬਣਦੀਆਂ ਨੇ, ਜਿਹੜੇ ਇਹ ਇੱਦਾਂ ਦੇ ਰੂਲ ਪਾਸ ਕਰਦੇ ਆ। ਅਤੇ ਸਾਡੇ ਵਿੱਚ ਉਹ ਸਿਆਣਪ ਵੀ ਹੈਗੀ ਆ, ਸਾਡੇ 'ਚੋਂ ਆਗੂ ਵੀ ਹੈਗੇ ਨੇ, ਨੌਜਵਾਨਾਂ ਦੇ ਵਿੱਚ ਇੰਨੇ ਕੁ ਪੜ੍ਹ ਲਿਖ ਗਏ ਨੇ, ਇੰਨੇ ਕੁ ਕਾਬਿਲ ਹੈਗੇ ਨੇ ਵੀ ਉਹ ਆਪਣੀ ਸਟੇਟ ਦੀ ਸਰਕਾਰ ਨੂੰ ਚਲਾ ਸਕਦੇ ਆ। ਫਿਰ ਇਹ ਫੈਸਲਾ ਲੈ ਗਿਆ ਸੀ ਵੀ ਹਾਂ, ਅਸੀਂ ਆਪਣੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਜਾ ਕੇ ਪਾਰਟੀਸਪੇਟ ਕਰਾਂਗੇ। ਅਤੇ ਉੱਥੇ ਅਜੇ ਕਮੇਟੀ, ਅਜੇ MSP 'ਤੇ ਕਮੇਟੀ ਕੁਝ ਅਜੇ ਗਠਨ ਹੋਇਆ ਨਹੀਂ ਸੀਗਾ ਜਦੋਂ ਬਲਬੀਰ ਸਿੰਘ ਰਾਜੇਵਾਲ ਨੇ ਇਸ ਚੀਜ਼ ਦੀ ਕਾਲ ਦਿੱਤੀ ਕਿ ਆਪਾਂ ਮੋਰਚਾ ਇੱਥੋਂ ਖਤਮ ਕਰਾਂਗੇ, ਅਤੇ ਅਜੇ ਤੱਕ MSP 'ਤੇ ਕਮੇਟੀ ਨਹੀਂ ਬਣੀ। ਕਈ ਕਿਸਾਨਾਂ ਦਾ ਇਹ ਚੀਜ਼ ਦਾ ਦਾਅਵਾ ਸੀਗਾ ਕਿ ਅਜੇ MSP 'ਤੇ ਕਮੇਟੀ ਬਣੀ ਨਹੀਂ ਆ, ਅਤੇ ਇਲੈਕਸ਼ਨ ਬਾਰੇ ਕਿੱਦਾਂ ਸੋਚ ਲਿਆ, ਕਿ ਬਹੁਤ ਸਾਰੇ ਸਵਾਲ ਸੀਗੇ ਅਤੇ ਉਠਾਏ ਵੀ ਗਏ ਸੀਗੇ ਤੁਹਾਡੇ 'ਤੇ ਕਿ ਇਹ ਚੀਜ਼ ਇਲੈਕਸ਼ਨ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ, ਇਲੈਕਸ਼ਨ ਦਾ ਬਾਈਕਾਟ ਕਰਨਾ ਚਾਹੀਦਾ। ਹਾਲੇ ਬਹੁਤ ਸਾਰੀ ਜਥੇਬੰਦੀਆਂ ਨੇ ਬਾਈਕਾਟ ਵੀ ਕੀਤਾ ਹੈ। ਅਤੇ ਤੁਹਾਡੀ ਪਾਰਟੀ ਵੱਲੋਂ ਜਿਹੜੀ ਇਲੈਕਸ਼ਨ ਲੜੀ ਗਈ ਸੀਗੀ, ਉਹ ਮਕਸਦ ਕੀ ਸੀਗਾ? ਜਦੋਂ ਕਿ ਆਮ ਜਨਤਾ ਦਾ ਵਰਗ ਇੱਕ ਬਿਆਨ ਸੀਗਾ ਕਿ ਇਹ ਇਲੈਕਸ਼ਨ ਨਹੀਂ ਲੜਨੀ ਚਾਹੀਦੀ। ਜੀ ਇਹ ਦੇਖੋ, ਜਦੋਂ ਆ ਕਮੇਟੀ ਜਿਹੜੀ ਸੀਗੀਆਂ, ਪਹਿਲਾਂ ਤਾਂ ਸਾਰੀਆਂ ਮੰਗਾਂ ਮੰਨ ਗਈ ਸੀ ਸੈਂਟਰ ਸਰਕਾਰ ਵੀ ਆਪਾਂ MSP ਦੇ ਉੱਤੇ ਵੀ ਕਮੇਟੀ ਬਣਾਵਾਂਗੇ, 3 ਤੋਂ 4 ਮਹੀਨੇ ਦੇ ਵਿੱਚ ਉਹਦਾ ਫੈਸਲਾ ਲੈ ਕੇ ਆਵਾਂਗੇ, ਪਰਚੇ ਵੀ ਜਿਹੜੇ ਹੋਏ ਨੇ ਉਹ ਵੀ ਰੱਦ ਕਰਾਂਗੇ, ਹੋਰ ਵੀ ਇੱਦਾਂ ਦੇ ਕਈ ਵਾਅਦੇ ਸੈਂਟਰ ਸਰਕਾਰ ਨੇ ਕੀਤੀ ਸੀ। ਪਰ ਇਹ ਸਰਕਾਰਾਂ ਦੇ ਵਾਅਦੇ ਫਿਰ ਉਹ ਲਾਰਿਆਂ ਦੇ ਵਿੱਚ ਸਾਬਤ ਹੋ ਗਏ ਵੀ ਅਸੀਂ ਵਿਸ਼ਵਾਸ ਕਰਕੇ ਇਹਨਾਂ ਦੇ ਵਾਅਦਿਆਂ ਦੇ ਉੱਤੇ ਉੱਠ ਆਏ। ਪਰ ਜਿਹੜੀ ਇਲੈਕਸ਼ਨ ਲੜਨ ਦੀ ਗੱਲ ਸੀਗੀ, ਉੱਥੋਂ ਤੱਕ ਤੇ ਸਾਰੀਆਂ ਜਥੇਬੰਦੀਆਂ ਸਹਿਮਤ ਸੀ ਵੀ ਮੋਰਚਾ ਲੜਨ ਤੋਂ ਬਾਅਦ, ਇਹਦੇ ਬਾਰੇ ਆ ਕੇ ਖ਼ਤਮ ਹੋਣ ਤੋਂ ਬਾਅਦ ਆ ਕੇ ਇਹਦੇ 'ਤੇ ਫੈਸਲਾ ਕਰਾਂਗੇ, ਕਮੇਟੀ ਫੈਸਲਾ ਲਊਗੀ ਵੀ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਸਾਰਿਆਂ ਨੇ ਕਰਨਾ ਕਿ ਨਹੀਂ ਕਰਨਾ। ਉੱਥੇ ਫਿਰ ਕਿਤੇ ਨਾ ਕਿਤੇ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ ਆਪਸ ਦੇ ਵਿੱਚ ਪਾਟਦੀਆਂ ਨਜ਼ਰ ਆਈਆਂ। ਕੁਝ ਜਥੇਬੰਦੀਆਂ ਨੇ ਕਹਿ ਦਿੱਤਾ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ, ਕੁਝ ਨੇ ਕਹਿ ਦਿੱਤਾ ਵੀ ਅਸੀਂ ਇਲੈਕਸ਼ਨ ਲੜਨੀ ਆ, ਕਿਉਂਕਿ ਲੋਕ ਬਦਲਾਅ ਚਾਹੁੰਦੇ ਸੀ। ਅਤੇ ਬਦਲਾਅ ਫਿਰ ਕਿਉਂ ਨਹੀਂ, ਉਹ ਕਿਸਾਨ ਆਗੂ ਉਸ ਪੋਜੀਸ਼ਨ ਦੇ ਵਿੱਚ ਜਾਂ MLA ਬਣ ਕੇ ਕਿਉਂ ਨਹੀਂ ਵਿਧਾਨ ਸਭਾ 'ਚ ਜਾ ਸਕਦੇ? ਕੁਝ ਸਾਡੇ ਆਗੂਆਂ ਦੀ ਇਹ ਵੀ ਇੱਕ ਦੇਖਦੇ ਸੀਗੇ ਵੀ ਸਾਡੇ ਜਿਹੜੇ ਆਗੂ ਹੈਗੇ ਆ ਉਹ ਵੀ ਹੁਣ ਜਿੱਤ ਕੇ ਜਾਣ। ਉੱਥੋਂ ਆ ਕੇ ਮੈਂ ਫਿਰ ਦੁਹਰਾਨਾ ਕਿ ਆ ਕੇ ਦੋ ਰਾਏ ਹੋ ਗਈਆਂ, ਸਾਡੀਆਂ ਜਥੇਬੰਦੀਆਂ ਕੁਝ ਅਲੱਗ ਹੋ ਗਈਆਂ, ਕੁਝ ਇਲੈਕਸ਼ਨ ਵਾਲੇ ਪਾਸੇ ਚੱਲ ਗਈਆਂ। ਪਰ ਮੈਂ ਕਹਾਂਗਾ ਵੀ ਲੋਕ ਵੀ ਚਾਹੁੰਦੇ ਸੀ ਬਦਲਾਅ ਆਵੇ, ਹਰੇਕ ਕਿਸੇ ਦਾ ਆਪੋ ਆਪਣੀ ਸੋਚ ਆ। ਪਰ ਜੇ ਅਸੀਂ ਲੋਕਾਂ ਨੂੰ ਸਹੀ ਗੱਲ ਲੋਕਾਂ ਦੇ ਵਿੱਚ ਲੈ ਕੇ ਆਉਂਦੇ, ਇਕੱਠੇ ਹੋ ਕੇ ਰਹਿੰਦੇ, ਇਲੈਕਸ਼ਨ ਲੜਦੇ ਅਤੇ ਉਹਦੇ ਉੱਤੇ ਪੂਰਾ ਆਪਣਾ ਜ਼ੋਰ ਲਾਉਂਦੇ ਲੋਕਾਂ ਨੂੰ। ਜਦੋਂ ਅਸੀਂ ਵੀ ਆ ਪਿੰਡਾਂ ਦੇ ਵਿੱਚ ਜਾਂਦੇ ਸੀ ਨਾ ਇਲੈਕਸ਼ਨ ਲੜਨ ਤੋਂ ਪਹਿਲਾਂ, ਕਿਉਂਕਿ ਮੈਂ ਵੀ ਇਲੈਕਸ਼ਨ ਲੜੀ ਆ,
ਜਦੋਂ ਮੈਂ ਪਿੰਡਾਂ ਵਿੱਚ ਜਾਂਦਾ ਸੀ ਨਾ ਤੇ ਸਾਰੇ ਦੇ ਸਾਰੇ ਇੱਕ ਗੁਰਦੁਆਰਾ ਸਾਹਿਬ ਆਵਾਜ਼ ਦਿੰਦੇ ਸੀ ਔਰ ਸਾਰੇ ਹੀ ਆ ਕੇ ਵਰਗ ਉੱਥੇ ਬੈਠ ਜਾਂਦੇ ਸੀ ਵੀ ਕਿਸਾਨ ਪਾਰਟੀ ਦੇ ਆਗੂ ਆਏ ਨੇ, ਅਸੀਂ ਉਹਨਾਂ ਦੀ ਗੱਲ ਸੁਣਨੀ ਆ। ਪਰ ਹੁਣ ਨਜ਼ਰੀਆ ਥੋੜ੍ਹਾ ਜਿਹਾ ਅਲੱਗ ਹੋ ਗਿਆ। ਹੁਣ ਉਹ ਸਾਨੂੰ ਵੀ ਇੱਕ ਪੋਲੀਟੀਕਲ ਨੁਮਾਇੰਦੇ ਵਜੋਂ ਦੇਖਣ ਲੱਗ ਗਏ ਆ। ਪਰ ਅਸੀਂ ਆਪਣੇ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਵੋਟਾਂ ਸਾਡੇ ਵਾਸਤੇ ਪਹਿਲ ਨਹੀਂ ਹੈਗੀ, ਵੋਟਾਂ ਸਾਡੇ ਵਾਸਤੇ ਮੁੱਖ ਨਹੀਂ ਹੈਗੀਆਂ। ਸਾਡੇ ਵਾਸਤੇ ਸੰਘਰਸ਼ ਪਹਿਲਾਂ ਹੀ ਆ। ਅਸੀਂ ਜਿੱਥੇ ਵੀ ਕਿਤੇ ਤਰਜੀਹ ਦੇਣੀ ਪਈ ਤਾਂ ਸਭ ਤੋਂ ਪਹਿਲਾਂ ਸੰਘਰਸ਼ ਨੂੰ ਦਿਆਂਗੇ, ਨਾ ਕਿ ਵੋਟਾਂ ਨੂੰ ਅੱਗੇ ਰੱਖ ਕੇ ਤੇ ਆਪਣੇ ਲੋਕਾਂ ਦੀ ਆਵਾਜ਼ ਨੂੰ ਚੁੱਕਣਾ ਛੱਡ ਦੇਵਾਂਗੇ। ਤੇ ਉੱਥੇ ਜੇ ਇਹ ਗੱਲ ਪਹਿਲਾਂ ਹੋ ਜਾਂਦੀ ਕਿ ਆਪਾਂ ਇਲੈਕਸ਼ਨ ਨਹੀਂ ਲੜਨੀ ਹੈ ਨਾ, ਕਈ ਜਥੇਬੰਦੀਆਂ ਵੱਲੋਂ ਇਲੈਕਸ਼ਨ ਲੜੀ ਗਈ ਹੈ ਤੇ ਕਈ ਜਥੇਬੰਦੀਆਂ ਵੱਲੋਂ ਬਾਈਕਾਟ ਵੀ ਕੀਤਾ ਗਿਆ ਇਲੈਕਸ਼ਨ ਦਾ, ਹੈ ਨਾ। ਤੇ ਕੀ ਇਲੈਕਸ਼ਨ ਜਦੋਂ ਹੋਈ ਆ ਤੁਹਾਡੇ ਆਪਣੇ ਕਿਸ ਪਾਰਟੀ ਦੇ ਉੱਤੋਂ ਹੋਈ ਹੈ, ਪਹਿਲਾਂ ਤਾਂ ਇਹ ਜਾਣੂ ਕਰਾ ਦਈਏ, ਹੈ ਨਾ, ਕਿਸ ਪਾਰਟੀ ਵੱਲੋਂ ਤੁਸੀਂ ਇਲੈਕਸ਼ਨ ਲੜੀ ਸੀਗੀ, ਪਹਿਲਾਂ ਤਾਂ ਇਹ ਜਥੇਬੰਦੀ ਵੱਲੋਂ ਆਪਾਂ ਜਾਣੂ ਕਰਾ ਦਈਏ, ਫਿਰ ਆਪਾਂ ਤੁਹਾਨੂੰ ਅਗਲਾ ਸਵਾਲ ਪੁੱਛਾਂ। ਮੈਂ ਇਲੈਕਸ਼ਨ ਲੜੀ ਆ ਜੋ ਗੁਰਨਾਮ ਸਿੰਘ ਚੜੂਨੀ ਜੀ ਨੇ ਪਾਰਟੀ ਬਣਾਈ ਸੀਗੀ, ਸੰਯੁਕਤ ਸੰਘਰਸ਼ ਪਾਰਟੀ, ਕਿਉਂਕਿ ਮੋਰਚੇ ਦੇ ਵਿੱਚ ਵੀ ਗੁਰਨਾਮ ਸਿੰਘ ਚੜੂਨੀ ਜੀ ਦੀ ਅਗਵਾਈ ਦੇ ਵਿੱਚ ਹੀ ਅਸੀਂ ਮੋਰਚੇ ਨੂੰ ਅੱਗੇ ਤੱਕ ਲੈ ਕੇ ਗਏ ਹਾਂ। ਉਸ ਤੋਂ ਪਹਿਲਾਂ ਪੰਜਾਬ ਦੀ ਜਥੇਬੰਦੀਆਂ ਦੇ ਨਾਲ ਵੀ ਆਪਾਂ ਵੱਡਾ ਉਹਨਾਂ ਦਾ ਸਾਥ ਦਿੱਤਾ, ਪਰ ਕੁਝ ਸਾਡੀਆਂ ਨਾਰਾਜ਼ਗੀਆਂ ਆਪਣੇ ਆਗੂਆਂ ਦੇ ਨਾਲ ਹੋ ਗਈਆਂ ਸੀ। ਕੁਝ ਉਹਨਾਂ ਦੇ ਗਲਤ ਫੈਸਲੇ ਸਾਡੇ ਹਿਸਾਬ ਨਾਲ ਲੱਗ ਸਕਦੇ ਵੀ ਉਹਨਾਂ ਨੇ ਸਾਡੇ ਲਈ ਗਲਤ ਫੈਸਲੇ ਲਏ ਆ। ਕੋਈ ਇੱਦਾਂ ਦੇ ਅਸੀਂ ਪ੍ਰੋਗਰਾਮ ਵੀ ਰੱਖੇ ਸੀ, ਆਪਾਂ ਇੱਦਾਂ ਦਾ ਸਟੈਂਡ ਵੀ ਲਿਆ ਸੀ ਜਿੱਥੇ ਸਾਡੇ ਆਗੂਆਂ ਨੇ ਸਾਡੇ ਪਿੱਛੇ ਸਟੈਂਡ ਨਹੀਂ ਲਿਆ, ਔਰ ਉੱਥੇ ਗੁਰਨਾਮ ਸਿੰਘ ਚੜੂਨੀ ਜੀ ਨੇ ਸਾਡੇ ਨਾਲ ਸਟੈਂਡ ਲਿਆ ਸੀਗਾ। ਇਹ ਗੱਲ ਮੈਂ ਕਹਿ ਸਕਦਾ ਖੁੱਲ੍ਹ ਕੇ, ਬੇਬਾਕ ਹੋ ਕੇ ਬੋਲ ਸਕਦਾ। ਜੇ ਕਿਤੇ ਕੋਈ ਆਗੂ ਮੈਨੂੰ ਸਵਾਲ ਪੁੱਛੇ ਮੈਂ ਉਹਦਾ ਜਵਾਬ ਵੀ ਦੇਣ ਨੂੰ ਤਿਆਰ ਹਾਂ, ਦੱਸਾਂਗਾ ਵੀ ਕਿੱਥੇ ਕਿਹੜਾ ਆਗੂ ਗਲਤ ਸੀ ਔਰ ਕਿੱਥੇ ਅਸੀਂ ਸਹੀ ਸੀਗੇ। ਇਸ ਕਰਕੇ ਉਹ ਅੰਦੋਲਨ ਦੇ ਵਿੱਚ ਵੀ ਅਸੀਂ ਗੁਰਨਾਮ ਸਿੰਘ ਚੜੂਨੀ ਜੀ ਦੇ ਨਾਲ ਰਹੇ ਹਾਂ, ਔਰ ਪਾਰਟੀ ਦੇ ਵਿੱਚ ਵੀ ਜਦੋਂ ਪੋਲੀਟੀਕਲ ਪਾਰਟੀ ਦੀ ਗੱਲ ਵੀ ਆਈ, SSM ਵੀ ਬਣੀ, ਇੱਧਰ SSP ਸੰਯੁਕਤ ਸੰਘਰਸ਼ ਪਾਰਟੀ ਜੋ ਚੜੂਨੀ ਸਾਹਿਬ ਨੇ ਬਣਾਈ ਆ, ਬਟ ਮੈਂ ਉਹਦੇ ਨਾਲ ਹੀ ਸਟੈਂਡ ਕੀਤਾ ਵੀ ਚੜੂਨੀ ਸਾਹਿਬ ਦੇ ਨਾਲ ਹੀ ਰਵਾਂਗਾ ਚਾਹੇ ਜੋ ਮਰਜ਼ੀ ਹੋਵੇ। ਔਰ ਉਹਨਾਂ ਨੇ ਮੈਨੂੰ ਪਾਰਟੀ ਦੇ ਵਿੱਚ ਯੂਥ ਪੰਜਾਬ ਪ੍ਰੈਜ਼ੀਡੈਂਟ ਦਾ ਅਹੁਦਾ ਵੀ ਦਿੱਤਾ ਸੀ, ਔਰ ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਰੱਖਿਆ ਤੇ ਗੁਰਦਾਸਪੁਰ ਤੋਂ ਟਿਕਟ ਲੜਨ ਦਾ ਮੌਕਾ ਵੀ ਦਿੱਤਾ। ਤੇ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਹੁਣ ਇਹ ਜ਼ਮਾਨਤ ਜ਼ਬਤ ਕਰਕੇ ਬੈਠ ਗਏ ਆ, ਜੇ ਇਲੈਕਸ਼ਨ ਨਾ ਹੀ ਲੜਦੇ ਤੇ ਇੱਕ ਚਿੰਤਾ ਦਾ ਵਿਸ਼ਾ ਵੀ ਬਣਿਆ ਸੀਗਾ ਕਿ ਬਹੁਤਿਆਂ ਦੀ ਤੇ ਜ਼ਮਾਨਤਾਂ ਜ਼ਬਤ ਹੋਣੀਆਂ ਹੈ। ਬਹੁਤ ਸਾਰੇ ਜਥੇਬੰਦੀਆਂ ਦੇ ਬਿਆਨ ਵੀ ਸੀਗੇ ਕਿ ਇਹ ਇਲੈਕਸ਼ਨ ਨਾ ਲੜਦੀਆਂ ਤੇ ਕਿਤੇ ਨਾ ਕਿਤੇ ਸਾਡਾ ਏਕਾ ਵੀ ਬਣਿਆ ਰਹਿੰਦਾ ਤੇ ਆਪਦੀ ਇਮੇਜ ਸਾਡੀ ਖਰਾਬ ਨਾ ਹੁੰਦੀ, ਜਿਹੜੀ ਅੱਜ ਕਿਸਾਨਾਂ ਵੱਲੋਂ ਜਿਹੜੀ ਇਮੇਜ ਖਰਾਬ ਹੋ ਚੁੱਕੀ ਆ। ਕਿਉਂਕਿ ਬਹੁਤ ਸਾਰੇ ਜਥੇਬੰਦੀਆਂ ਨੇ ਜਦੋਂ ਜਾਂਦੀਆਂ ਨੇ ਉਹ ਇਹ ਚੀਜ਼ 'ਤੇ ਬਿਆਨ ਕਰਦੇ ਤੇ ਲੋਕ ਵੀ ਇਹ ਚੀਜ਼ 'ਤੇ ਕਹਿੰਦੇ ਕਿ ਉਹੀ ਮਤਲਬ ਕਿ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਕੰਪੇਨ ਕੀਤੀ। ਜੇ ਇਲੈਕਸ਼ਨ ਨਾ ਲੜਨੀ ਹੁੰਦੀ ਤੇ ਫਿਰ ਇੱਕ ਆਗੂ ਸਾਡੇ ਨੇ ਮੋਰਚੇ ਦੇ ਵਿੱਚ ਬਹਿ ਕੇ ਨਾ UP ਬਦਲਾਅ ਦੀ ਗੱਲ ਕੀਤੀ ਸੀ, ਔਰ ਉੱਥੋਂ ਗੁਰਨਾਮ ਸਿੰਘ ਚੜੂਨੀ ਜੀ ਨੇ ਪੰਜਾਬ ਦੇ ਵਿੱਚ ਬਦਲਾਅ ਦੀ ਗੱਲ ਕੀਤੀ ਵੀ ਅਸੀਂ ਪੰਜਾਬ ਦੀ ਗੱਲ ਕਿਉਂ ਨਹੀਂ ਕਰ ਸਕਦੇ। ਹਾਂ, ਜੇ ਇਲੈਕਸ਼ਨ ਨਹੀਂ ਲੜਨੀ ਸੀ ਤੇ ਜਿੱਦਣ ਅਸੀਂ ਸਿੰਘੂ ਬਾਰਡਰ ਤੋਂ ਉੱਠੇ ਹਾਂ ਉਦੋਂ ਇੱਕ ਬਹਿ ਕੇ ਮਤਾ ਪਾ ਕੇ ਉੱਠਦੇ ਵੀ ਆਪਾਂ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ। ਬਟ ਉੱਥੇ ਉਦੋਂ ਕੀ ਫੈਸਲਾ ਕੀਤਾ ਸੀ ਵੀ ਮੋਰਚਾ ਖਤਮ ਕਰੋ, ਬਾਅਦ ਵਿੱਚ ਜਾ ਕੇ ਸਲਾਹ ਕਰਾਂਗੇ ਵੀ ਪਾਰਟਿਸਿਪੇਟ ਕਰਨਾ ਕਿ ਨਹੀਂ ਕਰਨਾ। ਇਹ ਮੋਰਚਾ ਖਤਮ ਹੋਣ ਤੋਂ ਬਾਅਦ ਰੱਖਿਆ ਗਿਆ। ਉਸ ਤੋਂ ਬਾਅਦ ਜਿਹੜੇ ਬਦਲਾਅ ਲੋਕੀ ਚਾਹੁੰਦੇ ਸੀ, ਜੇ ਅਸੀਂ ਇੱਕ ਹੋ ਕੇ ਤੁਰ ਪੈਂਦੇ ਪੰਜਾਬ ਦੀਆਂ ਇਲੈਕਸ਼ਨ ਵੱਲ ਨੂੰ ਵੀ, ਜੇ ਜ਼ਮਾਨਤਾਂ ਜ਼ਬਤ ਹੋਈਆਂ ਨੇ ਤੇ ਉਹਦੇ ਵਿੱਚ ਸਾਡੇ ਕੈਂਡੀਡੇਟ ਗੁਨੇਗਾਰ ਨਹੀਂ ਹੈਗੇ, ਉਹਦੇ ਵਿੱਚ ਸਾਡੇ ਆਗੂ ਵੀ ਗੁਨੇਗਾਰ ਨੇ। ਕਿਉਂਕਿ ਮੈਨੂੰ ਇਸ ਗੱਲ ਦਾ ਵੀ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਆ। ਬਹੁਤੇ ਆਗੂ ਜਥੇਬੰਦੀਆਂ ਦੇ ਜਿਹੜੇ ਚਾਹੇ SSM ਦੇ ਨਾਲ ਵੀ ਰਹੇ ਨੇ ਜਾਂ SKM ਦੇ ਵਿੱਚ ਵੀ ਹੋਣ ਨੇ, ਉਹਨਾਂ ਦੇ ਨੁਮਾਇੰਦੇ ਅਸੀਂ ਦੂਜੀਆਂ ਰਵਾਇਤੀ ਪਾਰਟੀਆਂ ਦੀਆਂ ਕੰਪੇਨਿੰਗ ਕਰਦੇ ਦੇਖੇ ਨੇ, ਉਹਨਾਂ ਦੀਆਂ ਸਟੇਜਾਂ ਉੱਤੇ ਜਾਂਦੇ ਵੇਖੇ ਨੇ। ਤੇ ਫਿਰ ਉਹ ਬਦਲਾਅ ਅਸੀਂ ਆਪਣੀ ਝੋਲੀ ਕਿਉਂ ਨਹੀਂ ਸੀ ਪਾ ਸਕਦੇ? ਅਸੀਂ ਬਦਲਾਅ ਦੂਜੇ ਦੀ ਝੋਲੀ 'ਚ ਪਾਉਣ ਦੇ ਵਿੱਚ ਕਿਉਂ ਇੰਨਾ ਜ਼ੋਰ ਲਾਤਾ? ਆਪਣੇ ਅਸੀਂ ਜਿਹੜੇ ਕਿਸਾਨ ਕੈਂਡੀਡੇਟ ਸੀ ਉਹਨਾਂ ਨੂੰ ਅਸੀਂ ਇਸ ਯੋਗ ਨਹੀਂ ਸਮਝਿਆ ਕਿ ਉਹ ਦੂਜੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਸਾਨੂੰ ਕੀ ਇੱਦਾਂ ਦਾ ਦੇ ਦਿੱਤਾ ਕਿ ਅਸੀਂ ਉਹਨਾਂ ਵੱਲ ਝੁਕਾਅ ਕਰਨਾ ਸ਼ੁਰੂ ਕਰਤਾ, ਔਰ ਆਪਣਿਆਂ ਨੂੰ ਭੁੱਲ ਗਏ ਜਿਨ੍ਹਾਂ ਨੇ ਲੜਨ ਮਰਨ ਦੀ ਇੱਕ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜ੍ਹੇ ਉੱਥੇ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਆ ਕੇ ਸਾਨੂੰ ਚੇਤਾ ਆਉਣ ਲੱਗ ਗਿਆ ਫਿਰ ਦੁਬਾਰਾ ਵੀ ਮੈਂ ਤਾਂ ਇਸ ਪਾਰਟੀ ਦੇ ਨਾਲ ਜੁੜਿਆ, ਮੈਂ ਤਾਂ ਫਲਾਣੇ ਕੋ ਕੰਮ ਲਏ ਨੇ, ਮੈਂ ਹੁਣ ਉਹਨੂੰ ਕਿੱਦਾਂ ਛੱਡ ਦਿਆਂ, ਜਾਂ ਮੈਂ ਤਾਂ ਆਮ ਪਾਰਟੀ ਦੀ ਨਹੀਂ ਕੰਪੇਨ ਕਰਾਂਗਾ। ਪਰ ਮੈਂ ਕਿਸਾਨ ਪਾਰਟੀ ਵਾਲਿਆਂ ਦੇ ਸਟੈਂਡ ਗਲਤ ਲੈ ਗਿਆ। ਪਰ ਜਿਹੜੀਆਂ ਵੋਟਾਂ ਪਾਈਆਂ ਨੇ ਉਹ ਪਾਈਆਂ ਕਿਹਨੂੰ ਨੇ? ਪਾਈਆਂ ਤਾਂ ਸਾਡੇ ਉਹ ਜਿਹੜੇ ਸੰਘਰਸ਼ ਲੜਨ ਗਏ ਸੀ ਆਗੂ ਸੀ, ਉਹਨਾਂ ਨੇ ਵੀ ਕਿਤੇ ਕਿਤੇ ਨੇ ਵੋਟਾਂ ਪਾਈਆਂ ਨੇ। ਉਹ ਕਿਹਨੂੰ ਪਾਈਆਂ?
ਆਮ ਪਾਰਟੀ ਨੂੰ ਪਾਤੀਆਂ ਜਾਂ ਫਿਰ ਕਾਂਗਰਸ ਅਕਾਲੀ ਨੂੰ ਪਾਤੀਆਂ, ਜਿਨ੍ਹਾਂ ਨੇ ਸਾਨੂੰ ਸੜਕਾਂ 'ਤੇ ਬਹਿਣ ਵਾਸਤੇ ਮਜਬੂਰ ਕਰ ਦਿੱਤਾ, ਜਿਨ੍ਹਾਂ ਦੇ ਕਰਕੇ ਸਾਡੇ 750 ਤੋਂ ਵੱਧ ਕਿਸਾਨ ਭਰਾ ਸ਼ਹੀਦ ਹੋ ਗਏ, ਜਿਨ੍ਹਾਂ ਦੇ ਕਰਕੇ ਸਾਡੇ ਪੰਜਾਬ ਦਾ ਇੰਨਾ ਨੁਕਸਾਨ ਹੋ ਗਿਆ, ਕਈ ਐਕਸੀਡੈਂਟਾਂ ਦੇ ਵਿੱਚ ਨਕਾਰੇ ਗਏ, ਕਈ ਹੋਰ ਆਰਥਿਕ ਮੰਦੀ ਕਰਕੇ ਹੁਣ ਆ ਕੇ ਸੁਸਾਈਡ ਕਰ ਗਏ ਨੇ। ਇਹਨਾਂ ਦਾ ਬੜੀਆਂ ਗੱਲਾਂ ਜੀ ਇਦਾਂ ਦੀਆਂ ਨੇ ਵੀ ਜੇ ਸਵਾਲ ਚੁੱਕਣੇ ਸ਼ੁਰੂ ਕਰੀਏ ਤੇ ਫਿਰ ਲੜਾਈ ਬੜੀ ਲੰਬੀ ਹੋਈ ਨਹੀਂ ਔਰ ਆਪਣਿਆਂ ਦੇ ਵਿੱਚ ਸ਼ੁਰੂ ਹੋ ਜਾਊਗੀ। ਪਰ ਹਰੇਕ ਮੈਂ ਬੰਦੇ ਉਸ ਨੂੰ ਕਹਿਣਾ ਕਿ ਜਿਹੜਾ ਸੰਘਰਸ਼ ਵਿੱਚ ਗਿਆ ਸੀਗਾ ਉਹ ਘੱਟੋ ਘੱਟ ਇੱਕ ਵਾਰੀ ਆਪਣੇ ਆਪ ਨੂੰ ਸਵਾਲ ਪੁੱਛ ਕੇ ਕੀਤੇ ਵੀ ਕੀ ਪੁੱਛੇ ਆਪਣੇ ਆਪ ਨੂੰ ਵੀ ਕੀ ਮੈਂ ਰਵਾਇਤੀ ਪਾਰਟੀ ਨੂੰ ਵੋਟ ਪਾ ਕੇ ਜਾਂ ਉਹਨਾਂ ਦਾ ਦੁਬਾਰਾ ਸਾਥ ਦੇ ਕੇ ਸਹੀ ਕੀਤਾ। ਕਿਉਂ ਅਸੀਂ ਆਪਣੀ ਕਿਸਾਨ ਜੇ ਨੁਮਾਇੰਦੇ ਇਲੈਕਸ਼ਨਾਂ ਵਿੱਚ ਖੜ੍ਹੇ ਸੀ ਉਹਨਾਂ ਦੀ ਹੋਂਦ ਵਾਸਤੇ ਲੜਾਈ ਕਿਉਂ ਨਹੀਂ ਲੜੀ। ਭਾਵੇਂ ਅਸੀਂ ਜਿੱਤ ਨਹੀਂ ਸੀ ਸਕਦੇ, ਜਿੰਨੀ ਹਵਾ ਸੀਗੀ ਅਸੀਂ ਜਿੱਤ ਵੀ ਸਕਦੇ ਸੀ ਚੰਗੇ ਤਰੀਕੇ ਨਾਲ ਕਰੀਏ। ਬੀਜੇਪੀ ਨੇ ਪਹਿਲੀ ਵਾਰੀ ਇਲੈਕਸ਼ਨ ਲੜੀ, ਕਿਸਾਨ ਪਾਰਟੀ ਨੇ ਪਹਿਲੀ ਵਾਰੀ ਇਲੈਕਸ਼ਨ ਲੜੀ ਔਰ ਬੀਜੇਪੀ ਨੂੰ ਪੰਜਾਬ ਦੇ ਵਿੱਚ 7% ਵੋਟਾਂ ਪੈ ਗਈਆਂ ਔਰ ਸਾਡੇ ਹਲਕੇ ਦੇ ਵਿੱਚ 12 ਤੋਂ 13,000 ਵੋਟ ਬੀਜੇਪੀ ਦੀ ਨਿਕਲ ਆਈ ਆ ਔਰ ਮੇਰੀ ਨਿਕਲੀ ਸਿਰਫ 2400। ਔਰ ਜਿਸ ਨੁਮਾਇੰਦੇ ਦੇ ਵਜੋਂ ਆਮ ਪਾਰਟੀ ਦੇ ਨੁਮਾਇੰਦੇ ਨੂੰ ਤਾਂ ਕਹਿੰਦੇ ਕੀ ਸੀਗਾ ਵੀ ਇਹਦਾ ਤਾਂ ਬੜਾ ਹੀ ਮਾੜਾ ਕਰੈਕਟਰ ਆ, ਇਹਨਾਂ ਦੇ ਤੇ ਪੁਰਾਣਾ ਪਿਛੋਕੜ ਫੋਲ ਕੇ ਵੇਖ ਲਓ, ਆਹ ਗਲਤੀਆਂ ਕੀਤੀਆਂ, ਲੋਕਾਂ ਦਾ ਕਦੀ ਸਾਥ ਨਹੀਂ ਦਿੱਤਾ, ਉਹਨਾਂ ਨੂੰ ਅਸੀਂ ਬਦਲਾਅ ਦੀ ਵੋਟ ਦੇ ਵਿੱਚ 22,000 ਲੈਣ ਦੀ। ਤੇ ਕਿਉਂ ਨਾ ਜੇ ਉਹੋ ਹੀ ਸਾਡੇ ਆਗੂ ਕਿਸਾਨੀ ਨੂੰ ਵੋਟ ਪਾ ਦਿੰਦੇ ਤੇ ਸਾਡਾ ਵੋਟ ਬੈਂਕ ਪਰਸੈਂਟੇਜ ਕਿੱਥੇ ਜਾਣੀ ਸੀ, ਇੱਕ ਪਤਾ ਲੱਗਣਾ ਸੀਗਾ ਵੀ ਕਿੰਨੀ ਪਰਸੈਂਟੇਜ ਵੋਟ ਹੈਗੀ ਆ। ਬਟ ਅਸੀਂ ਉਸ ਗੱਲਾਂ ਦੇ ਵਿੱਚ ਫੇਲ ਰਹੇ ਹਾਂ ਔਰ ਸਾਡੇ ਲੋਕਾਂ ਨੇ ਵੀ ਸੋਚਿਆ ਨਹੀਂ, ਸਿਰਫ ਹਵਾ ਨੂੰ ਵੇਖਦੇ ਰਹੇ ਵੀ ਨਹੀਂ ਇਹ ਐਤਕਾਂ ਜਿੱਤਣਾ ਨਹੀਂ, ਵੋਟ ਪਾਉਣ ਦਾ ਫਾਇਦਾ ਕੋਈ ਨਹੀਂ ਹੋਣਾ। ਪਰ ਵੋਟ ਹਮੇਸ਼ਾ ਹੋਂਦ ਬਚਾਉਣ ਵਾਸਤੇ ਕਰਨੀ ਚਾਹੀਦੀ ਆ, ਨਾ ਕਿ ਹਵਾ ਨੂੰ ਵੇਖ। ਹਾਂਜੀ ਬੈਰ ਸਾਹਿਬ, ਇੱਕ ਗੱਲ ਦਾ ਆਪਣੇ ਸਵਾਲ ਦਾ ਜਵਾਬ ਇੱਕ ਹੋਰ ਵੀ ਹੈਗਾ ਵਾ ਤੁਹਾਡੇ ਕੋਲ ਲੈਣਾ ਹੈ ਆਪਾਂ ਕਿ ਜਿਹੜੀ ਹੁਣ ਚੜੂਨੀ ਸਾਹਿਬ ਦੀ ਪਾਰਟੀ ਹੈ ਜਿਹੜੀ ਹੈ ਨਾ, ਹੁਣ 2024 ਦੇ ਵਿੱਚ ਕੰਪੇਨ ਫਿਰ ਸ਼ੁਰੂ ਹੋ ਰਹੀ ਹੈ ਨਾ ਐਮਪੀ ਦੀ ਇਲੈਕਸ਼ਨ। ਕੀ ਤੁਹਾਡੀ ਪਾਰਟੀ ਵੱਲੋਂ ਜਿਹੜੀ ਹੁਣ ਐਮਪੀ ਦੀ ਇਲੈਕਸ਼ਨ ਆ ਉਹ ਕਿੱਥੋਂ ਲੜੀ ਜਾਊਗੀ? ਜੀ ਕੋਸ਼ਿਸ਼ ਤੇ ਬਿਲਕੁਲ ਰਹੇਗੀ ਕਿ ਆਪਾਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਵੀ ਹਿੱਸਾ ਲਿਆ ਜਾਵੇ, ਕਿਉਂਕਿ ਜਦੋਂ ਇੱਕ ਪਾਰਟੀ ਬਣੀ ਆ ਵਿਧਾਨ ਸਭਾ ਦੇ ਵਿੱਚ ਤੋਂ ਸ਼ੁਰੂਆਤ ਹੋਈ ਆ ਤੇ ਹੁਣ ਜੇ ਪਾਰਟੀ ਨੂੰ ਆਪਾਂ ਵਾਕਈ ਇੱਕ ਵਧੀਆ ਪਲੇਟਫਾਰਮ ਤੇ ਲੈ ਕੇ ਜਾਣਾ ਤਾਂ ਫਿਰ ਐਮਪੀ ਦੇ ਵਿੱਚ ਵੀ ਸਾਨੂੰ ਇਲੈਕਸ਼ਨਾਂ ਲੜਨੀਆਂ ਚਾਹੀਦੀਆਂ ਨੇ। ਤੇ ਪਾਰਟੀ ਦੇ ਵਿੱਚ ਵੀ ਅਸੀਂ ਵੇਖੋ ਕੋਰ ਕਮੇਟੀ ਮੈਂਬਰ ਹੈ ਤੇ ਉਹਦੇ ਵਿੱਚ ਵੀ ਇਦਾਂ ਦਾ ਕੋਈ ਜਲਦੀ ਹੀ ਅਸੀਂ ਉਹਦੇ 'ਤੇ ਮੀਟਿੰਗ ਰੱਖਣ ਜਾ ਰਹੇ ਹਾਂ, ਕਿਉਂਕਿ ਪਹਿਲਾਂ ਦੇ ਉੱਤੇ ਹੁਣ ਜਿਹੜੇ ਮੁੱਦੇ ਚੱਲਦੇ ਪਏ ਆ ਕੁਝ ਪੰਜਾਬ ਦਿਆਂ ਨੂੰ ਲੈ ਕੇ, ਜਿੱਦਾਂ ਦੇ ਪੰਜਾਬ ਨੇ ਇਹ ਸਰਕਾਰ ਨੇ ਆਉਂਦਿਆਂ ਹੀ ਬੈਕ ਸਟੈਪ ਕਰ ਲਿਆ ਕੁਝ ਆਪਣੀਆਂ ਜ਼ਿੰਮੇਵਾਰੀਆਂ ਤੋਂ, ਉਹ ਦੁਬਾਰਾ ਜਥੇਬੰਦੀਆਂ ਨੂੰ ਟੇਕ ਓਵਰ ਕਰਨਾ ਪੈ ਰਿਹਾ, ਉਹਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨਾ ਪੈ ਰਿਹਾ। ਸੋ ਇਸ ਕਰਕੇ ਅਜੇ ਆਪਾਂ ਉੱਧਰ ਫੋਕਸ ਕਰ ਰਹੇ ਹਾਂ। ਜਿਹੜੀਆਂ ਪਾਰਟੀ ਲੈਵਲ ਦੀ ਗੱਲ ਆ ਉਹ ਜਲਦੀ ਹੀ ਕੁਝ ਆਉਣ ਵਾਲੇ ਅੱਧੇ ਮਹੀਨੇ ਦੇ ਵਿੱਚ ਮੈਂ ਕਹਿ ਸਕਦਾ ਕਿ ਚੜੂਨੀ ਸਾਹਿਬ ਉਹਦੇ ਉੱਤੇ ਪੂਰਾ ਸਾਡੀ ਜਿਹੜੀ ਹਾਈ ਕਮਾਂਡ ਆ ਉਹ ਸਪਸ਼ਟ ਕਰ ਦੇਗੀ ਕਿ ਅੱਗੇ ਆਉਣ ਵਾਲੇ ਸਾਡੇ ਜਿਹੜੇ ਸਟੈਪ ਆ ਉਹ ਕਿਵੇਂ ਦੇ ਹੋਣ। ਤੇ ਇਹ ਕਿੰਨੇ ਆਪਣੀ ਸੀਟਾਂ ਦੇ ਉੱਤੇ ਲੜੋਗੇ, ਇਹ ਵੀ ਕੁਝ ਦੱਸ ਸਕਦੇ ਜੀ? ਉਹ ਤਾਂ ਵੇਖੋ ਜੀ, ਜੇ ਪਹਿਲਾਂ ਵੀ 117 ਦੇ ਉੱਤੇ ਲੜਨ ਦੀ ਕੋਸ਼ਿਸ਼ ਕੀਤੀ ਪਰ 3-4 ਘੱਟ ਤੇ ਲੜੇ ਆ। ਸਾਡੀ ਐਸਐਸਪੀ ਨੇ ਉੱਤੇ ਸਿਰਫ 10 ਸੀਟਾਂ ਦੇ ਉੱਤੇ ਇਲੈਕਸ਼ਨ ਲੜੀ ਸੀਗੀ 117 ਦੇ ਵਿੱਚੋਂ, ਕਿਉਂਕਿ ਬਾਕੀ ਦੇ ਉੱਤੇ ਐਸਐਸਐਮ ਲੜ ਰਹੀ ਹੈ। ਔਰ ਹੁਣ ਵੀ ਜਦੋਂ ਪੰਜਾਬ ਦੇ ਵਿੱਚ ਲੜਾਂਗੇ ਤੇ ਐਸਐਸਪੀ ਤੇ ਐਸਐਸਐਮ ਦੋਵੇਂ ਇਕੱਠੇ ਲੜਨਗੇ। ਪਰ ਫਿਰ 13 ਸੀਟਾਂ ਦੇ ਉੱਤੇ ਇਹ ਬੰਦੇ ਖਿਲਾਰਨੇ ਕੋਈ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਸਾਰਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹੈਗੇ ਆ ਔਰ ਉਨੀ ਦੇਰ ਨੂੰ ਸਮਝ ਵੀ ਆ ਜੂਗੀ ਵੀ ਜਿਹੜੀ ਆਪਾਂ ਵਿਧਾਨ ਸਭਾ ਦੇ ਵਿੱਚ ਗਲਤੀ ਕੀਤੀ ਆ ਉਹ ਲੋਕ ਸਭਾ ਦੇ ਵਿੱਚ ਦੁਬਾਰਾ ਕਰਨੀ ਆ ਕਿ ਜਾਂ ਨਹੀਂ ਕਰਨੀ, ਇਹ ਸਾਡੇ ਕੁਝ ਆਗੂਆਂ ਨੂੰ ਸਮਝ ਆ ਜਾਏ। ਤੇ ਆਪਣੇ ਐਸਵਾਈਐਲ ਨੂੰ ਲੈ ਕੇ ਤੁਹਾਡੀ ਪਾਰਟੀ ਕੀ ਕਰ ਰਹੀ ਹੈ? ਜੀ ਐਸਵਾਈਐਲ ਦਾ ਮੁੱਦਾ ਇੱਕ ਨਾ, ਜਦੋਂ ਕੋਈ ਆਗੂ ਖਾਸ ਕਰਕੇ ਜਿੱਦਾਂ ਹੁਣ ਸਾਡੇ ਆਗੂ ਜਿਹੜੇ ਹੈਗੇ ਪਾਰਟੀ ਦੇ ਹਰਿਆਣੇ ਤੋਂ ਨੇ, ਜੇ ਉਹ ਕੁਛ ਕੋਈ ਆਪਣਾ ਕੋਈ ਬਿਆਨ ਦਿੰਦੇ ਆ ਨਾ ਤੇ ਫਿਰ ਸਾਡੀਆਂ ਹਰਿਆਣਾ ਤੇ ਪੰਜਾਬ ਦੇ ਵਿੱਚ ਆਪਸੀ ਥੋੜਾ ਨਾ ਕਹਿ ਸਕਦੇ ਆ ਕਿ ਸਾਹਮਣੇ ਸਾਹਮਣੇ ਖੜੇ ਹੋ ਜਾਂਦੇ ਆ ਜੀ ਅਸੀਂ ਕਿ ਦੱਸੋ ਇਹਦੇ ਉੱਤੇ ਕੀ ਕਰਨਾ। ਤੇ ਮੈਂ ਤੇ ਕਹਾਂਗਾ ਸਰਕਾਰ ਨੂੰ, ਜੋ ਪੰਜਾਬ ਵਾਲੇ ਜਿੱਦਾਂ ਮੰਗ ਕਰ ਰਹੇ ਵੀ ਪੰਜਾਬ ਦਾ ਪਾਣੀ ਸਾਡੇ ਕੋਲ ਹੀ ਰਹਿਣਾ ਚਾਹੀਦਾ। ਦੇਖੋ ਇਹ ਤੇ ਇੱਕ ਕੁਦਰਤੀ ਸਰੋਤ ਆ, ਮੰਨ ਲਓ ਵੀ ਅੱਜ ਪੰਜਾਬ ਦੇ ਵਿੱਚ ਬਾਰਿਸ਼ ਘੱਟ ਹੋਵੇ, ਹਰਿਆਣੇ ਦੇ ਵਿੱਚ ਵੱਧ ਹੋ ਜੇ ਤੇ ਫਿਰ ਆਪਾਂ ਉਹਦੇ ਉੱਤੇ ਕੀ ਕਹਾਂਗੇ ਵੀ ਪੰਜਾਬ ਹਰਿਆਣੇ ਕੋਲ ਪਾਣੀ ਵੱਧ ਚੱਲ ਗਿਆ। ਮੈਂ ਕਹਾਂਗਾ ਵੀ ਜਿੱਦਾਂ ਹੁਣ ਤੱਕ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਸਿਰਫ ਐਸਵਾਈਐਲ ਦੇ ਉੱਤੇ ਸਿਆਸਤ ਕੀਤੀ ਆ, ਸਾਡੇ ਲੋਕ ਪਿੰਡਾਂ ਦੇ ਵਿੱਚ ਪਾਣੀ ਦੀ ਡਿਮਾਂਡ ਕਰਨ ਵੀ ਜਿਹੜਾ ਸਾਡਾ ਨਹਿਰੀ ਪਾਣੀ ਦਰਿਆਈ ਪਾਣੀ ਆ ਇਹ ਸਾਡੀਆਂ ਜ਼ਮੀਨਾਂ ਤੱਕ ਪਹੁੰਚੇ, ਸਾਡੀ ਜਿਹੜੀ ਸਿੰਚਾਈ ਆ ਉਹ ਦਰਿਆਈ ਪਾਣੀ ਦੇ ਨਹਿਰੀ ਪਾਣੀ ਦੇ ਨਾਲ ਹੋਵੇ। ਜਦੋਂ ਸਾਡਾ ਤੁਸੀਂ
ਸਾਡੇ ਖੇਤ ਭਰਦੇ ਹੋ ਪਾਣੀ ਦੇ ਨਾਲ, ਸਾਨੂੰ ਜ਼ਮੀਨ ਦੇ ਵਿੱਚੋਂ ਪਾਣੀ ਕੱਢਣ ਦੀ ਜ਼ਰੂਰਤ ਨਾ ਪਵੇ, ਤੇ ਫਿਰ ਜਿਹੜਾ ਵਾਧੂ ਪਾਣੀ ਰਹਿ ਗਿਆ ਉਹਨੂੰ ਜਿੱਥੇ ਮਰਜ਼ੀ ਭੇਜ ਦਿਓ, ਸਾਨੂੰ ਉਹਦੇ ਤੇ ਫਰਕ ਨਹੀਂ ਪੈਂਦਾ। ਪਰ ਜੇ ਉਹਦੇ ਤੋਂ ਕਿਤੇ ਰੈਵਨਿਊ ਆਵੇ ਤੇ ਫਿਰ ਸਾਡੀ ਸਟੇਟ ਵਾਸਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਕਿਉਂਕਿ ਜਦੋਂ ਅਸੀਂ ਦਿੱਲੀ ਕੋਲੋਂ ਕੋਈ ਚੀਜ਼ ਖਰੀਦਦੇ ਆ, ਮੰਨ ਲਓ ਰਾਜਸਥਾਨ ਦੇ ਕੋਲ ਪਾਣੀ ਜਾ ਰਿਹਾ, ਉਹਨਾਂ ਕੋਲ ਅਸੀਂ ਪੱਥਰ ਹੀ ਖਰੀਦਦੇ ਆ ਤੇ ਉਹਦੀ ਵੀ ਅਸੀਂ ਉਹਨਾਂ ਨੂੰ ਕੀਮਤ ਅਦਾ ਕਰਦੇ ਆ, ਉਹਨਾਂ ਨੂੰ ਟੈਕਸ ਦਿੰਦੇ ਆ। ਤੇ ਫਿਰ ਜਿਹੜਾ ਸਾਡੇ ਜਿਹੜੇ ਪੰਜਾਬ ਦੇ ਵਿੱਚੋਂ ਪਾਣੀ ਜਿਹੜਾ ਸਾਡਾ ਜਾ ਰਿਹਾ ਰਾਜਸਥਾਨ ਨੂੰ, ਤੇ ਫਿਰ ਉਹਦਾ ਬਣਦਾ ਮੁੱਲ ਪੰਜਾਬ ਨੂੰ ਕਿਉਂ ਨਹੀਂ ਮਿਲ ਰਿਹਾ? ਕਿਉਂ ਇੱਥੇ ਸਾਡੇ ਕਿਸਾਨ ਅੱਜ ਵੀ ਸੁਸਾਈਡ ਕਰ ਰਹੇ ਨੇ? ਕਿਉਂ ਇੱਥੇ ਪ੍ਰੋਪਰ ਸਬਸਿਡੀਆਂ ਨਹੀਂ ਦਿੱਤੀਆਂ ਜਾ ਰਹੀਆਂ ਸਾਡੇ ਕਿਸਾਨਾਂ ਨੂੰ? ਉਹ ਇੱਕ ਵੱਡਾ ਕਾਰਨ ਹੈ, ਕਿਉਂਕਿ ਜਿਹੜਾ ਸਾਡਾ ਰੈਵਨਿਊ ਆ ਉਹ ਦੂਜੀ ਸਟੇਟਾਂ ਦੀ ਭਰਪਾਈ ਨਹੀਂ ਕਰ ਰਹੀ ਸਾਡੀ ਪੰਜਾਬ ਦਾ। ਉਹ ਵੀ ਇੱਕ ਕਹਿ ਸਕਦੇ ਕਿ ਆਰਥਿਕ ਮੰਦੀ ਹੋਣ ਦਾ ਇੱਕ ਵੱਡਾ ਕਾਰਨ। ਤੇ ਮੂੰਗੀ ਦੇ ਵੀ ਆਪਣੇ ਇਹਨਾਂ ਨੇ MSP ਆਪਣੇ ਦਿੱਤੀ ਹੈ ਇਹਨਾਂ ਨੇ, ਉਹ ਕੀ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜੀ ਮਾਨ ਸਰਕਾਰ ਨੇ ਇਹ ਕਿਸਾਨਾਂ ਨੂੰ ਜਿਹੜੀਆਂ ਸਹੂਲਤਾਂ ਨੇ ਇਹ ਦੇ ਰਹੇ ਆ ਜਾਂ ਲਾਭ ਉਠਾਇਆ ਜਾ ਰਿਹਾ ਵਾ, ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਇੱਕ ਮੈਂ ਇੰਟਰਵਿਊ ਦੇਖੀ ਸੀ ਗਗਨ ਅਨਮੋਲ ਜੀ ਦੀ, ਜਿਹੜੇ ਇਹਨਾਂ ਤੋਂ ਵਿਧਾਨ ਸਭਾ ਤੋਂ ਇਲੈਕਸ਼ਨ ਲੜੇ ਖਰੜ। ਉਹ ਇੱਕ ਆਪਣੇ ਪ੍ਰੈਸ ਬਾਈਟ ਵਿੱਚ ਕਹਿ ਰਹੇ ਸੀਗੇ ਕਿ ਅਸੀਂ ਤੇ ਜਿੱਦਣ ਸਰਕਾਰ ਆ ਗਈ ਤੇ 5 ਮਿੰਟਾਂ ਦੇ ਵਿੱਚ ਹੀ ਸਾਰੀਆਂ ਫਸਲਾਂ ਦੇ ਉੱਤੇ MSP ਦੇ ਦੇਵਾਂਗੇ। ਪਰ ਹੁਣ ਇਕੱਲੀ ਮੂੰਗੀ ਦੇ ਆ ਗਏ ਨੇ। ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਫਸਲਾਂ ਦਾ ਬਦਲਾਅ ਆਉਣਾ ਚਾਹੀਦਾ, ਵੀ ਝੋਨੇ ਤੋਂ ਪੰਜਾਬ ਬਾਹਰ ਨਿਕਲੇ, ਪਾਣੀ ਅਸੀਂ ਜ਼ਮੀਨਾਂ 'ਚੋਂ ਬਹੁਤ ਕੱਢ ਰਹੇ ਆ, ਪਰ ਹੁਣ ਮੂੰਗੀ ਦੇ ਆ ਗਿਆ। ਮੂੰਗੀ ਵਾਸਤੇ ਉਹਨੂੰ ਬੀਜਣ ਦੀ ਬੱਤੀ ਤੇ ਦੇ ਦਿਓ। ਉਹ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਪੰਜਾਬ 'ਚ ਕੋਲਾ ਮੁੱਕ ਗਿਆ। ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਤਿਆਰ ਕਰਨੀਆਂ ਕਿੱਥੋਂ ਨੇ? ਤੇ ਫਿਰ ਇੱਕੋ ਫਸਲ ਦੀ ਕਿਉਂ ਗੱਲ ਕੀਤੀ ਜਾ ਰਹੀ ਆ? ਬਾਜਰੇ ਦੀ ਗੱਲ ਕਰ ਲਓ, ਮੱਕੀ ਦੀ ਗੱਲ ਕਰੋ, ਆਲੂਆਂ ਦੀ ਗੱਲ ਕਰੋ, ਗੰਨੇ ਦੀ ਪੈਦਾਵਾਰ ਦੇ ਉੱਤੇ ਆਪਣੀਆਂ ਫਸਲਾਂ ਦੇ ਉੱਤੇ ਪੂਰਾ ਮੁੱਲ ਦਿਓ, ਟਾਈਮ ਸਿਰ ਪੇਮੈਂਟਾਂ ਦਿਓ, ਸਾਰਾ ਕੁਝ। ਜੀ ਆਹ ਖੇਤੀਬਾੜੀ ਸੂਬਾ ਆ ਸਾਡਾ ਪੰਜਾਬ ਦਾ, ਤੇ ਹਰੇਕ ਫਸਲ ਦੀ ਮੰਡੀ ਦੇ ਵਿੱਚ ਖਰੀਦ ਹੋਣੀ ਚਾਹੀਦੀ ਆ। ਜੇ ਮੂੰਗੀ ਆਪਾਂ ਲਾ ਵੀ ਲਵਾਂਗੇ ਨਾ, ਤੇ ਉਹਦੀ ਵੀ ਪਿਛਲੇ ਸਾਲ ਆਪਾਂ ਵੀ ਬੀਜੀ ਸੀ, ਪਰ ਬਾਅਦ ਵਿੱਚ ਜਦੋਂ ਅਸੀਂ ਵੇਚਣ ਗਏ ਤੇ ਸਾਨੂੰ ਇੱਥੋਂ ਤਕਰੀਬਨ 60 ਕਿਲੋਮੀਟਰ ਜਾਣਾ ਪਿਆ ਉਹਨੂੰ ਵੇਚਣ ਵਾਸਤੇ। ਹਰੇਕ ਸ਼ਹਿਰ ਦੇ ਵਿੱਚ, ਹਰੇਕ ਮੰਡੀ ਦੇ ਵਿੱਚ ਹਰੇਕ ਫਸਲ ਦੀ ਖਰੀਦ ਹੋਣੀ ਚਾਹੀਦੀ ਆ। ਸਿਰਫ ਇੱਕ ਫਸਲ ਦੀ ਨਹੀਂ ਗੱਲ ਹੋਣੀ ਚਾਹੀਦੀ, ਕਿਉਂਕਿ ਪੰਜਾਬ ਦੇ ਵਿੱਚ ਹੋਰ ਵੀ ਬਦਲ ਦੇ ਵਿੱਚ ਬੜੀਆਂ ਫਸਲਾਂ ਆ ਸਕਦੀਆਂ ਨੇ ਜਿੱਥੋਂ ਸਾਡੇ ਜਿਹੜੇ ਹੈਗੇ ਕਿਸਾਨ ਉਹ ਵੱਧ ਮੁਨਾਫਾ ਕਮਾ ਸਕਦੇ। ਤੇ ਹੁਣ ਤੁਸੀਂ ਗੱਲ ਕੀਤੀ ਕਿ ਮੰਡੀਆਂ ਦਾ ਸਾਨੂੰ ਪੂਰਾ ਲਾਭ ਮਿਲਣਾ ਚਾਹੀਦਾ, ਤੇ ਇੱਥੇ ਦੇਖਣਾ ਪਊਗਾ ਕਿ ਕਿਸਾਨਾਂ ਵੱਲੋਂ ਜਦੋਂ ਆਪਣੇ ਅਡਾਨੀਆਂ ਦੇ ਆਪਣੇ ਗੋਡਾਊਨ ਦੇ ਵਿੱਚ ਜਦੋਂ ਕਣਕ ਸੁੱਟੀ ਗਈ ਸੀਗੀ, ਉਹਨਾਂ ਨੇ ਟਰਾਲੀ ਪਿੱਛੇ 1000 ਰੁਪਇਆ ਵਧਾਵਾ ਦੇ ਕੇ ਤੇ ਅਨਲੋਡਿੰਗ ਫ੍ਰੀ ਕਰ ਦਿੱਤੀ ਕਿ ਟਾਈਮ ਨਾਲ ਫ੍ਰੀ ਹੋਣਗੇ। ਜੇ ਕਿਸਾਨ ਸਾਡੇ ਉਧਰ ਨੂੰ ਤੁਰ ਪਏ ਤੇ ਇਸ ਤਰੀਕੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਜੇ ਕੱਲ੍ਹ ਨੂੰ ਅਡਾਨੀਆਂ ਦੇ ਇੱਥੇ ਵੀ ਆ ਕੇ ਉਹ ਆਪਣੇ ਗੋਡਾਊਨ ਬਣਾਉਂਦੇ ਆ, ਆਪਦੀ ਮੰਡੀ ਖਰੀਦਦੇ ਆ, ਆਪਦੀ ਮੰਡੀ ਕਰਦੇ ਆ, ਤੇ ਫਿਰ ਉੱਥੇ ਚੱਲ ਜਾਂਦੇ ਕਿਸਾਨ। ਇਹ ਪੰਜਾਬ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿਸਾਨ? ਜੀ ਸਭ ਤੋਂ ਪਹਿਲਾਂ ਤੇ ਮੈਂ ਦੋ ਗੱਲਾਂ ਕਰਾਂਗਾ ਇਹਦੇ ਵਿੱਚ, ਆਪਣੇ ਲੋਕਾਂ ਦੀ ਵੀ ਔਰ ਸਰਕਾਰ ਦੀ ਵੀ। ਸਰਕਾਰ ਇਸ ਵੇਲੇ ਮਜਬੂਰ ਕਰ ਰਹੀ ਆ ਵੀ ਇਹ ਜਿਹੜੇ ਸਾਡੇ ਕਿਸਾਨ ਨੇ ਪੰਜਾਬ ਦੇ ਅਡਾਨੀਆਂ ਦੇ ਗੋਡਾਊਨਸ ਦੇ ਉੱਪਰ ਆਪਣੇ ਆਪ ਹੀ ਜਾਣ, ਕਿਉਂਕਿ ਅਜੇ ਤੱਕ ਆਪਾਂ ਮੰਡੀਆਂ ਦੇ ਵਿੱਚ ਦੇਖ ਰਹੇ ਹਾਂ ਲਿਫਟਿੰਗ ਨਹੀਂ ਹੋ ਰਹੀ ਫਸਲ ਦੀ। ਔਰ ਇਸ ਤੋਂ ਪਹਿਲਾਂ ਇੱਦਾਂ ਹੀ ਇੰਸਪੈਕਟਰ ਰੇਟ ਕੀਤੇ ਗਏ, ਉਹਨਾਂ ਦੀ ਮੰਡੀ ਦੇ ਵਿੱਚ ਢੇਰੀ ਜਾ ਕੇ ਲੱਗਦੀ ਰਹੀ। ਆੜਤੀਆਂ ਨੂੰ ਬਾਰਦਾਨਾ ਨਹੀਂ ਦਿੱਤਾ ਗਿਆ ਸਮੇਂ ਸਿਰ, ਕੋਈ ਵੀ ਪਰਚੇਸ ਟਾਈਮ ਨਾਲ ਨਹੀਂ ਪਾਈ ਗਈ। ਔਰ ਜਾ ਕੇ ਉੱਥੇ ਖੱਜਲ ਖੁਆਰੀ ਵੱਖਰੀ ਆ, ਜਾ ਕੇ ਜਿਹੜੇ ਸਾਡੇ ਆਪਣੇ ਲੋਕਾਂ ਨੂੰ ਹੈਗੀ ਆ, ਜਾਣੇ ਕਿ ਇੱਕ ਸਰਕਾਰ ਨੇ ਹੀ ਇੱਦਾਂ ਦਾ ਪ੍ਰੋਸੈਸ ਬਣਾ ਦਿੱਤਾ ਕਿ ਮੰਡੀਆਂ ਵਾਲੇ ਆੜਤੀ ਵੀ ਉਸ ਗੱਲ ਨੂੰ ਪੂਰਾ ਇੰਪਲੀਮੈਂਟ ਨਾ ਕਰ ਸਕਣ, ਵੀ ਲੋਕਾਂ ਨੂੰ ਪੂਰੀ ਸਹੂਲਤ ਨਾ ਦੇ ਸਕਣ। ਤੇ ਜਿਹਦੇ ਸਭ ਇੱਕ ਆਪਣੇ ਹੁਣ ਤੁਸੀਂ ਪਾਰਟੀ ਨੂੰ ਲੈ ਕੇ ਕੀ ਤਿਆਰੀਆਂ ਕਰ ਰਹੇ ਹੋ? ਜਿਹੜੀਆਂ 2024 ਦੀ ਜਿਹੜੀ ਇਲੈਕਸ਼ਨ ਆ MP ਦੀ, ਉਹ ਤੁਹਾਡੀ ਪਾਰਟੀ ਲੜੇਗੀ ਜਾਂ ਨਹੀਂ? ਜੀ ਦੇਖੋ, ਜਿਹੜੀ 2024 ਦੀ ਇਲੈਕਸ਼ਨ ਲੜਨ ਦੀ ਗੱਲ ਆ ਤੇ ਚਲੋ ਪਾਰਟੀ ਹਾਈ ਕਮਾਂਡ ਦਾ ਫੈਸਲਾ ਆ, ਪਰ ਸਾਡੀ ਜਿਹੜੀ ਪਾਰਟੀ ਨਿਕਲੀ ਹੈ ਸੰਘਰਸ਼ ਵਿੱਚੋਂ ਨਿਕਲੀ ਆ। ਔਰ ਅਸੀਂ ਸੰਘਰਸ਼ ਦੇ ਵਿੱਚ ਵੀ ਪਹਿਲਾਂ ਵੀ ਲੋਕਾਂ ਕੋਲ ਚੱਲ ਕੇ ਜਾਂਦੇ ਸੀ, ਜਾਗਰੂਕ ਕਰਦੇ ਸੀ ਵੀ ਕਿਹੜੇ ਸਾਡੇ ਜਿਹੜੇ ਬਣਦੇ ਹੱਕ ਆ ਸਰਕਾਰਾਂ ਵੱਲੋਂ ਨਹੀਂ ਆਵਾਜ਼ ਚੁੱਕੀ ਜਾ ਰਹੀ ਤੇ ਅਸੀਂ ਆਵਾਜ਼ ਚੁੱਕਣੀ ਆ। ਅਸੀਂ ਹੁਣ ਵੀ ਆਪਣੇ ਲੋਕਾਂ ਦੇ ਵਿੱਚ ਰੂਟੀਨ 'ਚ ਜਾ ਰਹੇ ਹਾਂ, ਉੱਦਾਂ ਹੀ ਪਿੰਡਾਂ 'ਚ ਮੀਟਿੰਗਾਂ ਕਰ ਰਹੇ ਹਾਂ। ਤੇ ਜਿਹੜੀ 2024 ਦੀ ਗੱਲ ਕੀਤੀ ਆ ਤੁਸੀਂ, ਉਹ ਤੇ ਅਸੀਂ ਚਾਹਾਂਗੇ ਵੀ ਆਪਣੀ ਹਾਈ ਕਮਾਂਡ ਨੂੰ ਵੀ ਕਵਾਂਗੇ ਵੀ ਉਹਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਜਾਵੇ, ਕਿਉਂਕਿ ਜੇ ਕੋਈ ਪਾਰਟੀ ਪੋਲੀਟੀਕਲ ਪਾਰਟੀ ਬਣੀ ਆ, ਉਹਨੇ ਆਪਣੀ ਹੋਂਦ ਬਣਾਉਣੀ ਆ, ਵਧੀਆ ਪਲੇਟਫਾਰਮ ਤੇ ਪਹੁੰਚਣਾ ਆ। ਤੇ ਫਿਰ ਵਿਧਾਨ ਸਭਾ ਦੇ ਵਿੱਚ ਕੁਝ ਸਾਡੇ ਆਗੂਆਂ ਨੇ ਜੋ ਗਲਤੀਆਂ ਕੀਤੀਆਂ ਨੇ, ਜਿਹਦੇ ਕਰਕੇ ਸਾਡੀ ਪਰਸੈਂਟੇਜ ਘਟ ਗਈ ਆ, ਜਾਂ ਕੋਈ ਵੀ ਸਾਡਾ ਵਿਧਾਨ ਸਭਾ ਜਾਂ MLA ਜਿੱਤ ਨਹੀਂ ਸਕਿਆ, ਉਹ ਸ਼ਾਇਦ ਉਦੋਂ ਤੱਕ ਜਿਹੜੀ ਆਮ ਪਾਰਟੀ ਨੇ ਹੁਣ ਤੱਕ ਕਾਰਗੁਜ਼ਾਰੀ ਕੀਤੀ ਆ, ਉਹ 1.5-2 ਸਾਲ ਦੇ ਵਿੱਚ ਚੰਗੀ ਤਰ੍ਹਾਂ ਪਤਾ ਲੱਗ ਜੇ, ਔਰ ਸ਼ਾਇਦ ਸਾਨੂੰ ਸੁਧਾਰਨ ਦਾ ਇੱਕ ਮੌਕਾ ਮਿਲ ਜੇ।
ਕਿ ਜਿੰਨੀਆਂ ਕੁ ਫਿਰ ਐਮਪੀ ਸਾਡੀਆਂ ਸੀਟਾਂ ਹੈਗੀਆਂ ਨੇ ਉਹ ਸਾਡਾ ਜਿੱਦਾਂ ਵੀ ਹਾਈ ਕਮਾਂਡ ਦਾ ਫੈਸਲਾ ਆਊਗਾ ਉਹਦੇ ਉੱਤੇ ਪੂਰਾ ਪੈਰਾ ਦੇਵਾਂਗੇ। ਤੇ ਪਾਰਟੀ ਕਿਹਦੇ ਏਜੰਡੇ ਨੂੰ ਲੈ ਕੇ ਕੰਮ ਕਰ ਰਹੀ ਹੈ? ਤੁਸੀਂ ਆਪਦੇ ਏਜੰਡੇ ਕਿਹੜੇ ਨੇ ਤੁਹਾਡੇ ਗੁਰਦਾਸਪੁਰ ਦੇ ਵਿੱਚ ਜਿਹੜੇ ਤੁਸੀਂ ਇਲੈਕਸ਼ਨ ਕੰਪੇਨ ਕਰਦੇ? ਜੀ ਮੈਂ ਸਭ ਤੋਂ ਪਹਿਲਾਂ ਤੇ ਪਾਰਟੀ ਦਾ ਏਜੰਡਾ ਥੋੜ੍ਹਾ ਜਿਹਾ ਛੱਡਦਾ। ਜੋ ਮੈਂ ਏਜੰਡਾ ਦੇਖਿਆ ਸੀਗਾ ਵਿਧਾਨ ਸਭਾ ਦੇ ਵਿੱਚ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਦੇਖੀਆਂ ਪਿੰਡਾਂ ਦੇ ਵਿੱਚ ਜਾ ਕੇ ਵੀ ਕਿਸ ਤਰ੍ਹਾਂ ਸਾਡੇ ਜਿਹੜੇ ਰਵਾਇਤੀ ਪਾਰਟੀਆਂ ਨੇ ਉਹ ਇੱਥੋਂ ਤੱਕ ਹੀ ਸੀਮਿਤ ਰਹਿ ਜਾਂਦੀਆਂ ਨੇ ਵੀ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਪੱਕੀਆਂ ਕਰ ਦਈਏ, ਸ਼ਮਸ਼ਾਨ ਘਾਟ ਪੱਕੇ ਕਰ ਦਈਏ ਜਾਂ ਹੋਰ ਇਦਾਂ ਦੇ ਕੰਮ ਕਰ ਦਈਏ, ਪਰ ਬੜੇ ਇੱਕ ਮੁੱਢਲੇ ਪੱਧਰ ਦੇ ਉੱਤੇ ਇਦਾਂ ਦੀ ਇੱਕ ਜ਼ਰੂਰਤ ਹੈ ਸਾਡੇ ਲੋਕਾਂ ਦੀ ਜਿਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਵੀ ਡੀਪੂ ਦੇ ਉੱਤੇ ਰਾਸ਼ਨ ਤੇ ਵੰਡਿਆ ਜਾਂਦਾ ਪਰ ਕਈ ਕੱਚੇ ਘਰ ਸਾਡੇ ਅਜੇ ਵੀ ਪਿੰਡਾਂ ਦੇ ਵਿੱਚ ਹੈਗੇ ਨੇ ਇਦਾਂ ਦੇ ਗਰੀਬ ਵਰਗ ਦੇ ਜਿਨ੍ਹਾਂ ਨੂੰ ਪੱਕਿਆਂ ਨਹੀਂ ਕਰਵਾਇਆ ਗਿਆ ਔਰ ਉਹਨਾਂ ਨੂੰ ਗ੍ਰਾਂਟ ਵੀ ਨਹੀਂ ਦਿੱਤੀ ਜਾਂਦੀ ਕਿਉਂਕਿ ਉਹਦੇ ਵਿੱਚ ਫਿਰ ਘਪਲੇਬਾਜ਼ੀ ਦੀ ਜਿਹੜੀ ਪਰਸੈਂਟੇਜ ਨਾ ਘਟ ਜਾਂਦੀ ਹੈ। ਤੇ ਮੈਂ ਉਹ ਵੀ ਇੱਕ ਅਸੀਂ ਚਾਹਿਆ ਸੀਗਾ ਵੀ ਹੁਣ ਵੀ ਆਪਾਂ ਆਪਣੀ ਟੀਮ ਨੂੰ ਕਿਹਾ ਹੋਇਆ ਕਿ ਤੁਸੀਂ ਆਪਣੇ ਤੌਰ ਦੇ ਉੱਤੇ ਆਪਣੇ ਪਿੰਡਾਂ 'ਚ ਵੇਖੋ ਕਿਹੜੇ ਘਰ ਇਦਾਂ ਦੇ ਨੇ ਉਹਨਾਂ ਦੇ ਪੂਰੇ ਡਾਕੂਮੈਂਟ ਲਵੋ। ਅਸੀਂ ਸਰਕਾਰ ਕੋਲੋਂ ਸਹੂਲਤ ਲੈ ਕੇ ਦੇਵਾਂਗੇ, ਉਹ ਕਿਸੇ ਵੀ ਸਰਪੰਚ ਐਮਸੀ ਜਾਂ ਵਿਧਾਇਕ ਦੇ ਸਿਰ ਤੇ ਨਹੀਂ ਰਹਿਣ ਦੇਣਗੇ। ਅਸੀਂ ਆਪਣੇ ਤੌਰ ਤੇ ਐਫਰਟ ਕਰਾਂਗੇ। ਇੱਕ ਸਮਾਜ ਸੇਵਾ ਜਿੱਦਾਂ ਅਸੀਂ ਕਰਦੇ ਹਾਂ ਵੀ ਕਿਸੇ ਦਾ ਕੱਚਾ ਮਕਾਨ ਪੱਕਾ ਕਰਾਤਾ ਜਾਂ ਰਾਸ਼ਨ ਕਿਸੇ ਨੂੰ ਦੇਤਾ ਕਿ ਜੇ ਇਦਾਂ ਦੀ ਸਹੂਲਤਾਂ ਸਾਨੂੰ ਸਰਕਾਰ ਦੇ ਰਹੀ ਆ ਪਰ ਜਿਹੜੇ ਸੰਬੰਧਿਤ ਆਗੂ ਹੈਗੇ ਆ ਉਹ ਲੋਕਾਂ ਤੱਕ ਨਹੀਂ ਪਹੁੰਚਾ ਰਹੇ ਫਿਰ ਉਹ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨੂੰ ਭਾਈ ਸਹੀ ਤਰੀਕੇ ਨਾਲ ਲੋਕਾਂ ਤੱਕ ਲੈ ਕੇ ਆਈਏ। ਤੇ ਬਹੁਤ ਸਾਰੇ ਪੈਂਡਿੰਗ ਮਸਲੇ ਨੇ ਆਪਣੇ, ਕਈਆਂ ਦੇ ਇਲਾਜ ਨਹੀਂ ਹੋ ਰਹੇ ਸਿਵਲ ਹਸਪਤਾਲਾਂ ਦੇ ਵਿੱਚ, ਕਈਆਂ ਦੀ ਇਸ ਤਰੀਕੇ ਦੀ ਮਾਤਰਾ ਵੱਧ ਚੁੱਕੀ ਕਿ ਚੋਰੀਆਂ, ਡਕੈਤੀਆਂ, ਨਸ਼ਾ ਤਸਕਰੀਆਂ ਬਹੁਤ ਸਾਰੀਆਂ ਵੱਧ ਰਹੀਆਂ। ਇਹਨੂੰ ਕਿਸ ਤਰੀਕੇ ਨਾਲ ਤੁਹਾਡੀ ਪਾਰਟੀ ਔਰ ਤੁਸੀਂ ਦੇਖਦੇ ਹੋ? ਜੀ ਪਿਛਲੇ ਜੋ ਹੁਣ ਤੱਕ ਵੀ ਹੈਲਥ ਸਿਸਟਮ ਦੇ ਵਿੱਚ ਇੱਕ ਨਾ ਬੜੀ ਗਿਰਾਵਟ ਨਜ਼ਰ ਆ ਰਹੀ ਆ ਕਿ ਜਿਹੜੀਆਂ ਮੁਫਤ ਸਹੂਲਤਾਂ ਦਿੱਤੀਆਂ ਨੇ ਸਰਕਾਰ ਵੱਲੋਂ ਉਹ ਕਾਰਡ ਵੀ ਹਰੇਕ ਹਸਪੀਟਲ ਦੇ ਵਿੱਚ ਨਹੀਂ ਚੱਲ ਰਹੀ। ਜੇ ਚੱਲਦੇ ਵੀ ਆ ਤੇ ਉੱਥੇ ਉਹ ਫੈਸਿਲਿਟੀਆਂ ਪੂਰੀਆਂ ਨਹੀਂ। ਮੈਂ ਗੁਰਦਾਸਪੁਰ ਦੀ ਗੱਲ ਕਰਾਂ ਤੇ ਅਜੇ ਵੀ ਆਮ ਪਾਰਟੀ ਨੂੰ ਆਇਆ ਤਕਰੀਬਨ 100 ਦਿਨ ਦੇ ਲਾਗੇ ਛਾਗੇ ਹੋ ਚੱਲਿਆ ਇਹਨਾਂ ਦਾ, ਪਰ ਅਜੇ ਵੀ ਸਾਡੇ ਗੁਰਦਾਸਪੁਰ ਦੇ ਵਿੱਚ ਸਕੈਨਿੰਗ ਵਾਸਤੇ ਨਹੀਂ ਪੂਰਾ ਹੈਗਾ। ਜਿੰਨੀਆਂ ਵੀ ਕਹਿ ਸਕਦੇ ਹਾਂ ਕਿ ਐਕਸ-ਰੇ ਵੀ ਨਹੀਂ ਪੂਰੇ ਹੋ ਰਹੇ, ਅਜੇ ਵੀ ਫੈਸਿਲਿਟੀਆਂ ਨਹੀਂ ਹੋ ਰਹੀਆਂ। ਵੱਡੀ ਗੱਲ ਤੇ ਸਭ ਤੋਂ ਇੱਕ ਛੋਟੀ ਜੀ ਗੱਲ ਆ ਕਿ ਸਾਡੇ ਗੁਰਦਾਸਪੁਰ ਦੇ ਹਸਪੀਟਲ ਦੇ ਵਿੱਚ ਸਕਿਨ ਦਾ ਡਾਕਟਰ ਹੀ ਨਹੀਂ ਹੈਗਾ, ਜਿਹੜੀ ਸਭ ਤੋਂ ਇੱਕ ਮੁੱਢਲੀ ਲੋੜ ਆ ਸਾਡੇ ਲੋਕਾਂ ਵਾਸਤੇ। ਇਦਾਂ ਦੇ ਵੀ ਜੇ ਏਜੰਡੇ ਜਿਹੜੇ ਹੈਗੇ ਆ ਜਿਹੜੇ ਕੰਮ ਪੂਰੇ ਹੋਣ ਵਾਲੇ ਨੇ, 1-2 ਮਹੀਨੇ ਦਾ ਸਮਾਂ ਹੋਰ ਦਿਆਂਗੇ ਪਾਰਟੀ ਨੂੰ ਵੀ ਕੁਝ ਬਦਲਾਅ ਲਿਆਉਣ ਦੇ ਵਿੱਚ, ਕੋਈ ਚੀਜ਼ਾਂ ਨੂੰ ਸੁਧਾਰ ਲਿਆਉਣ ਦੇ ਵਿੱਚ ਸਮਾਂ ਲੱਗਦਾ ਆ, ਪਰ ਇੰਨਾ ਸਮਾਂ ਨਹੀਂ ਲੱਗਦਾ ਹੁੰਦਾ ਵੀ ਜਿਹੜਾ ਤੁਸੀਂ ਕਹੋਗੇ ਤੇ ਅਸੀਂ 5 ਮਿੰਟਾਂ 'ਚ ਕਰ ਦਿਆਂਗੇ। ਹੁਣ 4-4 ਮਹੀਨੇ ਦਾ ਸਮਾਂ ਲੰਘ ਗਿਆ। ਦੂਸਰਾ ਜਿਹੜਾ ਲਾਅ ਐਂਡ ਆਰਡਰ ਬਿਲਕੁਲ ਭੰਗ ਹੋ ਚੁੱਕਿਆ। ਜਿਸ ਤਰ੍ਹਾਂ ਆਪਣੇ ਸਾਡੇ ਗੁਰਦਾਸਪੁਰ ਦੇ ਵਿੱਚ MLA ਕਾਂਗਰਸ ਪਾਰਟੀ ਦਾ ਤੇ ਦੂਸਰੀ ਪਾਰਟੀ ਦੇ ਜਿਹੜੇ ਵਿਧਾਇਕ ਹਾਰੇ ਹੋਏ ਨੇ ਆਗੂ, ਉਹ ਵੀ ਜ਼ੋਰ ਲਾ ਰਹੇ ਨੇ ਵੀ ਮੇਰੀ ਪਛਾਣ ਬਣੇ। ਇਹਨਾਂ ਦਾ ਆਪਸੀ ਕਲੈਸ਼ ਹੋਈ ਜਾ ਰਿਹਾ ਤੇ ਲੋਕਾਂ ਨੂੰ ਸਹੂਲਤਾਂ ਘੱਟ ਮਿਲ ਰਹੀਆਂ ਨੇ। ਉੱਥੇ ਫਿਰ ਜਿਹੜੀਆਂ ਚੋਰੀਆਂ ਦੀਆਂ ਵਾਰਦਾਤਾਂ ਉਹ ਇਦਾਂ ਦੀਆਂ ਵਧਦੀਆਂ ਜਾ ਰਹੀਆਂ ਕਿਉਂਕਿ ਪਤਾ ਨਹੀਂ ਹੁੰਦਾ ਵੀ ਕਿਹੜੇ ਆਗੂ ਨੇ ਕਿਹਦਾ ਫੋਨ ਕਰ ਦੇਣਾ, ਕਿਹਨੂੰ ਛੁਡਾ ਦੇਣਾ, ਤੇ ਲੋਕਾਂ ਨੂੰ ਉਹ ਫਿਰ ਉਹਦਾ ਫਾਇਦਾ ਉਠਾਉਂਦੇ ਆ। ਸਿਸਟਮ ਨੂੰ, ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਪੈਣਾ, ਇਹਨਾਂ ਨੂੰ ਸਮਝਣਾ ਪੈਣਾ, ਥੋੜੀ ਸਖਤੀ ਵਰਤਣੀ ਪੈਣੀ ਆ। ਨਹੀਂ ਤੇ ਪਿਛਲੇ ਦਿਨੀ ਜਿੰਨੇ ਕੁ ਕਤਲ ਹੋ ਗਏ ਆ ਪੰਜਾਬ ਦੇ ਵਿੱਚ, ਉਹਨਾਂ ਦਾ ਇੱਕ ਵੀ ਕਤਲ ਫੜਿਆ ਨਹੀਂ ਗਿਆ। ਉੱਥੋਂ ਇਹ ਸਰਕਾਰ ਦਾ ਵੱਡਾ ਫੇਲੀਅਰ ਸਾਹਮਣੇ ਆ ਰਿਹਾ ਕਿਉਂਕਿ ਲਾਅ ਐਂਡ ਆਰਡਰ ਜੇ ਹੋਏਗਾ ਤੇ ਫੇਰ ਹੀ ਪੰਜਾਬ ਚੱਲ ਸਕੇਗਾ। ਤੇ ਨਸ਼ਿਆਂ ਦੇ ਮਾਮਲੇ ਦੇ ਉੱਪਰ ਸਿਰਫ ਇੱਕ ਬਿਆਨਬਾਜ਼ੀ ਹੀ ਰਹਿ ਗਈ ਆ। ਕਿਸੇ ਨੂੰ ਹੁਣ ਤੱਕ, ਹੁਣ ਪਰਸੋਂ ਦਾ ਭਗਵੰਤ ਮਾਨ ਜੀ ਨੇ ਵੀ ਇੱਕ ਫੇਰ ਮੀਟਿੰਗ ਕਰਕੇ ਹਾਈ ਪ੍ਰੋਫਾਈਲ ਅਫਸਰਾਂ ਨੂੰ ਕਿਹਾ ਕਿ ਆਦੇਸ਼ ਦਿੱਤੇ ਨੇ ਕਿ ਤੁਸੀਂ ਕਰੋ, ਪਰ ਪਿਛਲੇ 10 ਸਾਲ ਤੋਂ ਇੱਥੇ ਸਾਡੇ ਜੋੜਾ ਛਿੱਤਰਾਂ ਦੇ ਵਿੱਚ ਪੂਰਾ ਨਸ਼ੇ ਦਾ ਗੜ੍ਹ ਬਣ ਚੁੱਕਿਆ। ਸਾਰੀ ਸਪਲਾਈ ਪੂਰੇ ਸਾਡੇ ਜ਼ਿਲ੍ਹੇ ਦੇ ਵਿੱਚ ਹੋ ਰਹੀ ਆ। ਇੱਕ ਅਫਸਰ ਨੇ ਪਿਛਲੇ ਇੱਕ ਸਾਡੇ SHO ਸਿਟੀ ਨੇ ਉੱਥੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਬੰਨ੍ਹ ਦਿੱਤਾ ਗਿਆ, ਉਹਨਾਂ ਦੀਆਂ ਪਾਵਰਾਂ ਹੀ ਖੋਹ ਲਈਆਂ ਗਈਆਂ। ਪੋਲੀਟੀਕਲ ਇੰਨਾ ਕੁ ਪ੍ਰੈਸ਼ਰ ਪਾ ਦਿੱਤਾ ਗਿਆ ਵੀ ਉਹ ਕਾਰਵਾਈ ਸਹੀ ਤਰੀਕੇ ਨਾਲ ਕਰ ਹੀ ਨਹੀਂ ਪਾਈ। ਤੁਸੀਂ ਜੇ ਇੱਦਾਂ ਦੇ ਨੁਮਾਇੰਦੇ ਹੀ ਸਾਡੇ ਇਸ ਚੀਜ਼ ਨੂੰ ਬੜਾਵਾ ਦੇਣਗੇ ਤੇ ਇਹ ਚੀਜ਼ਾਂ ਕਿੱਦਾਂ ਰੁਕਣਗੀਆਂ? ਬੈਂਸ ਸਾਹਿਬ, ਇੱਥੇ ਤੁਸੀਂ ਗੱਲ ਕੀਤੀ ਆ ਕਿ ਕਾਂਗਰਸ ਔਰ ਆਪ ਆਪਸ ਵਿੱਚ ਹੀ ਭਿੜ ਰਹੇ ਨੇ ਤੇ ਸਿਆਸਤ ਕਰ ਰਹੇ ਨੇ ਲੋਕ, ਹੈ ਨਾ ਜੀ। ਹੁਣ ਇੱਥੇ ਹੀ ਆਮ ਆਦਮੀ ਪਾਰਟੀ ਵੱਲੋਂ CM ਸਾਹਿਬ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਹੈ ਕਿ ਜਿੰਨੇ ਆਪਣੇ ਨਜਾਇਜ਼ ਕਬਜ਼ੇ ਨੇ, ਚਾਹੇ ਉਹ ਜੰਗਲਾਤੀ ਵਿਭਾਗ ਦੇ ਹੋਣ, ਚਾਹੇ ਹੋਰ ਕਿਸੇ ਵਿਭਾਗ ਦੇ ਹੋਣ, ਉਹਨਾਂ ਨੂੰ ਸਾਰੇ ਛਡਵਾਏ ਜਾਣਗੇ।
ਔਰ ਇੱਥੇ ਹੀ ਪਿਛਲੇ ਦਿਨੀ 15-20 ਦਿਨ ਹੋ ਗਏ ਨੇ, ਇਹ ਬੜਾ ਮਸਲਾ ਗਰਮਾਇਆ ਹੋਇਆ ਵਾ ਕਿ ਇੱਕ ਆਪਣੇ ਜਲਵੇ ਨਾਮ ਦਾ ਇੱਥੇ ਆਦਮੀ ਆ, ਜਿਹੜਾ ਉਹਦਾ ਖੋਖਾ ਆ, ਉਹਦੇ ਉੱਤੇ ਪੋਲੀਟੀਕਲ ਉਸ ਚੀਜ਼ ਨੂੰ ਲੈ ਕੇ ਉਸ ਬੰਦੇ ਦਾ ਉਹ ਖੋਖਾ ਇਕੱਲੇ ਦਾ ਹੀ ਚੁਕਾਇਆ ਜਾ ਰਿਹਾ ਆ। ਇੱਥੇ ਤੱਕ ਕਿ ਜਿਹੜੀ ਸਰਕਾਰ ਦੀ ਹਦਾਇਤ ਦਿੱਤੀ ਆ ਉਹ ਸਾਰਿਆਂ ਖੋਖੇ ਚੁਕਾਉਣ ਦੀ ਦਿੱਤੀ ਆ, ਤਾਂ ਉਸ ਇਕੱਲੇ ਨੂੰ ਹੀ ਕਿਉਂ ਇਸ ਤਰੀਕੇ ਨਾਲ ਕੀਤਾ ਜਾ ਰਿਹਾ? ਜੀ ਦੇਖੋ, ਜਿਹੜੀ ਮੈਂ ਜਲਵੇ ਦੀ ਗੱਲ ਕਰਾਂ, ਉਹ ਵੀ ਜਦੋਂ ਇੱਕ ਉਹਨੇ ਇਸ ਵਾਲੇ ਪਾਸੇ ਸਟੈਪ ਆਪਣਾ ਰੱਖਿਆ ਸੀ ਨਾ, ਉਹਦੀ ਤੁਹਾਨੂੰ ਪਤਾ ਕਿ ਫਰੂਟ ਰੇਹੜੀ ਦੀ ਉੱਥੇ ਇੱਕ ਲੱਗਦੀ ਸੀਗੀ ਦੁਕਾਨ, ਉਹਨੇ ਆਪਣਾ ਖੋਖਾ ਲਾਇਆ ਸੀ। ਬਾਅਦ ਵਿੱਚ ਉਹਨੇ ਅੱਗੇ ਥੋੜ੍ਹਾ ਜਿਹਾ ਵਧਾਇਆ ਤੇ ਉੱਥੇ ਮੀਟ ਵੇਚਣਾ ਸ਼ੁਰੂ ਕਰ ਦਿੱਤਾ। ਫਿਰ ਇੱਕ ਜੰਗਲਾਤ ਦੀ ਜਗ੍ਹਾ ਦੇ ਵਿੱਚ ਮੀਟਰ ਕਿੱਦਾਂ ਲੱਗ ਗਿਆ, ਉਹ ਲਵਾ ਕੇ ਦਿੱਤਾ ਸੀ ਅਕਾਲੀ ਦਲ ਨੇ। ਇਹ ਬਹੁਤ ਵੱਡਾ ਸਵਾਲ ਆ ਜੀ, ਜਿਹਨੇ ਮੀਟਰ ਕਿੱਦਾਂ ਲੱਗ ਗਿਆ? ਹਾਂ, ਮੀਟਰ ਕਿੱਦਾਂ ਲੱਗਿਆ, ਉਹ ਲਗਵਾਇਆ ਸੀਗਾ ਅਕਾਲੀ ਦਲ ਨੇ। ਉਹ ਉਸ ਵੇਲੇ ਜਿਹੜਾ ਜਲਵਾ ਨਾਮ ਦਾ ਸੰਬੰਧਿਤ ਮੁੰਡਾ ਹੈਗਾ ਆ, ਉਹ ਅਕਾਲੀ ਦਲ ਦੇ ਨੇੜੇ ਸੀ। ਇਹ ਜਿਹੜਾ ਮੀਟਰ ਸੀਗਾ ਇਹ ਕਿਹੜੇ ਸਾਲ ਦੇ ਵਿੱਚ ਲੱਗਾ ਸੀਗਾ? ਜੀ ਮੈਂ ਕਹਿ ਸਕਦਾ ਵੀ ਅਕਾਲੀ ਦਲ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਨੇ ਰਾਜ ਹੀ ਕੀਤਾ, ਔਰ ਜਲਵਾ ਆਪਣੇ ਖੁਦ ਮੂੰਹੋਂ ਕਹਿੰਦਾ ਕਿ ਮੈਂ 16 ਸਾਲ ਤੋਂ ਇੱਥੇ ਕਾਰੋਬਾਰ ਕਰ ਰਿਹਾ। ਤੇ ਫਿਰ ਜੇ ਮੀਟਰ ਲੱਗਣਾ ਤਾਂ ਸਭ ਤੋਂ ਪਹਿਲਾਂ ਜੇ ਕਿਸੇ ਵਿਧਾਇਕ ਦੇ ਨਾਲ ਨੇੜਤਾ ਆ ਤਾਂ ਮੀਟਰ ਹੀ ਲਵਾਊਗਾ, ਕਿਉਂਕਿ ਬੱਤੀ ਦੇ ਕਿਸੇ ਵੀ ਕੰਮ ਨੂੰ ਚਲਾਉਣ ਲਈ ਸਭ ਤੋਂ ਪਹਿਲਾਂ ਹੀ ਚਾਹੀਦੀ ਆ। ਫਿਰ ਮੈਨੂੰ ਲੱਗਦਾ ਹੈ ਕਿ 2008 ਦੇ ਵਿੱਚ ਲੱਗਿਆ ਹੋਣਾ। ਤੇ ਇੱਥੇ ਆਪਣੇ ਜਿਹੜੇ ਰਮਨ ਬੈਲ ਜੀ ਆ, ਉਹਨਾਂ ਵੱਲੋਂ ਇੰਨੀ ਗੱਲ ਕਹੀ ਗਈ ਸੀ ਕਿ ਇਹ 17 ਦੇ ਵਿੱਚ ਮੀਟਰ ਲਗਵਾਇਆ ਗਿਆ ਵਾ ਕਾਂਗਰਸ ਪਾਰਟੀ ਵੱਲੋਂ। ਮੈਨੂੰ ਬਿਲਕੁਲ ਸਹੀ ਨਹੀਂ ਹੈਗਾ, ਔਰ ਕਾਂਗਰਸ ਪਾਰਟੀ ਵੱਲੋਂ ਮੀਟਰ ਨਹੀਂ ਉੱਥੇ ਪਹਿਲਾਂ ਹੀ ਲੱਗਿਆ, ਕਿਉਂਕਿ ਇਹ ਜਿਹੜਾ ਮੈਂ ਬੰਦਾ ਕਹਿ ਰਿਹਾ ਸੀ ਕਿ ਉਹ ਪਹਿਲਾਂ ਅਕਾਲੀ ਦਲ ਦੇ ਨੇੜੇ ਸੀ ਔਰ ਇੱਕ ਆਮ ਬੰਦਾ ਸੀ। ਪਰ ਇਹਦਾ ਇੰਨਾ ਹੌਸਲਾ ਕਿੱਦਾਂ ਵੱਧ ਗਿਆ? ਜਿਹੜੇ ਸਾਡੇ ਪੋਲੀਟੀਕਲ ਨੁਮਾਇੰਦੇ ਆ, ਉਹ ਆਪਣੀਆਂ ਵੋਟਾਂ ਪੱਕੀਆਂ ਕਰਵਾਉਣ ਵਾਸਤੇ ਖੁਦ ਹੀ ਬੰਦਿਆਂ ਨੂੰ ਪਾਵਰ ਦਿੰਦੇ ਆ ਵੀ ਤੇਰੇ ਤੇ ਮੈਂ ਪਿੱਠ 'ਤੇ ਹੱਥ ਰੱਖਦਾ, ਤੈਨੂੰ ਥਾਪੜਾ ਦਿੰਦਾ, ਤੂੰ ਕਰ ਕੰਮ ਤਗੜਾ ਹੋ ਕੇ। ਫਿਰ ਹੌਸਲਾ ਵੱਧ ਜਾਂਦਾ। ਫਿਰ ਉਹ ਖੋਖੇ ਤੋਂ ਅੱਗੇ ਉਹਨੇ ਥੋੜ੍ਹਾ ਜਿਹਾ ਹੋਰ ਕੰਮ ਵਧਾਇਆ, ਰੈਸਟੋਰੈਂਟ ਬਣਨ ਲੱਗ ਗਿਆ, ਉੱਥੇ ਮਹਿਫਲਾਂ ਲੱਗਣ ਲੱਗ ਗਈਆਂ, ਉੱਥੇ ਨਜਾਇਜ਼ ਸ਼ਰਾਬ ਚੱਲਣ ਲੱਗ ਗਈ। ਪਰ ਉੱਥੇ ਨੇੜੇ ਹਾਤਾ ਵੀ ਹੈਗਾ ਆ, ਹੋ ਸਕਦਾ ਕਿ ਉਹ ਕੁਝ ਇਦਾਂ ਦੇ ਉਹਨਾਂ ਦੇ ਪ੍ਰੋਟੋਕੋਲ ਵੀ ਹੋਣ ਹਾਤੇ ਵਾਲਿਆਂ ਦੇ ਵੀ ਇੰਨੇ ਏਰੀਏ ਦੇ ਵਿੱਚ ਠੇਕੇ ਵਾਲਿਆਂ ਦੇ ਵੀ ਹਾਤਾ ਵੀ ਚੱਲ ਸਕਦਾ। ਪਰ ਉਹਦੇ ਵਿੱਚ ਜੇ ਪੂਰਾ ਯੋਗਦਾਨ ਕਵਾਂ ਮੈਂ ਤੇ ਸਾਡੇ ਪੋਲੀਟੀਕਲ ਨੁਮਾਇੰਦਿਆਂ ਦਾ ਆ। ਪਿਛਲੇ 5 ਸਾਲ ਵੀ ਇਹੋ ਹੀ ਜਲਵਾ ਸਾਡੇ ਕਾਂਗਰਸੀ ਜਿਹੜੇ ਵਿਧਾਇਕ ਰਹੇ ਨੇ, ਬਰਿੰਦਰਮੀਤ ਸਿੰਘ ਪਾੜਾ, ਉਹਨਾਂ ਦੇ ਨੇੜੇ ਰਿਹਾ, ਉਹਨਾਂ ਦੀ ਕੰਪੇਨ ਵੀ ਕਰਦਾ ਰਿਹਾ। ਔਰ ਇਸ ਵਾਰੀ ਇਲੈਕਸ਼ਨ ਦੇ ਵਿੱਚ ਵੀ ਉਹਨੇ ਪੂਰਾ ਝੰਡਾ ਚੁੱਕ ਕੇ ਠੋਕ ਕੇ ਸਾਥ ਦਿੱਤਾ ਬਰਿੰਦਰਮੀਤ ਸਿੰਘ ਪਾੜੇ ਦਾ। ਤੇ ਉੱਥੇ ਹੀ ਇੱਕ ਗੱਲ ਵੀ ਉਹਨਾਂ ਨੇ ਚੁੱਕੀ ਸੀਗੀ, ਉਹਨਾਂ ਦੇ ਸਮਰਥਕ ਵਾਸਤੇ ਐਮਐਲਏ ਬਰਿੰਦਰਮੀਤ ਸਿੰਘ ਪਾੜਾ ਜਿਹੜੇ ਮੌਜੂਦਾ ਐਮਐਲਏ ਨੇ, ਉੱਥੇ ਉਹਨਾਂ ਦੇ ਸਮਰਥਕ ਵਾਸਤੇ ਰਾਤ ਵੀ ਉੱਥੇ ਕੱਟੀ ਆ। ਉਸ ਤੋਂ ਬਾਅਦ ਇੱਕ ਬਿਆਨ ਪ੍ਰੈਸ ਕਾਨਫਰੰਸ ਦੇ ਜ਼ਰੀਏ ਆਪਣੇ ਰਮਨ ਬੈਲ ਜੀ ਨੇ ਇੱਕ ਗੱਲ ਕਹੀ ਸੀ ਕਿ ਜਿਹੜੇ ਖੋਖੇ ਆ ਮੰਡੀ ਦੇ ਵਿੱਚ, ਉਹ ਕੇਲਿਆਂ ਦੇ ਖੋਖੇ ਸੀਗੇ, ਤੇ ਬਰਿੰਦਰਮੀਤ ਸਿੰਘ ਪਾੜਾ ਜੀ ਨੇ ਉੱਥੇ ਨਹੀਂ ਗਏ, ਉਹ ਆਪਣੇ ਕੇਲਿਆਂ ਦੇ ਖੋਖੇ ਚੁੱਕਣ ਵਾਸਤੇ, ਉਹਨਾਂ ਦੀ ਹਮਾਇਤ ਕਰਨ ਵਾਸਤੇ ਉੱਥੇ ਨਹੀਂ ਗਏ ਕਿ ਇਹਦੇ ਮੀਟ ਦੇ ਖੋਖੇ ਵਾਸਤੇ ਇਹਨਾਂ ਨੇ ਸਮਰਥਕ ਦਿੱਤਾ। ਇਹ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਜੀ ਇਹ ਤੇ ਸਿੱਧੇ ਤੌਰ ਤੇ ਜੇ ਕਹਿ ਸਕੀਏ ਤੇ ਠੀਕ ਹੈ, ਆਪਣੇ ਇੱਕ ਵਰਕਰ ਦੀ ਸਪੋਰਟ ਕਰਨਾ ਤੇ ਬਣਦਾ ਆ। ਪਰ ਜੋ ਸਰਕਾਰ ਨੇ ਕਾਨੂੰਨ ਬਣਾਏ ਆ ਵੀ ਨਜਾਇਜ਼ ਕਬਜ਼ੇ ਛਡਾਣੇ ਆ, ਤੇ ਫਿਰ ਉਹਦੇ ਵਿੱਚ ਸਾਨੂੰ ਅੜਚਨ ਪੈਦਾ ਨਹੀਂ ਕਰਨੀ ਚਾਹੀਦੀ। ਔਰ ਇੱਕ ਵੱਡਾ ਇਸ਼ੂ ਬਣਾ ਦਿੱਤਾ ਗਿਆ ਇੱਥੋਂ ਦਾ, ਕਿਉਂਕਿ ਲੜਾਈ ਆਮ ਪਾਰਟੀ ਦੀ ਨੁਮਾਇੰਦੇ ਦੀ ਔਰ ਕਾਂਗਰਸ ਦੇ ਨੁਮਾਇੰਦੇ ਦੀ ਹੀ, ਔਰ ਵਿੱਚ ਇੱਕ ਬਲੀ ਦਾ ਬੱਕਰਾ ਬਣ ਗਿਆ ਜਲਵਾ। ਔਰ ਖੋਖਿਆਂ ਦਾ ਤੇ ਠੀਕ ਹੈ, ਜਿਹੜਾ ਵੀ ਉਹ ਚੱਲਦਾ ਆ ਰਿਹਾ ਸੀਗਾ ਪ੍ਰੋਟੋਕੋਲ ਵੀ ਹਾਂ ਸਰਕਾਰ ਨੇ ਕਿਹਾ ਆ ਕਿ ਨਜਾਇਜ਼ ਕਬਜ਼ੇ ਛੁਡਾਣੇ ਆ, ਉਹ ਛਡਾਓ, ਉਹਨਾਂ ਨੂੰ ਟਾਈਮ ਦਿਓ ਥੋੜ੍ਹਾ ਜਿਹਾ, ਬਈ ਤੁਸੀਂ ਆਪਣੇ ਕਾਰੋਬਾਰ ਦਾ ਪ੍ਰਬੰਧ ਕਰ ਲਓ। ਜੇ ਤੁਹਾਡਾ ਇੱਥੇ ਕੋਈ ਬਿਜ਼ਨਸ ਚੱਲਦਾ ਵੀ ਕਿਤੇ ਤੁਹਾਡਾ ਕੋਈ ਕਾਰੋਬਾਰ ਨਾ ਬੰਦ ਹੋ ਜੇ, ਕੋਈ ਤੁਹਾਡੇ ਪਰਿਵਾਰ ਨੂੰ ਮੁਸ਼ਕਲ ਨਾ ਆਵੇ, ਉਹਨਾਂ ਨੂੰ ਇੱਕ ਚੇਤਾਵਨੀ ਦੇ ਕੇ, ਵਾਰਨਿੰਗ ਲੈਟਰ ਦੇ ਕੇ, ਕੁਝ ਟਾਈਮ ਬੌਂਡ ਕਰਕੇ ਉਹਨਾਂ ਨੂੰ ਉਸ ਤੋਂ ਅੱਗੇ ਡਿਲੇ ਪਾ ਦੇਣੀ ਚਾਹੀਦੀ ਸੀ। ਪਰ ਇੱਥੇ ਕੁਝ ਹੋਰ ਵੇਖਣ ਨੂੰ ਮਿਲ ਗਿਆ ਵੀ ਇੰਨਾ ਕੁ ਵੱਡਾ ਇਸ਼ੂ ਬਣਾ ਦਿੱਤਾ ਗਿਆ ਵੀ ਲੜਾਈ ਦੋ ਧੜਿਆਂ ਦੀ ਸੀ ਔਰ ਵਿੱਚ ਜਲਵੇ ਨੂੰ ਪੀਸ ਦਿੱਤਾ ਗਿਆ, ਤੇ ਉਹਦਾ ਹੁਣ ਖਮਿਆਜ਼ਾ ਭੁਗਤਣਾ ਪੈ ਸਕਦਾ ਜਲਵੇ ਨੂੰ। ਤੇ ਜਲਵੇ ਦਾ ਇਹ ਵੀ ਗੱਲ ਕਹਿਣਾ ਸੀਗਾ ਕਿ ਮੇਰਾ ਸਿਰਫ ਕਸੂਰ ਇੰਨਾ ਕੁ ਸੀਗਾ ਕਿ ਜਦੋਂ ਆਪਣੇ ਇਲੈਕਸ਼ਨ ਲੜ ਕੇ ਐਮਐਲਏ ਬਰਿੰਦਰਮੀਤ ਸਿੰਘ ਪਾੜਾ ਜੀ ਉਹ ਆਪਣੇ ਉੱਧਰੋਂ ਰੋਡ ਤੋਂ ਆ ਰਹੇ ਸੀਗੇ, ਇਹਨਾਂ ਨੇ ਉਹਦਾ ਸਵਾਗਤ ਕੀਤਾ, ਤੇ ਉਹਦਾ ਹੀ ਪੋਲੀਟੀਕਲ ਵੰਡਾਟਾ ਲੈ ਕੇ ਉਸ ਚੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ। ਫਿਰ ਇਸ ਤੋਂ ਡੀਐਫਓ ਸਾਹਿਬ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਸੀਗੀ, ਆਪਾਂ ਫੋਨ ਤੇ ਗੱਲਬਾਤ ਕੀਤੀ ਸੀਗੀ। ਡੀਐਫਓ ਸਾਹਿਬ ਨੇ ਇੰਨੀ ਗੱਲ ਕਹੀ ਸੀਗੀ ਕਿ ਆਪਾਂ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਵਾ। ਇੱਥੇ ਹੀ ਜਲਵੇ ਦਾ ਵੀ ਇੰਨੀ ਗੱਲ ਕਹਿਣਾ ਸੀ ਕਿ ਸਾਨੂੰ ਨੋਟਿਸ ਕੋਈ ਨਹੀਂ ਦਿੱਤਾ ਗਿਆ। ਨਹੀਂ, ਇਹਦੇ ਵਿੱਚ ਇਦਾਂ ਦਾ ਕੋਈ ਉਹ ਜਾਣਬੁੱਝ ਕੇ ਪੋਲੀਟੀਕਲ ਇਸ਼ੂ ਬਣਾ ਰਹੇ ਨੇ। ਪਰ ਉੱਥੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਵੀ ਇੱਕ ਬੜੀ ਵੱਡੀ ਸਮੱਸਿਆ ਆ, ਕਿਉਂਕਿ ਉਹਦੇ ਲਾਗੇ ਹੀ ਇੱਕ ਸਕੂਲ ਆ, ਤਕਰੀਬਨ ਬਿਲਕੁਲ ਉਸ ਜਲਵੇ ਵਾਲੀ ਜਗ੍ਹਾ ਤੋਂ ਗੇਟ ਦੇ ਸਾਹਮਣੇ, ਔਰ ਨਾਲ ਹੀ ਉਹਦੇ ਪਿਛਲੇ ਪਾਸੇ ਇੱਕ ਗੁਰਦੁਆਰਾ ਸਾਹਿਬ ਔਰ ਮੰਦਿਰ ਵੀ ਆ। ਤੇ ਫਿਰ ਆਲੇ ਦੁਆਲੇ ਦੇ ਲੋਕਾਂ ਨੇ ਵੀ ਉਸ ਗੱਲ ਦਾ ਉੱਤੇ ਪੂਰਾ ਰੋਸ ਆਪਣਾ ਵਿਖਾਇਆ, ਉਹਦਾ ਵਿਰੋਧ ਕੀਤਾ ਉਹਨੂੰ ਚੁਕਵਾਉਣ ਦੇ ਵਿੱਚ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਆਲੇ ਦੁਆਲੇ ਦੇ ਆਮ ਨਾਗਰਿਕਾਂ ਨੇ ਬੜੀ ਕੋਸ਼ਿਸ਼ ਕੀਤੀ ਸੀ,
ਪਰ ਇੱਕ ਪੋਲੀਟੀਕਲ ਪਾਵਰ ਹੋਣ ਦੇ ਕਾਰਨ, ਉਹਦਾ ਅਸਲ ਰਸੂਖ ਹੋਣ ਦੇ ਕਾਰਨ ਉਹ ਫੇਲ ਰਹੇ, ਜਲਵਾ ਹਾਵੀ ਰਿਹਾ ਉਹਨਾਂ ਦੇ ਉੱਪਰ। ਇਹਦੇ ਵਿੱਚ ਉੱਥੇ ਕਹਿ ਸਕਦੇ ਹਾਂ ਕਿ ਠੀਕ ਹੈ, ਇੱਕ ਨਜਾਇਜ਼ ਤੌਰ 'ਤੇ ਸ਼ਰਾਬ ਵੀ ਪਾਈ ਜਾਂਦੀ ਆ, ਜਿੱਥੇ ਸ਼ਾਮ ਦੇ ਵੇਲੇ ਜਦੋਂ ਰਹਿਰਾ ਸਾਹਿਬ ਦਾ ਟਾਈਮ ਹੁੰਦਾ ਉਦੋਂ ਉੱਥੇ ਮਹਿਫਲਾਂ ਇੱਦਾਂ ਦੀਆਂ ਲੱਗੀਆਂ ਹੁੰਦੀਆਂ ਜਾਂ ਝੁੰਡ ਇੱਦਾਂ ਦੇ ਖੜ੍ਹੇ ਹੁੰਦੇ ਨੇ, ਅਤੇ ਫਿਰ ਉੱਥੇ ਆਮ ਲੋਕਾਂ ਦਾ, ਧੀਆਂ ਭੈਣਾਂ ਦਾ ਉੱਥੋਂ ਪੈਦਲ ਜਾਣਾ ਗੁਰਦੁਆਰਾ ਸਾਹਿਬ ਨੂੰ ਉਹ ਬੜਾ ਮੁਸ਼ਕਿਲ ਹੋ ਜਾਂਦਾ ਆ। ਅਤੇ ਕਦੀ ਤਾਂ ਫਿਰ ਤੁਹਾਨੂੰ ਪਤਾ ਕਿ ਜਦੋਂ ਇੱਕ ਬੰਦੇ ਨੇ 4 ਪੈਗ ਲਾਏ ਹੋਣ ਤੇ ਕੋਈ ਨਾ ਕੋਈ ਇੱਦਾਂ ਦਾ ਕਮੈਂਟ ਪਾਸ ਹੋ ਹੀ ਜਾਂਦਾ ਕਿ ਜਿਹੜਾ ਸਾਡੀਆਂ ਧੀਆਂ ਭੈਣਾਂ ਵਾਸਤੇ ਮੁਸ਼ਕਲ ਬਣ ਜਾਂਦਾ। ਸੋ ਇਹ ਇੱਕ ਵੱਡੀ ਪ੍ਰੋਬਲਮ ਲਾਗੇ ਛਾਗੇ ਦੇ ਲੋਕਾਂ ਨੂੰ ਸੀ, ਉਹਨਾਂ ਨੇ ਵੀ ਪੂਰਾ ਇਸ ਦਾ ਡਟ ਕੇ ਵਿਰੋਧ ਕੀਤਾ ਹੈ। ਪੋਲੀਟੀਕਲ ਇਸ਼ੂ ਤੇ ਜਾਣ ਕੇ ਬਣਾਇਆ ਜਾ ਰਿਹਾ। ਤੇ ਉਹ ਹੁਣ ਜਲਵੇ ਵੱਲੋਂ ਆਪ ਦੀ ਇੱਕ ਵੀਡੀਓ ਜਾਰੀ ਕੀਤੀ ਆ ਉਹਨਾਂ ਨੇ ਆਪ ਦਾ ਜਿਹੜਾ ਖੋਖਾ ਆ ਆਪੇ ਹੀ ਢਾਹ ਕੇ ਉਹਨਾਂ ਨੇ ਇਸ ਚੀਜ਼ ਦੇ ਕਿਹਾ ਵਾ ਕਿ ਹਮੇਸ਼ਾ ਗਰੀਬ ਹੀ ਝੁਕਦਾ ਆਇਆ ਵਾ ਤੇ ਗਰੀਬ ਹੀ ਝੁਕ ਗਿਆ ਅੱਜ। ਚਲੋ ਇਹ ਤੇ ਹੁਣ ਉਹਨੇ ਆਪਣਾ ਭਾਵੁਕ ਹੋ ਕੇ ਗੱਲਾਂ ਰੱਖੀਆਂ ਨੇ, ਤੇ ਬਟ ਇਸ ਗੱਲ ਨੂੰ ਮੈਂ ਵਧੀਆ ਵੀ ਕਹਾਂਗਾ ਵੀ ਕੁਝ ਜੇ ਪ੍ਰਸ਼ਾਸਨ ਕਾਰਵਾਈ ਕਰਦਾ, ਜਿਸ ਤਰ੍ਹਾਂ ਉੱਤੇ ਪਰਚੇ ਹੋਏ ਨੇ, ਹੋ ਸਕਦਾ ਅਰੈਸਟ ਪਾ ਕੇ ਕੁਝ ਦਿਨ ਜੇਲ੍ਹ 'ਚ ਵੀ ਭੇਜ ਦਿੰਦੇ। ਹੁਣ ਇਸ ਗੱਲ ਦੇ ਉੱਤੇ ਸ਼ਾਇਦ ਕੁਝ ਹੀ ਰਾਹਤ ਵੀ ਪ੍ਰਸ਼ਾਸਨ ਦੇ ਦੇ ਵੀ ਤੂੰ ਬਈ ਆਪੇ ਹੀ ਇਸ ਕਬਜ਼ੇ ਨੂੰ ਛੱਡ ਰਿਹਾ, ਤੇ ਠੀਕ ਹੈ ਅਗਲੇ ਥਾਂ 'ਤੇ ਜਿੱਥੇ ਤੁਹਾਡੀ ਜਗ੍ਹਾ ਹੈਗੀ ਉਹਨੇ ਮੁੱਲ ਖਰੀਦੀ, ਉੱਥੇ ਇੱਕ ਵਧੀਆ ਰੈਸਟੋਰੈਂਟ ਬਣਾਇਆ ਹੋਇਆ ਜਲਵੇ ਨੇ ਆਪਣਾ, ਉੱਥੇ ਜਾ ਕੇ ਆਪਣਾ ਕਾਰੋਬਾਰ ਕਰੋ ਤੇ ਨਾਲ ਦੀ ਨਾਲ ਹੀ ਅੱਗੇ ਚੱਲ। ਫਿਰ ਤੇ ਬੈਨ ਸਾਹਿਬ ਇੱਕ ਗੱਲ ਹੋ ਰਿਹਾ ਕਿ ਇਹਦਾ ਤਾਂ ਖੋਖਾ ਚੱਕਿਆ ਗਿਆ ਹੈ ਨਾ, ਇਹਨਾਂ ਦਾ ਆਪਦੇ ਚੁੱਕ ਲਿਆ ਖੋਖਾ ਜਿਹੜੀ ਪ੍ਰੈਸ਼ਰਾਈਜ਼ ਕਰਕੇ ਜੋ ਵੀ ਇਹਨਾਂ ਨੇ ਕੀਤਾ ਹੈ, ਪਰ ਵੇਖਣਾ ਪਊਗਾ ਕਿ ਮਾਨ ਸਰਕਾਰ ਦੀਆਂ ਹਦਾਇਤਾਂ ਸਭ ਲਈ ਸੇਮ ਨੇ ਹੈ ਨਾ, ਔਰ ਕਾਨੂੰਨ ਸਭ ਦੀ ਲਾਗੂ ਹੁੰਦਾ ਆ, ਔਰ ਬਹੁਤ ਸਾਰੇ ਖੋਖੇ ਹੋਰ ਵੀ ਨੇ ਜਿਹੜੇ ਅਜੇ ਤੱਕ ਇਸੇ ਤਰੀਕੇ ਨਾਲ ਪਏ ਆ, ਅਜੇ ਤੱਕ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਨੇ, ਇਹ ਉਠਾਉਣਗੇ ਜਾਂ ਨਹੀਂ ਉਠਾਉਣਗੇ ਇਹ ਦੇਖਣਾ ਅਜੇ ਬਾਕੀ ਆ। ਜੀ ਵੇਖੋ, ਜਿਸ ਤਰ੍ਹਾਂ ਹੁਣ ਇੱਥੋਂ ਦੀ ਗੱਲ ਕਰੀਏ ਵੀ ਪਿਛਲੇ 16 ਸਾਲ ਤੋਂ ਇੱਥੇ ਖੋਖਾ ਲੱਗਿਆ, ਆਪਣਾ ਕਾਰੋਬਾਰ ਕਰ ਰਿਹਾ, ਤੇ ਇੱਦਾਂ ਦੇ ਹੋਰ ਵੀ ਜਿਹੜੇ ਖੋਖਿਆਂ ਵਾਲੇ ਨੇ ਉਹ ਵੀ ਇੱਦਾਂ ਹੀ ਕਾਰੋਬਾਰ ਚਲਾ ਰਹੇ ਨੇ। ਤੇ ਜੇ ਉਹਨਾਂ ਨੂੰ ਛਡਾਉਣਾ ਤੇ ਫਿਰ ਸਰਕਾਰ ਉਹਨਾਂ ਨੂੰ ਕੋਈ ਨਾ ਕੋਈ ਇੱਕ ਫ੍ਰੀ ਸਪੇਸ ਇੱਦਾਂ ਦੀ ਦੇ ਦੇ, ਕੋਈ ਇੱਦਾਂ ਦੀ ਜਗ੍ਹਾ ਨਿਰਧਾਰਿਤ ਕਰ ਦੇ ਵੀ ਹਾਂ ਬਈ ਤੁਸੀਂ ਇੱਥੇ ਜਾ ਕੇ ਆਪਣਾ ਇਹ ਕੰਮ ਚਲਾ ਲਓ, ਜਾਂ ਫਿਰ ਆਪਣਾ ਕੋਈ ਹੋਰ ਇਹਦਾ ਸੋਰਸ ਲੱਭੋ। ਪਰ ਜਿਹੜੀ ਸਰਕਾਰ ਦੀ ਹਦਾਇਤ ਆ, ਮੈਂ ਉਹੀ ਕਹਾਂਗਾ ਵੀ ਸਹੀ ਸਿਸਟਮ ਤਾਂ ਹੀ ਸਹੀ ਬਣ ਸਕਦਾ ਜੇ ਉਹਨੂੰ ਗਰਾਊਂਡ ਲੈਵਲ ਤੋਂ ਸਾਰਿਆਂ ਨੂੰ ਇੱਕੋ ਤੱਕੜੀ ਦੇ ਨਾਲ ਤੋਲਿਆ ਜਾਵੇ, ਇੱਕ ਨਜ਼ਰ ਨਾਲ ਵੇਖਿਆ ਜਾਵੇ, ਔਰ ਸਾਰਿਆਂ ਵਾਸਤੇ ਫੈਸਲਾ ਇੱਕ ਹੋਵੇ। ਬੈਨ ਸਾਹਿਬ ਇੱਕ ਲਾਸਟ ਸਵਾਲ ਆ ਮੇਰਾ ਕਿ ਤੁਹਾਡੀ ਫੈਡਰੇਸ਼ਨ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਿਹੜਾ ਜਗਾੜੂ ਰੇਹੜੀਆਂ ਦੇ ਬਿਆਨ ਆਇਆ ਤੁਹਾਡਾ, ਔਰ ਜਿਹੜੇ ਛੋਟੇ ਹਾਥੀ ਆ ਉਹਨਾਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਉਹ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਜੀ ਵੇਖੋ, ਜਿਹੜਾ ਅਸੀਂ ਸਾਡਾ ਪੰਜਾਬ ਫੈਡਰੇਸ਼ਨ ਵੱਲੋਂ, ਜਿਹਦਾ ਮੈਂ ਆਗੂ ਹਾਂ ਔਰ ਉਹਦੀ ਅਗਵਾਈ ਵੀ ਕਰ ਰਹੇ ਹਾਂ, ਉਹਦੇ ਵਿੱਚ ਅਸੀਂ ਜਿਹੜੀ ਇੱਕ ਮੰਗ ਰੱਖੀ ਸੀਗੀ ਛੋਟੇ ਹਾਥੀ ਔਰ ਪਿਕਅਪ ਗੱਡੀਆਂ ਵਾਲਿਆਂ ਵੱਲੋਂ ਵੀ ਇਹ ਜੁਗਾੜੂ ਰੇਹੜੀਆਂ ਬੰਦ ਕਰਾਓ, ਉਹਨਾਂ ਨੂੰ ਸਮਰਥਨ ਕਰਨ ਗਏ ਸੀਗੇ। ਔਰ ਮੈਂ ਸਮਝਦਾ ਕਿ ਉਹ ਜਿਹੜੀ ਉਹਨਾਂ ਦੀ ਦਲੀਲ ਦਿੱਤੀ ਗਈ ਸੀਗੀ ਛੋਟੇ ਹਾਥੀ ਵਾਲਿਆਂ ਵੱਲੋਂ ਵੀ ਇੱਕ ਤੇ ਉਹ ਆਪਣੀਆਂ ਗੱਡੀਆਂ ਨੂੰ ਚਲਾਉਣ ਵਾਸਤੇ ਸਭ ਤੋਂ ਪਹਿਲਾਂ ਗੱਡੀ ਜਦੋਂ ਖਰੀਦਦੇ ਆ ਲੋਨ ਲੈਂਦੇ ਨੇ, ਆਰਸੀ ਬਣਾਉਂਦੇ ਨੇ, ਸਰਕਾਰ ਨੂੰ ਟੈਕਸ ਜਾਂਦਾ, ਫਿਰ ਪਰਮਿਟ ਲੰਮਸਮ ਬਣਦਾ, ਸਰਕਾਰ ਨੂੰ ਟੈਕਸ ਜਾਂਦਾ, ਉਹ ਪਰਮਿਟ ਹਰ ਸਾਲ ਰੀਨਿਊ ਹੁੰਦਾ, ਸਰਕਾਰ ਨੂੰ ਟੈਕਸ ਜਾਂਦਾ, ਇੰਸ਼ੋਰੈਂਸ ਹੁੰਦੀ ਆ ਉਹਦਾ ਵੀ ਸਰਕਾਰ ਨੂੰ ਟੈਕਸ ਜਾਂਦਾ। ਕਿੰਨੇ ਇਦਾਂ ਦੇ ਕੰਮ ਨੇ ਜਿੱਚੋਂ ਸਰਕਾਰ ਦਾ ਘਰ ਭਰ ਰਹੇ ਨੇ, ਪਲੱਸ ਉਹਨਾਂ ਹੀ ਗੱਡੀਆਂ ਦੇ ਉੱਤੋਂ ਕੰਮਕਾਰ ਚਲਾ ਕੇ ਆਪਣਾ ਪਰਿਵਾਰ ਵੀ ਚਲਾ ਰਹੇ ਨੇ, ਔਰ ਉਹ ਆਪਣੇ ਵਾਸਤੇ ਰੁਜ਼ਗਾਰ ਖੁਦ ਪੈਦਾ ਕਰ ਰਹੇ ਆ। ਉਹਨਾਂ ਨੇ ਮੰਗ ਰੱਖੀ ਕਿ ਜੁਗਾੜੂ ਰੇਹੜੀਆਂ ਬੰਦ ਕਰੋ, ਪਰ ਜਿਹੜੀਆਂ ਜੁਗਾੜੂ ਰੇਹੜੀਆਂ ਨੇ ਉਹ ਮੈਂ ਕਹਾਂਗਾ ਵੀ ਜਿਹੜੇ ਉਹ ਭਰਾਵਾਂ ਨੇ ਬਣਾਈਆਂ ਨੇ, ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਪੂਰਾ ਹੀ ਬੰਦ ਕਰ ਦਿਓ, ਪਰ ਉਹਨਾਂ ਦਾ ਨੁਕਸਾਨ ਕੀ ਹੋ ਰਿਹਾ ਵੀ ਜਿਹੜੇ ਆਲਰੇਡੀ ਸਾਡੇ ਭਰਾ ਜਿਨ੍ਹਾਂ ਨੇ ਰੇਹੜੀਆਂ ਪਾਈਆਂ, ਜੁਗਾੜੂ ਰੇਹੜੀਆਂ ਤਾਂ ਬਣੀਆਂ ਸੀ ਜ਼ਿਮੀਂਦਾਰਾਂ ਵਾਸਤੇ ਵੀ ਥੋੜ੍ਹਾ ਬਹੁਤਾ ਆਪਣਾ ਕੰਮ ਕਰ ਲਓ, ਕਿਸੇ ਨੇ ਕੋਈ ਆਪਣਾ ਖਾਦ ਖੂਦ ਲੈਣ ਜਾਣੀ ਆ, ਘਰੋਂ ਲੈ ਕੇ ਜਾਣੀ ਖੇਤਾਂ ਤੱਕ, ਉਹ ਪਾ ਕੇ ਲੈ ਕੇ ਰੂੜੀ ਢੋਲੀ ਜਾਂ ਹੋਰ ਇਦਾਂ ਦੇ ਕੰਮ ਕਰ ਲਿਆ ਆਪਣੇ ਨਿੱਜੀ ਕੰਮਾਂ ਕਾਰਾਂ ਵਾਸਤੇ, ਪਰ ਇਹ ਹੌਲੀ ਹੌਲੀ ਕਮਰਸ਼ੀਅਲ ਦੇ ਵਿੱਚ ਆ ਗਈ। ਔਰ ਖਾਸ ਕਰਕੇ ਉਹ ਮੈਂ ਭਰਾ ਯੂਜ਼ ਕਰ ਰਹੇ ਨੇ ਜਿਹੜੀਆਂ ਵੱਡੀਆਂ ਦੁਕਾਨਾਂ ਉੱਤੇ ਪਹਿਲਾਂ ਹੀ ਨੌਕਰੀ ਕਰਦੇ ਆ, ਔਰ ਜਦੋਂ ਕੋਈ ਗਾਹਕ ਉੱਥੇ ਖਰੀਦਣ ਜਾਂਦਾ ਕੋਈ ਚੀਜ਼, ਉਹ ਫਿਰ ਗਾਹਕ ਨੂੰ ਕਹਿ ਦਿੰਦੇ ਵੀ ਤੂੰ ਸਾਨੂੰ ਰੇਟ ਘੱਟ ਦੇ ਦੇ, ਅਸੀਂ ਤੇਰਾ ਸਮਾਨ ਢੋ ਦਿੰਦੇ ਆ। ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜਾ ਸਾਰਾ ਕੁਝ ਗੱਡੀ ਵੀ ਆਪਣੀ ਸਰਕਾਰ ਦੇ ਕੋਲ ਗਿੜਵੀ ਰੱਖੀ ਹੋਈ ਆ, ਟੈਕਸ ਵੀ ਦੇ ਰਹੇ ਆ ਗੱਡੀ ਤੋਂ, ਉਹਨਾਂ ਦਾ ਕਾਰੋਬਾਰ ਦਿਨੋਂ ਦਿਨ ਘਟ ਰਿਹਾ, ਤੇ ਫਿਰ ਉਹਦੇ ਵਿੱਚ ਸਾਨੂੰ ਉਹਨਾਂ ਦਾ ਫਿਊਚਰ ਲੱਭਣ ਲੱਗ ਗਿਆ ਵੀ ਜਿਸ ਤਰ੍ਹਾਂ ਕਿਸਾਨ ਕਿਸਾਨੀ ਕਰਦਾ ਔਰ ਦਿਨੋਂ ਦਿਨ ਕਿਸਾਨੀ ਘਾਟੇ 'ਚ ਜਾ ਰਹੀ ਹੈ, ਤੇ ਸਾਡੇ ਕਿਸਾਨ ਸੁਸਾਈਡ ਕਰ ਰਹੇ ਨੇ, ਤੇ ਫਿਰ ਕਿਤੇ ਇਹ ਵੀ ਜਿਹੜੇ ਭਰਾ ਸਾਡੇ ਜਿਨ੍ਹਾਂ ਦਾ ਕਾਰੋਬਾਰ ਖਤਮ ਹੋ ਰਿਹਾ, ਕਿਤੇ ਇਹ ਵੀ ਉਸ ਪਾਸੇ ਨੂੰ ਨਾ ਤੁਰ ਪੈਣ। ਇਸ ਕਰਕੇ ਅਸੀਂ ਉਹਨਾਂ ਦੇ ਸਮਰਥਨ ਵਿੱਚ ਉਤਰੇ ਸੀ ਵੀ ਇਹਦਾ ਇੱਕ ਸਹੀ ਤਰੀਕੇ ਦੇ ਨਾਲ ਹੱਲ ਕੱਢਿਆ ਜਾਵੇ,
ਜਿਹਦੇ ਨਾਲ ਸਾਡੇ ਜੁਗਾੜੂ ਰੇਹੜੀਆਂ ਵਾਲੇ ਹੈਗੇ ਆ ਉਹਨਾਂ ਦਾ ਕਾਰੋਬਾਰ ਵੀ ਚੱਲਦਾ ਰਹੇ ਤੇ ਨਾਲ ਜਿਹੜੇ ਸਾਡੇ ਆਲਰੇਡੀ ਸਾਰਾ ਕੁਝ ਆਪਣਾ ਆਪ ਵੀ ਮਿਹਨਤ ਕਰਕੇ ਪਰਿਵਾਰ ਵੀ ਪਾਲ ਰਹੇ, ਸਰਕਾਰ ਨੂੰ ਵੀ ਦੇ ਰਹੇ ਆ, ਉਹਨਾਂ ਦਾ ਵੀ ਇੱਕ ਜਿਹੜਾ ਲਾਹੇਵੰਦ ਕਾਰੋਬਾਰ ਬਣਿਆ ਰਹੇ। ਤਾਂ ਕਰਕੇ ਉਹਨਾਂ ਦੇ ਸਮਰਥਨ ਵਿੱਚ ਉਤਰੇ ਆ। ਔਰ ਇਹਦੇ ਵਿੱਚ ਜਿਹੜਾ ਕਿ ਜੁਗਾੜੂ ਰੇਹੜੀਆਂ ਨੂੰ ਬੰਦ ਕਰਾਉਣ ਵਾਸਤੇ ਸੁਪਰੀਮ ਕੋਰਟ ਦਾ ਵੀ ਹਦਾਇਤ ਆ ਚੁੱਕੀ ਆ, ਪਰ ਸਾਡੀ ਸਰਕਾਰ ਹੀ ਉਸ ਗੱਲ ਨੂੰ ਮੰਨ ਨਹੀਂ ਰਹੀ ਔਰ ਉਹ ਹੀ ਕਹਿ ਰਹੇ ਨੇ ਵੀ ਨਹੀਂ ਜੁਗਾੜੂ ਰੇਹੜੀਆਂ ਚੱਲਣੀਆਂ ਚਾਹੀਦੀਆਂ। ਉਸ ਤੋਂ ਬਾਅਦ ਇਹਨਾਂ ਦੇ ਆਪਸੀ ਧਰਨੇਬਾਜ਼ੀ ਦੇ ਨਾਲ ਕਰਕੇ ਪ੍ਰੈਸ਼ਰ ਦੇ ਵਿੱਚ ਮਾਨ ਸਰਕਾਰ ਝੁੱਕ ਆ। ਪਰ ਜੇ ਕਿਤੇ ਹੁਣ ਸਾਡੇ ਪੰਜਾਬ ਪੱਧਰ ਦੇ ਉੱਤੇ ਇਹ ਗੱਡੀਆਂ ਵਾਲੇ ਕੋਈ ਸਟੈਂਡ ਲੈ ਜਾਣ ਤਾਂ ਫਿਰ ਮਾਨ ਸਰਕਾਰ ਕੀ ਕਰੂਗੀ? ਫਿਰ ਵੀ ਕੋਈ ਹੱਲ ਕੱਢਣਾ ਹੀ ਪਊਗਾ ਇਸ ਗੱਲ ਦਾ। ਇਸ ਕਰਕੇ ਕਹਿੰਦੇ ਵੀ ਸਮੇਂ ਤੋਂ ਪਹਿਲਾਂ ਜੇ ਕੰਮ ਕਰ ਲਈਏ ਤਾਂ ਫਿਰ ਉਹਦੇ 'ਚ ਮਾੜਾ ਵੀ ਕੀ। ਇਹੋ ਗੱਲ ਅਸੀਂ ਚੁੱਕ ਕੇ ਲੋਕਾਂ 'ਚ ਲੈ ਕੇ ਆਏ ਸੀ। ਤੇ ਰੇਹੜੀ ਵਾਲਿਆਂ ਦਾ ਇੱਕ ਬਿਆਨ ਹੋਰ ਵੀ ਆ ਕਿ ਜੁਗਾੜੂ ਰੇਹੜੀ ਵਾਲਾ ਦਾ ਉਹ ਕਹਿੰਦੇ ਜਿੱਥੇ ਤੱਕ ਗਲੀਆਂ ਦੇ ਵਿੱਚ ਛੋਟਾ ਹਾਥੀ ਨਹੀਂ ਜਾ ਸਕਦਾ ਉੱਥੇ ਅਸੀਂ ਪਹੁੰਚ ਜਾਂਦੇ ਆ ਤੇ ਲੋਕ ਪਹਿਲ ਦੇ ਆਧਾਰ ਤੇ ਸਾਨੂੰ ਇਹ ਚੀਜ਼ ਤੇ ਅਪਰੋਚ ਕਰਦੇ ਆ ਤੇ ਫਿਰ ਉਹਨਾਂ ਦਾ ਵੀ ਤੇ ਕਿਤੇ ਨਾ ਕਿਤੇ ਰੋਜ਼ਗਾਰ ਬੰਦ ਹੁੰਦਾ ਆ। ਉਹ ਵੀ ਆਪਣੇ ਬੱਚੇ ਪਾਲਣੇ ਉਹਨਾਂ ਨੇ, ਉਹਨੂੰ ਕਿਸ ਤਰੀਕੇ ਨਾਲ ਦੇ ਨਹੀਂ ਰੋਜ਼ਗਾਰ ਗਲੀਆਂ ਗੁਲੀਆਂ ਤੇ ਹੁਣ ਇੰਨੀਆਂ ਕੁ ਖੁੱਲੀਆਂ ਹੋ ਗਈਆਂ ਵੀ ਹਰ ਥਾਂ ਤੇ ਫੈਸਿਲਿਟੀ ਹੁੰਦੇ ਆ। ਛੋਟੇ ਹਾਥੀ ਵੀ ਕੁਝ ਉਹਨਾਂ ਤੋਂ ਛੋਟੇ ਟੈਂਪੂ ਵੀ ਆ ਗਏ ਆ ਜਿਹੜੇ ਘੱਟ ਜਗ੍ਹਾ ਦੇ ਵਿੱਚ ਵੀ ਪਹੁੰਚ ਜਾਂਦੇ ਆ। ਮੈਂ ਇੱਕ ਗੱਲ ਅੱਗੇ ਵੀ ਕਹੀ ਸੀ ਵੀ ਛੋਟੀ ਰੇਹੜੀਆਂ ਉਹਨਾਂ ਨੇ ਬਣਾਈਆਂ ਜਾਂ ਉਹਨਾਂ ਦੁਕਾਨਦਾਰਾਂ ਨੇ ਬਣਾਈਆਂ ਨੇ ਜਿਹੜੇ ਆਲਰੇਡੀ ਉਹਨਾਂ ਕੋਲ EMPLOYE ਕੰਮ ਕਰ ਰਹੇ ਆ ਔਰ ਉਹ ਹੀ ਆਪਣਾ ਮੁਨਾਫਾ ਵਧਾਉਣ ਦੀ ਖਾਤਰ ਇਸ ਕਾਰੋਬਾਰ ਵੱਲ ਜਾਂਦੇ ਆ। ਤੇ ਜੇ ਮੈਂ ਕਹਾਂ ਵੀ ਉਹਦੀ ਥਾਂ ਦੇ ਉੱਪਰ ਪਰ ਫਿਰ ਉਹਨਾਂ ਦੇ ਨਾਲ ਦੂਜੀਆਂ ਗੱਡੀਆਂ ਦਾ ਵੀ ਕਾਰੋਬਾਰ ਘਟ ਰਿਹਾ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਸਾਰਾ ਪਰਿਵਾਰ ਹੀ ਡਿਪੈਂਡੈਂਟ ਇੱਕ ਗੱਡੀ ਦੇ ਉੱਪਰ ਆ। ਪਰ ਜੇ ਜੁਗਾੜੂ ਰੇਹੜੀਆਂ ਵਾਲੇ ਦਾ ਜੇ ਕਹੀਏ ਤੇ ਉਹ ਤੇ ਆਲਰੇਡੀ ਇੱਕ ਬੰਦਾ ਉੱਥੇ ਨੌਕਰੀ ਕਰ ਰਿਹਾ, ਉਹਨੂੰ ਤਨਖਾਹ ਤੇ ਮਿਲ ਹੀ ਰਹੀ ਆ ਤੇ ਉਹ ਐਕਸਟਰਾ ਉਹਦੇ ਤੋਂ ਕੁਝ ਕਮਾਈ ਕਰਨ ਦੀ ਕੋਸ਼ਿਸ਼ ਕਰ ਰਹੇ। ਤੇ ਇੱਕ ਗੱਲ ਹੋਰ ਹੈ ਜਿਹੜੀ ਆਪਣੇ ਛੋਟੇ ਹਾਥੀ ਵਾਲੇ ਨੇ ਇਹਨੇ ਇਹ ਚੀਜ਼ ਤੇ ਵੀ ਬਿਆਨ ਦਿੱਤਾ ਹੈ ਸੀਐਮ ਸਾਹਿਬ ਨੂੰ ਕਿ ਸਾਡੇ ਕੋਲ ਟੈਕਸ ਪਰ ਮਾਫ ਕੀਤਾ ਜਾਵੇ ਇਸ ਚੀਜ਼ ਉੱਤੇ ਜੇ ਇਹਨਾਂ ਨੂੰ ਬੰਦ ਨਹੀਂ ਕਰਨਾ ਤੇ ਹਨਾ ਸਾਡਾ ਵੀ ਟੈਕਸ ਮਾਫ ਕੀਤਾ ਜਾਵੇ ਕਿ ਤਾਂ ਕਿ ਜੋ ਅਸੀਂ ਵੀ ਜਿਹੜੀ ਟੈਕਸ ਪੇ ਕਰਦੇ ਹਾਂ ਕਿਉਂਕਿ ਦਿਹਾੜੀ ਲੱਗਦੀ ਕਿਉਂਕਿ ਨਹੀਂ ਲੱਗਦੀ ਹਨਾ। ਜਿਸ ਤਰ੍ਹਾਂ ਇਹਨਾਂ ਨੂੰ ਜੁਗਾੜੂ ਰੇਹੜੀਆਂ ਨੂੰ ਕੋਈ ਟੈਕਸ ਨਹੀਂ ਹੈਗਾ, ਕੋਈ ਰੋਡ ਟੈਕਸ ਨਹੀਂ ਹੈ, ਕੋਈ ਹੋਰ ਕੋਈ ਟੈਕਸ ਨਹੀਂ ਹੈਗਾ ਤੇ ਆਲ ਟੈਕਸ ਫ੍ਰੀ ਹੈਗੇ ਤੇ ਇਸ ਤਰੀਕੇ ਨਾਲ ਸਾਨੂੰ ਆਲ ਟੈਕਸ ਫ੍ਰੀ ਕੀਤਾ ਜਾਵੇ। ਬਿਲਕੁਲ ਜੀ, ਇਹ ਵੀ ਗੱਲ ਉਹਨਾਂ ਦੀ ਬਿਲਕੁਲ ਜਾਇਜ਼ ਹੈ ਕਿਉਂਕਿ ਇੱਕ ਜਦੋਂ ਟ੍ਰੈਫਿਕ ਨਿਯਮਾਂ ਦੀ ਗੱਲ ਆਉਂਦੀ ਆ, ਜਦੋਂ ਅਸੀਂ ਇਹਨਾਂ ਬਾਡੀਆਂ ਦੇ ਉੱਪਰ ਮੈਂ ਕਈ ਵਾਰ ਦੇਖਿਆ ਕਿ ਓਵਰਲੋਡਿੰਗ ਕਰਦੇ ਆ, ਪੁਲਿਸ ਚਲਾਨ ਕਰ ਦਿੰਦੀ ਆ। ਪਰ ਜਿਹੜੇ ਜੁਗਾੜੂ ਰੇਹੜੀਆਂ ਵਾਲੇ ਆ ਫਿਰ ਉਹਨਾਂ ਕੋਲ ਕੋਈ ਅਥਾਰਟੀ ਨਹੀਂ ਹੈਗੀ ਕਿ ਉਹ ਵੀ ਉਹਨਾਂ ਦੇ ਉੱਤੇ ਵਾਧੂ ਸਮਾਨ ਲੱਦਣ, ਓਵਰਲੋਡਿੰਗ ਕਰਨ ਔਰ ਨਜਾਇਜ਼ ਤਰੀਕੇ ਦੇ ਨਾਲ ਟ੍ਰੈਫਿਕ ਰੂਲ ਭੰਗ ਕਰਨ। ਪਰ ਦੂਸਰੇ ਪਾਸੇ ਜੇ ਉਹ ਗੱਡੀਆਂ ਵਾਲਿਆਂ ਦੀ ਗੱਲ ਕਰੀਏ, ਇਹਨਾਂ ਦੀ ਇੱਕ ਇੰਸ਼ੋਰੈਂਸ ਹੀ ਖਤਮ ਹੋਈ ਹੋਵੇ ਜਾਂ ਟੈਕਸ ਹੀ ਨਾ ਗਿਆ ਹੋਵੇ ਤੇ ਸਰਕਾਰ ਕਿੰਨੇ ਵਾਧੂ ਜੁਰਮਾਨੇ ਉਹਨਾਂ ਨੂੰ ਪਾ ਦਿੰਦੀ ਆ ਤੇ ਫਿਰ ਉਹਦਾ ਵੀ ਤੇ ਬੋਝ ਝੱਲਣਾ ਪੈਂਦਾ। ਇਸ ਕਰਕੇ ਜੇ ਵਾਕਈ ਕੁਝ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਕੇ ਆਉਣਾ ਤੇ ਫਿਰ ਉਹਨੂੰ ਸਹੀ ਤਰੀਕੇ ਦੇ ਨਾਲ ਸਹੀ ਸਿਸਟਮ ਨੂੰ ਬਣਾਓ ਕਿਉਂਕਿ ਜੇ ਆਪਾਂ ਕਾਨੂੰਨ 'ਚ ਹੀ ਚੱਲਣਾ ਤੇ ਫਿਰ ਸਾਰਿਆਂ ਵਾਸਤੇ ਰੂਲ ਇੱਕ ਹੋਣੇ ਚਾਹੀਦੇ ਆ। ਤੇ ਜੇਕਰ ਉਹ ਟੈਕਸ ਦੀ ਡਿਮਾਂਡ ਕਰ ਰਹੇ ਨੇ ਘੱਟ ਕਰਨ ਦੀ ਜਾਂ ਬੰਦ ਕਰਾਉਣ ਦੀ ਤੇ ਫਿਰ ਟ੍ਰੈਫਿਕ ਪੁਲਿਸ ਨੂੰ ਵੀ ਚਾਹੀਦਾ ਵੀ ਜੇ ਉਹਨਾਂ ਦੀ ਇੰਸ਼ੋਰੈਂਸ ਨਹੀਂ ਹੈਗੀ ਜਾਂ ਪਰਮਿਟ ਪਾਸ ਨਹੀਂ ਹੈਗੇ ਤੇ ਫਿਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਛੋਟ ਦੇ ਦਿਓ। ਫਿਰ ਕਿਉਂ ਇਹਨਾਂ ਤੰਗ ਪਰੇਸ਼ਾਨ ਕੀਤਾ ਜਾਂਦਾ, ਕਿਉਂ ਉਹਨਾਂ ਨੂੰ ਵੀ ਫਿਰ ਇਹ ਮਹਿਸੂਸ ਕਰਾਇਆ ਜਾਂਦਾ ਆ ਕਿ ਅਸੀਂ ਇਹਨਾਂ ਨੂੰ ਤਾਂ ਡੰਡੇ ਨਾਲ ਹੀ ਰੱਖਾਂਗੇ ਔਰ ਦੂਜਿਆਂ ਨੂੰ ਸਾਡੇ ਸੀਐਮ ਸਾਹਿਬ ਕਹਿ ਰਹੇ ਕਿ ਤੁਸੀਂ ਜੋ ਮਰਜ਼ੀ ਕਰੋ। ਤੋ ਇਹ ਸਨ ਸਾਡੇ ਇੰਦਰਪਾਲ ਸਿੰਘ ਬੈਂਸ ਜੀ ਜਿਨ੍ਹਾਂ ਨੇ ਬੜੇ ਹੀ ਵਧੀਆ ਤੇ ਸਹੀ ਤਰੀਕੇ ਦੇ ਨਾਲ ਇਹਨਾਂ ਨੇ ਸਾਡਾ ਸਵਾਲਾਂ ਦੇ ਜਵਾਬ ਦਿੱਤੇ ਨੇ ਤੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿਸ ਤਰੀਕੇ ਨਾਲ ਚੱਲਣਾ ਆ ਤੇ ਮਾਨ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਜਾਰੀ ਹੋਈਆਂ ਨੇ ਉਹਨਾਂ ਨੂੰ ਵੀ ਬੜੇ ਤਰੀਕੇ ਦੇ ਨਾਲ ਇਹਨਾਂ ਨੇ ਸਮਝਾਇਆ ਔਰ ਸਮਝਿਆ ਜੇ। ਤੇ ਇਸੇ ਤਰੀਕੇ ਦੀ ਉਮੀਦ ਰੱਖਦੇ ਹਾਂ ਆਪਾਂ ਇੰਦਰਪਾਲ ਸਿੰਘ ਬੈਂਸ ਜੀ ਵੱਲੋਂ ਕਿ ਜਿਹੜੀਆਂ 2024 ਦੀਆਂ ਇਲੈਕਸ਼ਨਾਂ ਨੇ ਇਹ ਦੇਖਣਾ ਪਊਗਾ ਕਿ ਚਰੂਨੀ ਸਾਹਿਬ ਕਿਸ ਤਰੀਕੇ ਨਾਲ ਇਲੈਕਸ਼ਨ ਨੂੰ ਕੰਪੇਨ ਕਰਦੇ ਆ ਜਾਂ ਨਹੀਂ ਕਰਦੇ। ਕੈਮਰਾਮੈਨ ਮਹਿਕ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ।